सरिये दे। नमस्कार दोस्तों, मेरा नाम अमित तनेजा है। मैं भारतीय जनता पार्टी का प्रदेश कार्य समिति सदस्य हूं। आज आपको एक अजीब चीज़ दिखा रहा हूं। मेरी और प्रधानमंत्री जी की कार, देश के प्रथम प्रधान सेवक प्रधानमंत्री मोदी जी की कार, सामने से मैं और वो एक ही रोड पे हैं। कितना बड़ा सिक्योरिटी लैप्स है। और वो सामने 10 मिनट खड़ी रहने के बाद यू टर्न लेके वापस आ रही है। मतलब फिरोजपुर से 10 किलोमीटर पहले की ये वीडियो मैं आपको दिखा रहा हूँ कि प्रधानमंत्री जी का काफिला मतलब फंसा था और पुलिस उसको भी निकालने में नाकामयाब रही। और ये कितना बड़ा सिक्योरिटी लैप्स है पंजाब सरकार का, पंजाब पुलिस का। जिम्मेदार अधिकारियों पर तुरंत कार्रवाई होनी चाहिए। शिवन जी, ਅੱਜ ਪ੍ਰੈਸ ਕਾਨਫਰੰਸ ਕਿਸ ਵਜ੍ਹਾ ਨਾਲ ਕਰ ਰਹੇ ਹੋ? ਕੀ ਗੱਲ ਸੀ? ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਹੀ ਭਰਾਵਾਂ ਦਾ ਇੱਥੇ ਸਵਾਗਤ ਕਰਦਾ। ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਮੇਰੇ ਖਿਆਲ ਤੁਸੀਂ ਵੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਵੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਕੋਈ ਐਸੀ ਮੰਦਭਾਗੀ ਘਟਨਾ ਜਿਹੜੀ ਉਹ ਗੱਲ ਹੋਈ ਹੈ। ਮਾਨਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ, ਕਿਉਂਕਿ ਕੱਲ੍ਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇੱਕ ਬਹੁਤ ਵੱਡੀ ਰੈਲੀ ਫਿਰੋਜ਼ਪੁਰ ਵਿੱਚ ਹੋਣੀ ਸੀ, ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਣੀ ਸੀ। ਲੇਕਿਨ बड़े दुख नाल ये कहना पै रहा है कि जिथे साडे वर्करां दा हजूम उस रैली वाल लगातार सवेर तो लैके वध रहा सी, क्योंकि हज़ारां दी गिणती दे विच बसां दे राहीं साडे जिहड़े वर्कर साहिबान सी उत्थे सब पहुँच रहे थे। लेकिन जो उत्थे देखण नूं मिलिया, क्योंकि मैं रैली दे विच 3 दिन पहलां ही स्टेट प्रधान साडे श्रीमान अश्विनी शर्मा जी के दिशा निर्देश अनुसार उत्थे पहुँच गया सी ਤੇ ਅਸੀਂ ਸਾਰੇ ਉਸ ਅਰੇਂਜਮੈਂਟ ਦੇ ਵਿੱਚ ਲੱਗੇ ਹੋਏ ਸੀ। ਇਹ ਦੇਖਣ ਨੂੰ ਮਿਲਿਆ ਵੀ ਜਿਹੜੀ ਪੁਲਿਸ ਪ੍ਰਸ਼ਾਸਨ, ਜਿਹੜਾ ਲੋਕਲ ਸਾਡਾ ਪ੍ਰਸ਼ਾਸਨ ਹੈ ਸਟੇਟ ਦਾ, ਉਹ ਇੱਕ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖਦਾ ਰਿਹਾ। ਫਿਰੋਜ਼ਪੁਰ ਦੇ ਆਲੇ ਦੁਆਲੇ ਵੀ ਅਲੱਗ-ਅਲੱਗ ਰੂਟਾਂ ਦੇ ਉੱਤੇ ਵੀ ਜਿਹੜੀ ਪੁਲਿਸ ਉੱਤੇ ਖੜੀ ਸੀ ਸਾਡੀ ਹਿਫਾਜ਼ਤ ਦੇ ਲਈ, ਜਾਂ ਉਸ ਨੂੰ ਜਿਹੜੀ ਟ੍ਰੈਫਿਕ ਸੀ ਉਹਨੂੰ ਸਹੀ ਦਿਸ਼ਾ ਦੇਣ ਵਾਸਤੇ ਖੜਾਈ ਹੋਈ ਸੀ। ਜਿਵੇਂ ਕਿ ਇਹਨਾਂ ਦੀ ਕੋਈ ਟੈਂਟੇਟਿਵ ਫਿਗਰ ਹੈ ਵੀ 10,000 ਬੰਦਾ ਇਹ ਦੱਸਦੇ ਨਹੀਂ ਵੀ ਅਸੀਂ ਲਾਇਆ ਸੀ। ਲੇਕਿਨ ਅਸੀਂ ਇਹ ਦੇਖਿਆ ਵੀ ਜੇ ਕੋਈ 50 ਜਾਂ 40 ਬੰਦੇ, ਕੋਈ ਸੋ ਕਾਲਡ ਕਿਸਾਨ ਲੀਡਰ ਕਹਿ ਲਈਏ ਉਹਨਾਂ ਨੂੰ, ਜਾਂ ਕੋਈ ਸ਼ਰਾਰਤੀ ਅਨਸਰ ਕਹਾਂਗੇ, ਵੀ ਉਹ ਕਿਤੇ ਵੀ ਜਗ੍ਹਾ ਦੇ ਉੱਤੇ ਆ ਕੇ ਖੜ੍ਹ ਜਾਂਦੇ ਸੀ, ਜਾਮ ਲਾ ਲੈਂਦੇ ਸੀ ਆ ਕੇ, ਤੇ ਪੁਲਿਸ ਉਹਨਾਂ ਨੂੰ ਕੁਛ ਨਹੀਂ ਕਹਿਣਾ ਸੀ ਉਹਨਾਂ ਨੇ, ਬਲਕਿ ਸਾਡੀਆਂ ਜਿਹੜੀਆਂ ਬੱਸਾਂ ਸੀ ਉਹਨਾਂ ਨੂੰ ਡਾਈਵਰਟ ਕਰਨਾ ਸ਼ੁਰੂ ਕਰ ਦਿੰਦੇ ਸੀ। ਅਸੀਂ ਸਵੇਰ ਤੋਂ ਇਸ ਚੀਜ਼ ਨੂੰ ਦੇਖ ਰਹੇ ਸੀ। ਡੀਜੀਪੀ ਸਾਹਿਬ ਵੀ ਸਾਡੇ ਨਾਲ ਉੱਥੇ ਸਟੇਜ ਦੇ ਉੱਤੇ ਸੀਗੇ। ਜਦੋਂ ਕਿਸੇ ਜ਼ਿਲ੍ਹਾ ਪ੍ਰਧਾਨ ਦਾ ਫੋਨ ਆਉਂਦਾ ਵੀ ਪ੍ਰਧਾਨ ਜੀ ਇੱਥੇ ਸਾਡਾ, ਮੈਂ ਲਾਈਵ ਕਰਕੇ ਵੀ ਡੀਜੀਪੀ ਸਾਹਿਬ ਨੂੰ ਦਿਖਾਇਆ। ਸਾਡੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ, ਸਾਡੇ ਜਿਹੜੇ ਇਲੈਕਸ਼ਨ ਇੰਚਾਰਜ ਨੇ ਸ਼੍ਰੀਮਾਨ ਸ਼ੇਖਾਵਤ ਜੀ, ਉਹਨਾਂ ਨੇ ਵੀ ਬਾਰ-ਬਾਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦਾ ਕੋਈ ਅਰੇਂਜਮੈਂਟ ਸਹੀ ਤਰੀਕੇ ਨਾਲ ਕਰੋ। ਪ੍ਰਧਾਨ ਮੰਤਰੀ ਦਾ ਜਿਹੜਾ ਰੂਟ ਸੀ ਉਹ ਤੈਅ ਸੀ ਵੀ ਬਾਈ ਏਅਰ ਉਹਨਾਂ ਨੇ ਉੱਥੇ ਆਉਣਾ ਸੀ, ਬਟ ਮੌਸਮ ਦੀ ਖਰਾਬੀ ਹੋਣ ਕਰਕੇ ਬਠਿੰਡੇ ਤੋਂ ਜਿਹੜਾ ਰੂਟ ਹੈ ਉਹਨਾਂ ਦਾ ਬਾਈ ਰੋਡ ਹੋ ਗਿਆ ਸੀ। ਔਰ ਇਹ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੀ ਗੱਲ ਇਹ ਪਹਿਲਾਂ ਇਹਨਾਂ ਨੂੰ ਸਾਰੀ ਸਟੇਟ ਗੌਰਮੈਂਟ ਨੂੰ ਕਲੀਅਰ ਹੋ ਗਈ ਸੀ। ਲੇਕਿਨ ਅਸੀਂ ਹੈਰਾਨ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਥੇ ਆ ਰਿਹਾ ਹੋਵੇ ਔਰ ਸਾਡਾ ਮੁੱਖ ਮੰਤਰੀ, ਜਿਹੜਾ ਕਿ ਉਸ ਸਮੇਂ ਫੋਨ ਵੀ ਨਾ ਚੱਕਿਆ, ਔਰ ਉਹਨਾਂ ਦਾ ਕਾਫਲਾ 25 ਤੋਂ 30 ਮਿੰਟ ਜਿਹੜਾ ਇੱਕ ਟੈਂਟੇਟਿਵ ਫਿਗਰ ਆਈ ਹੈ ਵੀ ਉੱਥੇ ਇੱਕ ਇਹੋ ਜਿਹੇ ਪੁਲ ਦੇ ਉੱਤੇ, ਹਾਲਾਂਕਿ ਆਪਾਂ ਸੜਕ ਦੇ ਉੱਤੇ ਕਾਫਲਾ ਹੋਵੇ ਉੱਥੇ ਥੋੜ੍ਹੀ ਜਿਹੀ ਘੱਟ ਹੁੰਦੀ ਆ, ਉਹ ਪੁਲ ਦੇ ਉੱਪਰ ਆਪਾਂ ਖੜ੍ਹਾ ਜਦੋਂ ਬੰਦਾ ਹੋਰ ਵੀ ਜ਼ਿਆਦਾ ਉਹ ਇੱਕ ਤਰ੍ਹਾਂ ਦਾ ਕਹੀਏ ਵੀ ਰਿਸਕ ਵਾਲੀ ਗੱਲ ਹੋ ਜਾਂਦੀ ਹੈ। ਉੱਥੇ ਖੜ੍ਹਾ ਰਿਹਾ ਔਰ ਐਸਐਸਪੀ ਫਿਰੋਜ਼ਪੁਰ, ਆ ਪਿੱਛੇ ਜੇ ਹੁਣ ਇੱਕ ਟੀਵੀ ਦੇ ਉੱਤੇ ਸ਼ਾਮ ਨੂੰ ਬਿਆਨ ਵੀ ਆਇਆ, ਉੱਥੇ ਦੇ ਕੋਈ ਕਿਸਾਨ ਲੀਡਰ ਨੇ ਸਰਜੀਤ ਫੁੱਲ, ਉਹਨੇ ਆਪ ਦੱਸਿਆ, ਇਹ ਵੀਡੀਓ ਆਈ ਹੈ ਉਹਨਾਂ ਦੀ ਵਾਇਰਲ ਹੋ ਕੇ, ਵੀ ਸਾਨੂੰ ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਜਿਹੜਾ ਇਹ ਰੂਟ ਹੈ ਪ੍ਰਧਾਨ ਮੰਤਰੀ ਜੀ ਦਾ ਵੀ ਇਸ ਪਾਸੇ ਆ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਇਹਨਾਂ ਦੀ ਕੌਨਸਪੀਰੈਂਸੀ ਸੀ ਕਾਂਗਰਸ ਦੀ ਗੌਰਮੈਂਟ ਦੀ, ਔਰ ਇਹਨਾਂ ਨੇ ਮਤਲਬ ਕਿਸ ਹੱਦ ਤੱਕ ਕਿਸ ਗੰਦੀ ਰਾਜਨੀਤੀ ਦੇ ਉਤਰੀ ਹੈ ਕਾਂਗਰਸ। ਇਹਨਾਂ ਦੇ ਮਨਸੂਬੇ ਭਵਿੱਖ, ਸਾਡੇ ਪੰਜਾਬ ਦਾ ਭਵਿੱਖ ਇਹ ਕਿਸ ਪਾਸੇ ਅਸੀਂ ਲੈ ਕੇ ਜਾ ਰਹੇ ਹਾਂ, ਇਹ ਸਿਰਫ ਔਰ ਸਿਰਫ ਘਟੀਆ ਰਾਜਨੀਤੀ ਦੇ ਉੱਤੇ ਉਤਰੇ ਹੋਏ ਨੇ। ਔਰ ਇਸ ਕਰਕੇ ਹੀ ਇਹਨਾਂ ਨੇ ਜਿਹੜਾ ਕੱਲ੍ਹ ਸਾਰਾ ਵਰਤਾਰਾ ਹੋਇਆ, ਪੰਜਾਬ ਦੇ ਲਈ ਬਹੁਤ ਵੱਡੀ ਸੁਗਾਤ ਉਹਨਾਂ ਨੇ ਦੇਣੀ ਸੀ। ਪੰਜਾਬ ਦੀ ਰੂਪ ਰੇਖਾ ਨੂੰ ਜਿਹੜੀ ਸੀ ਕਿਸੇ ਪਾਸੇ ਹੋਰ ਜਾਣੀ ਸੀ, ਕਿਉਂਕਿ ਪ੍ਰਧਾਨ ਮੰਤਰੀ ਜੀ ਇੱਕ ਪੈਕੇਜ ਵੀ ਸੀ, ਜਾਂ ਜਿਹੜੀਆਂ ਗੱਲਾਂ ਆ ਰਹੀਆਂ ਸੀ, ਬਹੁਤ ਕੁਝ ਪੰਜਾਬ ਨੂੰ ਮਿਲਣਾ ਸੀ। ਮੈਂ ਕਹਿ ਰਿਹਾ ਵੀ ਕਾਂਗਰਸ ਸਰਕਾਰ ਦੀ ਇਸ ਨਾਲੋਂ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਥੋੜ੍ਹੀ ਹੈ। ਮੁੱਖ ਮੰਤਰੀ ਇਹਨਾਂ ਦੇ ਵਿੱਚ ਰਲਿਆ ਹੋਇਆ ਸੀ ਚੰਨੀ ਜੀ, ਔਰ ਇਹਨਾਂ ਦਾ ਸਾਰਾ ਪੁਲਿਸ ਪ੍ਰਸ਼ਾਸਨ ਇਸ ਕੰਮ 'ਤੇ ਲੱਗਿਆ ਰਿਹਾ ਵੀ ਉਹ ਉੱਥੇ ਤੱਕ ਨਾ ਪਹੁੰਚਣ, ਔਰ ਕਿੱਥੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਮਾਹੌਲ ਖਰਾਬ ਕਰਕੇ ਮਤਲਬ
ਇੱਕ ਬਹੁਤ ਵੱਡੀ ਸੁਰੱਖਿਆ ਦੇ ਵਿੱਚ ਜਿਹੜੀ ਚੂਕ ਕੀਤੀ ਹੈ, ਮੇਰਾ ਖਿਆਲ ਹੈ ਵੀ ਪ੍ਰਦੇਸ਼ ਦੇ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ। ਪ੍ਰਧਾਨ ਮੰਤਰੀ ਜੀ ਦੀ ਗੱਡੀ ਰੋਕੀ ਗਈ ਹੈ ਜੀ ਕਿ ਉਹਨਾਂ ਦੇ ਕਹੇ ਤੋਂ ਰੋਕੀ ਗਈ ਜਾਂ ਐਸਪੀਜੀ ਕਮਾਂਡੋ ਦੇ ਕਹੇ ਤੋਂ ਰੋਕੀ ਗਈ ਸੀ ਉੱਥੇ? ਪ੍ਰਧਾਨ ਮੰਤਰੀ ਦੀ ਗੱਡੀ ਜਿਹੜੀ ਰੋਕੀ ਗਈ ਸੀ ਉੱਥੇ 18 19 20 ਮਿੰਟ ਰੋਕੀ ਗਈ ਹੈ ਮੂਵਮੈਂਟ ਲਈ, ਉਸ ਟਾਈਮ ਕਿਹਨੇ ਰਕਵਾਈ ਸੀਗੀ ਜੀ ਗੱਡੀ? ਵੈਸੇ ਪਤਾ ਹੋਊਗਾ ਕ੍ਰਿਸ਼ਨ ਜੀ, ਜਦੋਂ ਪ੍ਰੋਟੋਕੋਲ ਲੱਗਦਾ ਹੈ ਪੀਐਮ ਸਾਹਿਬ ਦਾ ਜਾਂ ਕੋਈ ਵੀ ਵੀਵੀਆਈਪੀ ਪਰਸਨ ਹੈ ਤਾਂ ਉਹ ਸਾਰਾ ਪ੍ਰੋਟੋਕੋਲ ਪ੍ਰਸ਼ਾਸਨ ਕੋਲੇ ਚਲਾ ਜਾਂਦਾ ਹੈ। ਲੇਕਿਨ ਚਾਹੇ ਰਾਸ਼ਟਰਪਤੀ ਹੀ ਹੋਣ ਚਾਹੇ ਪ੍ਰਧਾਨ ਮੰਤਰੀ ਜੀ ਹੋਣ, ਉਹਨਾਂ ਦੀ ਗੱਡੀ 1 ਮਿੰਟ ਲਈ ਵੀ ਕਿਸੇ ਜਗ੍ਹਾ ਤੇ ਰੁਕ ਨਹੀਂ ਸਕਦੀ। ਈਵਨ ਕਿ ਜੇ ਡੰਗਰ ਵੀ ਆ ਜਾਣ ਨਾ, ਡੰਗਰ ਵੀ ਅਲਾਉਡ ਨਹੀਂ ਹੁੰਦੇ ਵੀ ਉਹ ਸੜਕ ਦੇ ਉੱਪਰੋਂ ਕ੍ਰਾਸ ਕਰਨ ਜਾਂ ਉਹਦੀ ਵੀ ਧਿਆਨ ਰੱਖਣਾ ਹੁੰਦਾ ਪ੍ਰਸ਼ਾਸਨ ਨੇ। ਤੇ ਇਹ ਤਾਂ 25-30 ਮਿੰਟ ਦੀ ਗੱਲ ਕਰ ਰਹੇ ਹਾਂ ਆਪਾਂ। ਸਰਕਾਰ ਵੱਲੋਂ ਐਸਐਸਪੀ ਨੂੰ ਸਸਪੈਂਡ ਕਰਨ ਨੂੰ ਕਿਹਾ ਸਾਹਮਣੇ ਆਈ ਹੈ, ਕਿਸਾਨ ਨੇ ਜਿਹੜੇ ਲਗਾਤਾਰ ਕਾਲ ਦੇ ਰਹੇ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ ਕਿਉਂਕਿ 750 ਕਿਸਾਨਾਂ ਦੀਆਂ ਜਿਹੜੀਆਂ ਉੱਥੋਂ ਡੈੱਡ ਬੋਡੀਆਂ ਆਈਆਂ ਨੇ ਕਿਉਂਕਿ ਝੰਡਿਆਂ ਦੇ ਵਿੱਚ ਲਿਪਟ ਕੇ। ਪਰ ਇਹ ਰੈਲੀ ਕਿਉਂ ਰੱਖੀ ਗਈ ਫਿਰੋਜ਼ਪੁਰ, ਮਤਲਬ ਕਿ ਉੱਥੇ ਜਾ ਕੇ ਬਿਲਕੁਲ ਸੀਮਾ ਦੇ ਕੋਲੇ ਜਾ ਕੇ? ਦੇਖੋ ਜੀ, ਇਹ ਇੱਕ ਡੈਮੋਕ੍ਰੇਸੀ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਭਾਰਤੀ ਜਨਤਾ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ। ਅਸੀਂ ਨੇ ਇਲੈਕਸ਼ਨ ਵੀ ਮੂਹਰੇ ਲੜਨੀ ਹੈ, ਪੂਰੇ ਸੂਬੇ ਦੇ ਵਿੱਚ ਵੀ ਲੜਨੀ ਹੈ, ਪਹਿਲੇ ਦੇਸ਼ ਦੇ ਵਿੱਚ ਵੀ ਲੜਦੇ ਹਾਂ। ਅਸੀਂ ਆਪਣੀ ਰੈਲੀ ਜਾਂ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਕਿਸੇ ਜਗ੍ਹਾ ਤੇ ਰੱਖਦੇ ਹਾਂ, ਉਹ ਅਸੀਂ ਆਪਣੀ ਪਾਰਟੀ ਦੀ ਯੋਜਨਾ ਮੁਤਾਬਕ ਹੀ ਰੱਖਦੇ ਹਾਂ। ਲੇਕਿਨ ਜਿਹੜਾ ਕਿਸੇ ਨੇ ਪ੍ਰੋਟੈਸਟ ਕਰਨਾ ਹੈ, ਤੁਹਾਨੂੰ ਪਤਾ ਹੈ ਵੀ ਮੇਰਾ ਖਿਆਲ ਹੈ ਵੀ ਇਸ ਤੋਂ ਚੰਗਾ ਪ੍ਰਧਾਨ ਮੰਤਰੀ ਦੇਸ਼ ਨੂੰ ਕਿੱਥੋਂ ਮਿਲੂਗਾ। ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ, ਔਰ ਜਿਵੇਂ ਵੀ ਉਹਨਾਂ ਨੇ ਕਿਹਾ ਵੀ ਬਿੱਲ ਵਾਪਸ ਹੋਣੇ, ਬਿੱਲ ਵਾਪਸ ਹੋਏ। ਇਹਦੇ 'ਚ ਮੈਂ ਥੋੜਾ ਜਿਹਾ ਦੋਸ਼ ਕਿਸਾਨਾਂ ਦਾ ਘੱਟ ਕਹਿ ਰਿਹਾ। ਇਹ ਸਿਰਫ ਔਰ ਸਿਰਫ ਜਿਹੜੀ ਕੌਨਸਪੀਰੈਂਸੀ ਹੈ ਕਾਂਗਰਸ ਸਰਕਾਰ ਦੀ ਹੈ ਔਰ ਇਹਨਾਂ ਦੀ ਨਲਾਇਕੀ ਹੈ ਕਾਂਗਰਸ ਦੀ। ਚੰਨੀ ਸਾਹਿਬ ਤਾਂ ਕਹਿੰਦੇ ਵੀ 1 ਕਿਲੋਮੀਟਰ ਦਾ ਜਿਹੜਾ ਏਰੀਆ ਸੀ ਬਿਲਕੁਲ ਸਾਫ਼ ਸੀਗਾ, ਪਰ ਜਿਹੜਾ ਅੰਦੋਲਨ ਹੈ ਅੰਦੋਲਨਕਾਰੀਆਂ ਨੇ ਮੌਕੇ ਤੇ ਆ ਕੇ ਸਾਨੂੰ ਨਹੀਂ ਪਤਾ ਲੱਗਿਆ ਅੰਦੋਲਨਕਾਰੀ। ਤੁਸੀਂ ਸਿਆਣੇ ਹੋ, ਇਸ ਗੱਲ ਨੂੰ ਦੱਸੋ ਵੀ ਸਟੇਟ ਦਾ ਹੈੱਡ ਹੈ ਉਹ ਮੁੱਖ ਮੰਤਰੀ, ਜਿਹੜੀ ਗੱਲ ਥੋੜੇ ਜਿਹਾ ਪ੍ਰਦਰਸ਼ਨਕਾਰੀ ਤੁਸੀਂ ਤੁਹਾਡੇ ਧਿਆਨ 'ਚ ਹੋਊਗਾ ਭਵਾਨੀਗੜ੍ਹ ਦੇ ਵਿੱਚ ਰਾਹੁਲ ਗਾਂਧੀ ਦੀ ਫੇਰੀ ਹੋਈ ਸੀ। ਨਾ ਤਾਂ ਉਹ ਕੋਈ ਵੀਆਈਪੀ ਨੇ, ਨਾ ਹੀ ਕੋਈ ਉਹ ਪ੍ਰਾਈਮ ਮਿਨਿਸਟਰ ਨੇ, ਨਾ ਕਿਸੇ ਤਰ੍ਹਾਂ ਦਾ ਹੋਰ ਉਹਨਾਂ ਦਾ ਅਹੁਦਾ ਹੈ। ਲੇਕਿਨ ਸਾਡੀਆਂ ਸ਼ਹਿਰ ਦੀਆਂ ਗਲੀਆਂ ਬੰਦ ਕਰਤੀਆਂ ਸੀ ਔਰ ਪਿੰਡਾਂ ਦੇ ਵਿੱਚੋਂ ਵੀ ਮੂਵਮੈਂਟ ਬੰਦ ਹੋ ਗਈ ਸੀ। ਐਸਾ ਕੁਝ ਨਹੀਂ ਹੁੰਦਾ ਜਦੋਂ ਪ੍ਰਸ਼ਾਸਨ ਆਪਣੀ ਪੂਰੀ ਮੁਸਤੈਦੀ ਦੇ ਨਾਲ ਖੜਦਾ ਹੈ ਤਾਂ ਕੋਈ ਵੀ ਮਤਲਬ ਇਹ ਰੂਟ ਦੇ ਵਿੱਚ ਕੁਤਾਹੀ ਨਹੀਂ ਹੁੰਦੀ। ਪੂਰੇ ਦੇਸ਼ 'ਚ ਹੀ ਜਾ ਰਹੇ ਨੇ ਪ੍ਰਧਾਨ ਮੰਤਰੀ ਜੀ। ਛੱਤੀਸਗੜ੍ਹ ਵਿੱਚ ਜਾ ਕੇ ਆਏ ਨੇ, ਤੁਸੀਂ ਦੇਖਿਆ ਹੋਊਗਾ ਇੱਧਰ ਆਪਣਾ ਕਿਹੜਾ ਸੂਬਾ ਜਿੱਥੇ ਹੁਣ ਇਲੈਕਸ਼ਨਾਂ ਨਾਲ ਆਪਣੇ ਯੂਪੀ ਦੇ ਵਿੱਚ, ਮਤਲਬ ਹਰ ਜਗ੍ਹਾ ਤੇ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ। ਲੇਕਿਨ ਇਹ ਕੌਨਸਪੀਰੈਂਸੀ ਹੈ ਕਾਂਗਰਸ ਦੀ। ਜੇ ਕਿਸਾਨਾਂ ਦੀ ਚੱਲ ਰਹੀ ਮਤਲਬ ਸੀਗੀ ਕਿ ਉਹਦੀ ਜਾਨ ਨੂੰ ਬਿਲਕੁਲ ਉਹਦੇ ਕਰਕੇ ਕਹਿੰਦੇ ਇਹਨਾਂ ਨੇ ਕੋਈ ਦੇਖੋ, ਕਿਸੇ ਦੇ ਕਹਿਣ ਨਾਲ ਝੂਠ ਹੈ ਜਿਹੜਾ ਉਹ ਸੱਚ ਨਹੀਂ ਬਣ ਸਕਦਾ। ਮੈਂ ਉੱਥੇ 3 ਦਿਨ ਮੌਜੂਦ ਰਿਹਾ ਔਰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ। ਜਿੰਨੀ ਵੀ ਉੱਥੇ ਸੰਖਿਆ ਸੀਗੀ, ਜਿੰਨੇ ਪੰਡਾਲ 'ਚ ਲੋਕ ਸੀ, ਉਨੇ ਬੱਸਾਂ 'ਚ ਬੈਠੇ ਸੀ ਔਰ ਇੰਨਾ ਉਤਸ਼ਾਹ ਸੀ ਪੰਜਾਬ ਦੇ ਵਿੱਚ। ਇਸ ਵਾਰ ਕੋਈ ਇਹ ਨਹੀਂ ਸੀਗਾ ਕਿਉਂਕਿ ਹਜੇ ਪਾਰਟੀ ਲੈਵਲ ਪਹਿਲਾਂ ਸੀ, ਮਤਲਬ ਇੱਕ ਸਾਡੀ ਤਾਂ ਇੱਕ ਇੰਡੀਪੈਂਡੈਂਟ ਇਲੈਕਸ਼ਨ ਪਹਿਲੀ ਹੈ ਵੀ ਲੋਕਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਕਰੰਟ ਹੈ। ਭਾਰਤੀ ਜਨਤਾ ਪਾਰਟੀ ਨੇ ਬੱਸਾਂ ਦੇ ਵਿੱਚ ਜਾ ਕੇ ਉੱਥੇ ਤੁਸੀਂ 70,000 ਦੀ ਗੱਲ ਕਰਦੇ ਹੋ, ਲੱਖਾਂ ਦੇ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਹੋਏ ਸੀ। ਔਰ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਹੈ 10,000 ਪੁਲਿਸ ਵਾਲਾ ਜਿਹੜਾ ਇਹਨਾਂ ਨੇ ਉੱਥੇ ਕਰਮਚਾਰੀ ਲਾਇਆ ਸੀ, ਉਹ ਸਿਰਫ ਔਰ ਸਿਰਫ ਇਸ ਮਨਸਾ ਨਾਲ ਸੀ ਵੀ ਇਹਨਾਂ ਦੇ ਲੋਕ ਉੱਥੇ ਤੱਕ ਨਾ ਪਹੁੰਚ ਸਕਣ। ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ, ਸਾਡੀ ਸਾਰੀ ਟੀਮ ਔਰ ਜਿਹੜੇ ਮੈਂ ਕਹਿੰਦਾ ਵੀ ਲੋਕ ਉੱਥੇ ਰੈਲੀ ਦੇ ਵਿੱਚ ਪਹੁੰਚੇ ਨੇ, ਅਸੀਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਵੀ ਸਾਡੇ ਉੱਥੇ ਸਾਰੇ ਮਤਲਬ ਪੂਰੇ ਇੰਤਜ਼ਾਮ ਸੀ। ਸਿਰਫ ਔਰ ਸਿਰਫ ਇਹਨਾਂ ਦੀ ਕੁਤਾਹੀ ਸੀ ਜਿਹੜੀ ਰੂਟ ਦੀ ਜਾਂ ਸੁਰੱਖਿਆ ਕਰਨੀ। ਦੂਜੇ ਪਾਸੇ ਕਿਸਾਨਾਂ ਦਾ ਜਿਹੜਾ ਰੋਸ ਹੈ ਵੀ ਜਿਹੜੇ 3 ਕਾਲੇ ਕਾਨੂੰਨ ਮਾਫ ਹੋਏ ਨੇ ਉਹ 'ਚ ਐਮਐਸਪੀ ਦਾ ਅਜੇ ਤੱਕ ਕੋਈ ਲਿਖਤੀ ਤੌਰ ਤੇ ਨਹੀਂ ਦਿੱਤਾ ਗਿਆ, ਤੇ ਦੂਜੀ ਜਿਹੜੇ ਲਖੀਮਪੁਰ ਦੇ ਮੰਤਰੀ ਦਾ ਅਸਤੀਫਾ ਨਹੀਂ ਹਜੇ ਆਇਆ, ਇਸ ਕਰਕੇ ਕਿਸਾਨਾਂ ਦੇ ਵਿੱਚ ਰੋਸ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਤੁਹਾਨੂੰ 2 ਗੱਲਾਂ ਇਹ ਦੱਸ ਰਿਹਾ। ਜਦੋਂ ਆਪਣੀ ਮੇਨ ਲੜਾਈ ਸੀ ਜਿਹੜੀ 3 ਬਿੱਲ ਪਾਸ ਹੋਏ, ਐਮਐਸਪੀ ਵਾਸਤੇ ਕਮੇਟੀ ਬਣ ਗਈ, ਉਹਦੇ ਵਿੱਚ 5 ਬੰਦੇ ਕਮੇਟੀ ਅਜੇ ਤੱਕ ਨਾਂ ਹੀ ਨਹੀਂ ਅਨਾਉਂਸ ਹੋਏ, ਕਿੱਥੋਂ ਬਣ ਗਈ ਕਮੇਟੀ? ਦੱਸੋ ਕਿਹੜੇ ਨਾਮ? ਕਮੇਟੀ ਜਿਹੜੀ ਇਹਨਾਂ ਨੇ ਕੇਂਦਰ ਸਰਕਾਰ ਨੇ ਇਹਨਾਂ ਤੋਂ 5 ਨਾਮ ਮੰਗੇ ਸੀ, ਉਹ ਨਾਮ ਪਾਏ ਨੇ ਉਹਦੇ ਵਿੱਚ ਔਰ ਉਸ ਦੇ ਉੱਤੇ ਵਰਕਿੰਗ ਵੀ ਸ਼ੁਰੂ ਹੋਈ ਹੈ। ਇਹ ਤੁਹਾਡੇ ਲਈ ਪੂਰੀ ਜਾਣਕਾਰੀ ਨਹੀਂ ਹੋਣੀ। ਕਮੇਟੀ ਐਮਐਸਪੀ ਦੀ ਜਿਹੜੀ ਕਮੇਟੀ ਬਣੀ ਹੈ ਉਹ ਸੈਂਟਰ ਦੀ ਕਮੇਟੀ ਬਣੀ ਹੋਈ ਹੈ ਔਰ ਉਸ ਤੇ ਵਰਕਿੰਗ ਵੀ ਸ਼ੁਰੂ ਹੋਈ ਹੈ। ਨੰਬਰ 2 ਤੇ ਕਿਸੇ ਤਰ੍ਹਾਂ ਦਾ ਵੀ ਮੈਂ ਕਹਿੰਦਾ ਮੇਰੀ ਵੀ ਅੱਜ ਕੋਈ ਮੰਗਾ ਹੋ ਸਕਦੀ ਨੇ ਸਰਕਾਰ ਤੋਂ। ਇਹਦਾ ਕੋਈ ਇਹ ਤਰੀਕਾ ਤਾਂ ਨਹੀਂ ਹੈ ਵੀ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਅਸੀਂ ਉਹਨਾਂ ਦੀ ਮਤਲਬ ਸੁਰੱਖਿਆ ਦੇ ਵਿੱਚ ਵੀ ਆਪਾਂ ਉਹ ਕਰੀਏ, ਪਤਾਈ ਕਰੀਏ। ਪ੍ਰਧਾਨ ਮੰਤਰੀ ਇੰਟੈਲੀਜੈਂਸ ਫੇਲੀਅਰ, ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਵੈਦਰ ਇਸ ਦਿਨ ਇਹ ਤਾਂ ਹੁਣ ਲਗਾਤਾਰ ਅੱਜ ਵੀ ਮੌਸਮ ਖਰਾਬ ਹੈ, ਕੱਲ ਵੀ ਮੌਸਮ ਖਰਾਬ ਹੈ। ਇਹ ਤਾਂ ਦੇਖੋ ਇੱਕ ਇਲੈਕਸ਼ਨ ਦਾ ਮੋੜ ਹੈ, ਅਸੀਂ ਨੇ ਰੈਲੀਆਂ ਆਪਣੀਆਂ ਕਰਨੀਆਂ ਨੇ, ਮੂਹਰੇ ਵੀ ਹੋ ਸਕਦੀ ਹੈ ਇਹ ਗੱਲ। ਬਟ ਜਦੋਂ ਉਹਦੇ 'ਚ ਕੋਈ ਇਹ ਤਾਂ ਹੈ ਨਹੀਂ ਵੀ ਅਸੀਂ ਬਾਏ ਏਅਰ ਹੀ ਸਾਰੀਆਂ ਰੈਲੀਆਂ ਕਰਨੀਆਂ ਨੇ, ਬਾਏ ਰੋਡ ਵੀ। ਔਰ ਦੂਸਰੀ ਫਿਰ ਪੰਜਾਬ ਸੂਬੇ ਦੇ ਲਈ ਤਰੱਕੀ ਦੇ ਲਈ ਉਹ ਆਪਦਾ ਪਲਾਨ ਵੀ ਕਰ ਰਹੇ ਸੀ ਤੇ ਉਹਦੇ ਵਿੱਚ ਕਾਂਗਰਸ ਨੂੰ ਇਸ ਤਰ੍ਹਾਂ ਦੀ ਕੁਤਾਹੀ ਕਰਨ ਦੀ ਲੋੜ ਨਹੀਂ ਸੀ ਨਾ। ਸਰ ਜੇ ਗੱਲ ਕਰਦੇ ਹੋ ਤੁਸੀਂ, ਜੇ ਅਗਰ ਕਿਸਾਨਾਂ ਨਾਲ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਪੰਜਾਬ ਦੇ ਜਾਂ ਸਟੇਟ ਦੇ ਰਹਿਣ ਵਾਲੇ ਲੋਕ ਨੇ, ਉਹਨਾਂ ਨਾਲ 5 ਮਿੰਟ ਲਈ ਗੱਲ ਵੀ ਤਾਂ ਕਰ ਸਕਦੇ ਸੀ, ਉਹਨਾਂ ਨੂੰ ਪੁੱਛ ਵੀ ਸਕਦੇ ਵੀ ਕੀ ਤਕਲੀਫ ਹੈ, ਕੀ ਗੱਲ ਹੈ, ਵੀ ਕਿਉਂ ਮੈਨੂੰ ਰਸਤਾ ਰੋਕਿਆ, ਉਹਨਾਂ ਲਈ ਕਿਉਂ ਨਹੀਂ ਜਾ ਸਕੇ ਕਿ ਏਡੀ ਗੱਲ? ਮੈਂ ਤੁਹਾਨੂੰ ਪਹਿਲਾਂ ਫੇਰ ਕਿਹਾ ਤੁਹਾਡੇ ਕੋਲੇ ਸ਼ਾਇਦ ਇਸ ਚੀਜ਼ ਦੀ ਜਾਣਕਾਰੀ ਨਹੀਂ। ਜਦੋਂ 20 ਰੂਟ ਲੱਗਦਾ ਹੈ ਉੱਥੇ ਤਾਂ ਜਿਵੇਂ ਕਹਿੰਦੇ ਨੇ ਆਪਾਂ ਇੱਕ ਸ਼ਬਦ ਹੈ ਵੀ ਪਰਿੰਦਾ ਵੀ ਪਰ ਨਹੀਂ ਮਾਰਨ ਆਉਂਦਾ, ਇੱਕ ਪ੍ਰੋਟੋਕੋਲ ਹੁੰਦਾ ਸਿਕਿਉਰਿਟੀ ਦਾ। ਔਰ ਜਦੋਂ ਇਹਦੇ ਲਈ ਇੱਕ ਟਾਈਮ ਤੈਅ ਹੋਊਗਾ
ਪੀਐਮ ਨੂੰ ਮਿਲਣ ਦੇ ਲਈ ਕੋਈ ਕਿਸੇ ਤੇ ਥੋੜੀ ਵੀ ਰੋਕ ਹੈ। ਇਹ ਆਪਦਾ ਡੈਲੀਗੇਸ਼ਨ ਲੈ ਕੇ ਜਾਣ, ਸਮਾਂ ਲੈ ਕੇ ਜਿੱਥੇ ਮਰਜ਼ੀ ਆਪਣੀ ਗੱਲ ਕਰਨ। ਉਹ ਕਹਿ ਸਕਦੇ ਸੀ ਲੋਕਾਂ ਨੂੰ ਜੀ, ਇਹ ਚੀਜ਼ ਬਾਰੇ ਕਹਿ ਸਕਦੇ ਸੀ ਵੀ ਸਾਨੂੰ 5-4 ਇਹਨਾਂ ਨੂੰ ਸਾਰਾ ਹੀ ਪਤਾ ਹੈ ਜੀ, ਪਹਿਲਾਂ ਵੀ 32 ਦੇ 36 ਗੇਟ ਦੀ ਗੱਲਬਾਤ ਹੋਈ ਹੈ। ਸਭ ਪਾਰਟੀ ਦੀ ਪਲੈਨਿੰਗ ਕੀ ਹੈ? ਸਾਡੀ ਪਾਰਟੀ ਦਾ ਮਸਲਾ ਨਹੀਂ, ਪੰਜਾਬ ਦੀ ਸਟੇਟ ਦਾ ਮਸਲਾ ਹੈ। ਇਹ ਤਾਂ ਸੂਬੇ ਦੇ ਲੋਕ ਹੀ ਮੰਗ ਰਹੇ ਨੇ ਵੀ ਇਹ ਨਕੰਮੀ ਸਰਕਾਰ ਹੈ, ਹਟਣੀ ਚਾਹੀਦੀ ਹੈ। ਕਿ ਸੂਬਾ ਹੁਣ ਰਾਸ਼ਟਰਪਤੀ ਰਾਜਵਰ ਜਿਹੜੇ ਲੋਕਾਂ ਦੀ ਦੇਖੋ ਰਾਏ ਹੈ, ਮੇਰੇ ਖਿਆਲ ਹੈ ਪਬਲਿਕ ਦੀ ਡਿਮਾਂਡ ਵੀ ਐਸੀ ਹੈ, ਕੁਛ ਆ ਰਹੀ ਹੈ। ਜਿਵੇਂ ਪੰਜਾਬ ਦੇ ਲੋਕ ਚਾਹਣਗੇ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਪੰਜਾਬ ਦੇ ਲੋਕ ਮੈਨੂੰ ਲੱਗਦਾ ਵੀ ਨਹੀਂ ਤੁਹਾਡੀ ਡਿਮਾਂਡ ਕੀ ਹੈ ਪਾਰਟੀ ਵੱਲੋਂ? ਸਾਡੀ ਤਾਂ ਡਿਮਾਂਡ ਇਹ ਹੈ ਵੀ ਇਹ ਨਕੰਮੀ ਸਰਕਾਰ ਹੈ, ਜਾਣੀ ਚਾਹੀਦੀ ਹੈ। ਵੀ ਰਾਸ਼ਟਰਪਤੀ ਰਾਜ ਲੱਗਣੀ ਚਾਹੀਦੀ। ਹਾਂ, ਕੁਝ ਵੀ ਇਹਦਾ ਅਲਟਰਨੇਟ ਨਿਕਲੇ, ਪਰ ਇਹ ਸਰਕਾਰ ਜਾਣੀ ਚਾਹੀਦੀ ਹੈ। ਇਹਦਾ ਸੀਐਮ ਸਾਹਿਬ ਦਾ ਇੱਕ ਬਹੁਤ ਵੱਡਾ, ਇਹ ਕਹਾਂਗੇ ਵੀ ਸਿਕਿਉਰਿਟੀ ਦੇ ਵਿੱਚ ਜਿਹੜੀ ਚੂਕ ਕੀਤੀ ਇਹਨਾਂ ਨੇ, ਬਹੁਤ ਘਟੀਆ। ਉਹਨਾਂ ਲਵੇ ਕਹਿਣ ਲਈ ਹੋਰ ਕੁਝ ਹੈ ਨਹੀਂ ਨਾ, ਕਿਉਂਕਿ ਉੱਥੇ 2 ਪ੍ਰੋਗਰਾਮ ਹੋਰ ਸੀ ਜਿੱਥੇ ਚੰਨੀ ਸਾਹਿਬ ਵੀ ਹੋ ਸੀ। ਮੇਰੇ ਲਵੇ ਉਹ ਸ਼ਾਇਦ ਮੈਂ ਕਾਰਡ ਲੈ ਕੇ ਨਹੀਂ ਆਇਆ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਬੁਲਾਏ ਹੋਏ ਸੀ, ਚੰਨੀ ਵੀ ਸੀਗੇ, ਔਰ ਦੂਸਰਾ ਜਿਹੜੇ ਮੁੱਖ ਮੰਤਰੀ ਹੈ ਪੰਜਾਬ ਦੇ ਕਾਂਗਰਸ ਦੇ, ਔਰ ਇਹ ਸਾਰੇ ਲੋਕ ਉੱਥੇ ਬੁਲਾਏ ਹੋਏ ਸੀ। ਇਹ ਉਸ ਪ੍ਰੋਗਰਾਮ 'ਚ ਵੀ ਨਹੀਂ ਪਹੁੰਚੇ, ਸਰਕਾਰੀ ਪ੍ਰੋਗਰਾਮ ਵੀ ਸੀ ਉੱਥੇ। ਤੁਸੀਂ ਮੈਂ ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਮੈਂ ਇਹ ਕਹਿ ਰਿਹਾ ਵੀ ਸਰਕਾਰ ਦੀ ਮਨਸਾ ਪੁੱਛੋ ਨਾ ਵੀ ਕਾਂਗਰਸ ਦੀ ਕੀ ਹੈ, ਵੀ ਉਹ ਭਾਰਤੀ ਜਨਤਾ ਪਾਰਟੀ ਜੋ ਅਪੇਕਸ਼ਾ ਸਾਡੀ ਲੋਕਾਂ ਦੀ ਸਰਕਾਰ ਤੋਂ, ਸੈਂਟਰ ਦੀ ਸਰਕਾਰ ਤੋਂ, ਔਰ ਪੰਜਾਬ ਦੇ ਸੂਬੇ ਨੂੰ ਇਹੀ ਤੇ ਗੱਲ ਮੈਂ ਕਹਿ ਰਿਹਾ ਵੀ ਪੰਜਾਬ ਦੇ ਸੂਬੇ ਦੇ ਲਈ ਇੱਕ ਬਹੁਤ ਵੱਡਾ ਧੱਕਾ ਕਾਂਗਰਸ ਨੇ ਮਾਰਿਆ। ਇਹ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਜੀ ਦਾ ਅਗਲਾ ਪ੍ਰੋਗਰਾਮ ਕਦੇ ਵੀ ਤੈਅ ਹੋ ਸਕਦਾ ਹੈ। ਇਹਦੇ ਬਾਰੇ ਜਦੋਂ ਵੀ ਕੋਈ ਸਟੇਟ ਦੇ ਵਿੱਚੋਂ ਜਾਂ ਵਰਚੁਅਲੀ ਵੀ ਹੋ ਸਕਦਾ ਹੈ। ਨਹੀਂ ਦੇਖੋ ਇਹ ਫਿਊਚਰ ਕੀ ਹੋ ਸਕਦਾ ਹੈ। ਫਿਲਹਾਲ ਤਾਂ ਜਿਹੜੇ ਹਾਲਾਤ ਨੇ, ਹੁਣ ਤੁਸੀਂ ਇਹ ਲਾਓ ਵੀ ਇਹਨਾਂ ਨੇ ਇੱਕ ਵਾਰ ਸੂਬੇ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕਰਤਾ। ਅੱਜ ਕੌਣ ਆ ਇਹੋ ਜਿਹਾ ਬੰਦਾ ਜਿਹੜਾ ਇੱਥੇ ਇਨਵੈਸਟਮੈਂਟ ਕਰਨ ਵਾਸਤੇ ਆਵੇਗਾ? ਤੁਸੀਂ ਇਹਨਾਂ ਗੱਲਾਂ ਦੀ ਵਜ੍ਹਾ ਆਪਾਂ ਇਸ ਗੱਲ ਬਾਰੇ ਜਾਈਏ ਕਿ ਸੂਬੇ ਦੀ ਤਰੱਕੀ ਜੇ ਹੁੰਦੀ ਹੈ ਕਿਸੇ ਇੰਡਸਟਰੀਆਂ ਦੇ ਨਾਲ ਹੁੰਦੀ ਹੈ। ਕੀ ਤੁਸੀਂ ਸੋਚ ਸਕਦੇ ਹੋ ਅੱਜ ਪੂਰੇ ਵਰਲਡ ਦੇ ਵਿੱਚ ਇਹ ਮੈਸੇਜ ਗਿਆ ਹੈ ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਏਡੀ ਨਕੰਮੀ ਹੈ ਵੀ ਜਿੱਥੇ ਇੱਕ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤੇ ਉੱਥੇ ਕੀ ਇਨਵੈਸਟਮੈਂਟ ਜਾਊਗੀ? ਜੀਵਨ ਦੀ ਤੁਹਾਡੀ ਜਿਹੜੀ ਗੱਲ ਉਹ ਤਾਂ ਆਪਣੀ ਗੱਲ ਪਹਿਲਾਂ ਇਹੀ ਕਹੀ ਹੈ ਨਾ ਤੁਹਾਨੂੰ ਵੀ ਉਹ ਤਾਂ ਖਤਮ ਹੋ ਗਿਆ ਮੁੱਦਾ। ਇੱਕ ਜਦੋਂ ਜਿਹੇ ਉਹ ਬਿੱਲ ਜੀਵਨ ਦੀ ਮੁੱਦਾ ਅਜੇ ਖਤਮ ਨਹੀਂ ਹੋਇਆ। ਕਿਸਾਨਾਂ ਦੇ ਸਵਾਲ ਅਜੇ ਪੂਰੇ ਜਿਹੜੇ ਫੈਸਲਿਆਂ ਦਾ ਕੋਈ ਕਾਪੀ ਨਹੀਂ ਮਿਲੇਗੀ ਕਿਸਾਨਾਂ ਨੂੰ। ਦੇਖੋ ਤੁਹਾਡੇ ਲਈ ਪਤਾ ਨਹੀਂ ਮੈਨੂੰ ਲੱਗਦਾ ਕੀ ਜਾਣਕਾਰੀ ਹੈ, ਪਰ ਜੇ ਉਹ ਸਾਰੇ ਉੱਥੋਂ ਉੱਠ ਕੇ ਆਏ ਨੇ, ਸਾਰੇ ਕਿਸਾਨ ਲੀਡਰ ਆਗੂ ਸਿਆਣੇ ਨੇ, ਉਹਨਾਂ ਲਈ ਸਾਰੀ ਚੀਜ਼ ਹੋਈ ਹੈ, ਤਾਂ ਹੀ ਇਹ ਧਰਨਾ ਖਤਮ ਕੀਤਾ ਉਹਨਾਂ ਨੇ। ਔਰ ਦੂਸਰੀ ਗੱਲ ਇਹ ਰਹੀ ਵੀ ਜੇ ਸਾਡਾ ਸਰਕਾਰ ਪ੍ਰਤੀ ਸਾਡੀ ਬਿਲਕੁਲ ਅਸੀਂ ਮੰਗਦੇ ਹਾਂ, ਤੁਸੀਂ ਵੀ ਮੰਗਦੇ ਹੋ, ਕੋਈ ਵੀ ਸਮਾਜ ਹੈ, ਸਾਡਾ ਰਾਈਟ ਵੀ ਬਣਦਾ ਉਹਨਾਂ ਤੋਂ ਮੰਗਣਾ, ਪਰ ਇਹ ਤਰੀਕਾ ਠੀਕ ਨਹੀਂ ਨਾ ਵੀ ਸਰਕਾਰ ਉਹ 'ਚ ਇਨਵੋਲਵ ਹੋ ਕੇ ਇਸ ਤਰੀਕੇ ਦੀ ਕੁਤਾਹੀ ਕਰੇ। ਦੇਸ਼ ਦੇ ਪ੍ਰਧਾਨ ਮੰਤਰੀ ਕੱਲ ਕੋਈ ਵੀ ਵੱਡੀ ਘਟਨਾ ਹੋ ਸਕਦੀ ਸੀ, ਉਹਦੇ ਲਈ ਕੌਣ ਜ਼ਿੰਮੇਵਾਰ ਹੁੰਦਾ? ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ 700 ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਲਈ ਇੱਕ ਵਾਰ ਵੀ ਸ਼ਹੀਦੀ ਦੀ ਸ਼ਰਧਾਂਜਲੀ ਦੀ ਵੀ ਇੱਕ ਵਾਰ ਵੀ 2 ਸ਼ਬਦ ਨਹੀਂ ਨਿਕਲੇ। ਉਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਜਿਹੜੀ ਵੀ ਕੋਈ ਇਸ ਤਰੀਕੇ ਦੀ ਗੱਲਬਾਤ ਆਈ ਹੈ, ਪਹਿਲਾਂ ਵੀ ਮੀਡੀਆ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ। ਪ੍ਰਧਾਨ ਮੰਤਰੀ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਮਾਫੀ ਵੀ ਮੰਗੀ ਔਰ ਕਿਹਾ ਵੀ ਹੈ ਵੀ ਜਿਹੜੇ ਇਹ ਬਿੱਲ ਸੀਗੇ, ਠੀਕ ਹੈ ਵੀ ਅਸੀਂ ਸਮਝਾ ਨਹੀਂ ਪਾਏ ਲੋਕਾਂ ਨੂੰ, ਉਹਨੂੰ ਹੁਣ ਤੁਸੀਂ ਪਤਾ ਨਹੀਂ ਵੀ ਆਪਾਂ ਕੀ ਚਾਹੁੰਦੇ ਹਾਂ, ਹੋਰ ਕਿਸ ਤਰੀਕੇ ਦੇ ਨਾਲ ਉਹਨੂੰ ਇੰਪਲੀਮੈਂਟ ਕਰਾਉਣਾ ਚਾਹੁੰਦੇ ਹਾਂ। ਗੱਲ चैनल को सब्सक्राइब करना ना भूलें। ਪ੍ਰਤੀ ਸਾਡੀ ਮੈਨੀਫੈਸਟੋ ਹੈ, ਜਿਹਦੇ ਵਿੱਚ ਟਰੱਕ ਟਰਾਂਸਪੋਰਟਰ ਵੀ ਆਉਂਦੇ ਆ, ਛੋਟੀ ਰੇਹੜੀਆਂ ਵਾਲੇ ਵੀ ਆਪਣੇ ਜਿਹੜੇ ਹੈਗੇ, ਛੋਟੇ ਟੈਂਪੂ ਵਾਲੇ ਵੀ ਆਉਂਦੇ ਆ, ਈ ਰਿਕਸ਼ਾ ਔਰ ਰਿਕਸ਼ਾ ਵਾਲੇ ਵੀ ਆਉਂਦੇ ਆ, ਸਕੂਟਰ ਵੀ ਵਾਲੇ ਆਉਂਦੇ ਸਾਰੇ ਜਿਹੜੇ ਹੈਗੇ ਆਪਣਾ 3 ਵੀਲਰ ਤੇ ਸਾਰੇ ਜਿਹੜੇ ਟਰਾਂਸਪੋਰਟਰ ਹੈ, ਜਿਹੜੇ ਕਮਰਸ਼ੀਅਲ ਟਰਾਂਸਪੋਰਟ ਜਾਂ ਕੋਈ ਕਿਰਾਏ ਤੇ ਲੈ ਕੇ ਜਾਂਦੇ, ਉਹਨਾਂ ਦੀ ਇੱਕ ਪਾਲਿਸੀ ਅਸੀਂ ਬਣਾ ਰਹੇ ਹਾਂ ਜਿਹੜੀ ਅਸੀਂ ਆਉਣ ਵਾਲੀ ਸਰਕਾਰ 'ਚ ਅਸੀਂ ਲਾਗੂ ਕਰਾਂਗੇ। ਇੱਕ ਤਾਂ ਸਭ ਤੋਂ ਪਹਿਲੇ ਇੱਕ ਟਰਾਂਸਪੋਰਟਰਸ ਦਾ ਵੈਲਫੇਅਰ ਬੋਰਡ ਬਣਾਇਆ ਜਾਊਗਾ, ਜਿਹਦੇ ਵਿੱਚ ਅਸੀਂ 25 ਕਰੋੜ ਰੁਪਏ ਦਾ ਕਾਰਪਸ ਰੱਖਾਂਗੇ। ਉੱਥੇ ਟਰਾਂਸਪੋਰਟਰਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈ, ਜਿਹੜੇ ਉਹਨਾਂ ਦੇ ਬੰਦੇ ਹੈ, ਉਸ ਬੋਰਡ ਦੇ ਮੈਂਬਰ ਹੋਣਗੇ। ਜਿਵੇਂ 3 ਵੀਲਰ ਵਾਲਿਆਂ ਦੇ ਕੋਈ ਜਿਹੜਾ ਰਿਪਰੈਜ਼ੈਂਟੇਟਿਵ ਹੋਊਗਾ ਉਹਦਾ ਵੀ ਮੈਂਬਰ ਹੋਊਗਾ ਉਹਦੇ 'ਚ, ਛੋਟੇ ਟੈਂਪੂਆਂ ਦਾ ਵੀ ਹੋਊਗਾ, ਵੱਡੇ ਟਰੱਕਾਂ ਦਾ ਵੀ ਹੋਊਗਾ, ਛੋਟੇ ਮੀਡੀਅਮ ਸਾਈਜ਼ ਟਰੱਕ ਯੂਨੀਅਨ ਦੇ ਹੋਊਗਾ। ਸੋ ਉਹਨਾਂ ਸਾਰਿਆਂ ਦਾ ਇੱਕ ਬੋਰਡ ਬਣੂਗਾ ਜਿਹੜਾ ਪੰਜਾਬ ਸਰਕਾਰ ਥੱਲੇ ਜਿਹੜਾ ਵੈਲਫੇਅਰ ਬੋਰਡ ਹੋਊਗਾ। ਕਿਉਂਕਿ ਮੈਂ ਦੇਖਿਆ ਕਿ ਟਰਾਂਸਪੋਰਟਰ ਹੈ ਜੀ ਹੈ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ, ਸਾਰੇ ਲੋਕ ਟਰਾਂਸਪੋਰਟਰਾਂ ਦੇ ਮਗਰ ਹੀ ਲੱਗੇ ਰਹਿੰਦੇ ਆ ਜੇ, ਭਾਵੇਂ ਐਡਮਿਨਿਸਟ੍ਰੇਸ਼ਨ ਹੋਏ। ਤੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਕ ਫੋਰਮ ਮਿਲੇ ਜਿੱਥੇ ਉਹ ਆਪਣੀ ਆਵਾਜ਼ ਰੱਖ ਸਕਣ ਤੇ ਸਰਕਾਰ ਤੋਂ
ਉਹ ਆਪਣਾ ਫੈਸਲੇ ਕਰਾ ਸਕਣ ਜਿਹੜੇ ਉਹਨਾਂ ਦੇ ਵੈਲਫੇਅਰ ਦੇ ਹੈ। ਸੋ ਟਰਾਂਸਪੋਰਟ ਵੈਲਫੇਅਰ ਬੋਰਡ ਜਿਹੜਾ ਅਸੀਂ ਪਹਿਲਾ ਅਨਾਉਂਸਮੈਂਟ ਮੇਰੀ ਹੈ ਕਿ ਅਸੀਂ ਕਰਨ ਲੱਗੇ ਹਾਂ। ਦੂਜੀ ਗੱਲ, ਟਰੱਕ ਯੂਨੀਅਨਸ ਇਹਨਾਂ ਨੇ ਖਤਮ ਕਰ ਦਿੱਤੀਆਂ। ਛੋਟੇ ਛੋਟੇ ਆਪਰੇਟਰ ਹੈ, ਕੋਈ ਇੱਕ ਟਰੱਕ ਹੈ, ਕਿਸੇ ਦੋ ਟਰੱਕ ਹੈ, ਵਿਚਾਰਿਆਂ ਦੀ ਸਾਰੀ ਜ਼ਿੰਦਗੀ ਉਹ ਉਸੇ ਦੀ ਡਿਪੈਂਡੈਂਟ ਹੈ। ਸ਼੍ਰੋਮਣੀ ਅਕਾਲੀ ਦਲ ਸਰਕਾਰ ਆਉਣ ਤੇ ਟਰੱਕ ਯੂਨੀਅਨ ਬਹਾਲ ਕੀਤੀ ਜਾਣਗੀਆਂ, ਪਰ ਹਰ ਐਸਡੀਐਮ ਥੱਲੇ ਇੱਕ ਕਮੇਟੀ ਬਣਾਈ ਜਾਊਗੀ ਜਿਹਦੇ ਵਿੱਚ ਟਰੱਕ ਯੂਨੀਅਨ ਦੇ ਰਿਪਰੈਜ਼ੈਂਟੇਟਿਵ ਤੇ ਵਪਾਰੀਆਂ ਦੇ ਰਿਪਰੈਜ਼ੈਂਟੇਟਿਵ ਹੋਣਗੇ। ਜੋ ਫੈਸਲੇ, ਜੋ ਰੇਟ ਪਰ ਕਿਲੋਮੀਟਰ ਸੈੱਟ ਹੋਣਗੇ, ਐਸਡੀਐਮ ਦੀ ਕਮੇਟੀ ਥੱਲੇ ਹੋਊਗਾ, ਸਾਰਾ ਹੋਊਗਾ ਟਰੱਕ ਯੂਨੀਅਨ ਦੀ ਜਿਹੜੇ ਰੇਟ ਹੋਣਗੇ। ਜਾਂ ਕੋਈ ਕਿ ਜੇ ਕਿਸੇ ਵਪਾਰੀ ਨੂੰ ਕੋਈ ਪ੍ਰੋਬਲਮ ਆ ਜੇ ਉਹ ਵੀ ਉਸ ਕਮੇਟੀ 'ਚ ਰੱਖੋ, ਐਸਡੀਐਮ ਦੀ ਕਮੇਟੀ ਥੱਲੇ ਰੱਖੂਗਾ। ਜਾਂ ਕੋਈ ਟਰੱਕ ਯੂਨੀਅਨ ਨੂੰ ਕੋਈ ਪ੍ਰੋਬਲਮ ਆ ਜੇ चैनल को सब्सक्राइब करना ना भूलें। चैनल को सब्सक्राइब करना ना भूलें। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ। ਸਾਡਾ ਸੀਐਮ ਭਗਵੰਤ ਮਾਨ ਤੇਰੀ ਸੋਚ ਤੇ ਮੇਰਾ ਦੇਾਂਗੇ ਠੋਕ ਕੇ, ਭਗਵੰਤ ਮਾਨ ਤੇਰੀ ਸੋਚ ਤੇ ਮੇਰਾ ਦੇਾਂਗੇ ਠੋਕ ਕੇ। ਸਾਡਾ ਸੀਐਮ ਭਗਵੰਤ ਮਾਨ ਜਿੰਦਾਬਾਦ, ਨਰਿੰਦਰ ਕੌਰ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ। ਤੁਹਾਡੇ ਵਰਗਾ ਖਿਲਾਣੇ ਦੱਸੋ, ਉਹ ਦੱਸੋ ਅੱਜ ਪੰਜਾਬੀਆਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਉਹ ਜਿਹੜੀ ਲੋਕ ਰਾਏ ਲੈ ਕੇ ਜਿਹੜਾ ਅੱਜ ਉਹ ਫੈਸਲਾ ਲਿਆ। ਸੋ ਪੰਜਾਬ ਦੀ ਸ਼ਾਨ ਬਾਈ ਭਗਵੰਤ ਮਾਨ ਨੂੰ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਬਣਾਇਆ। ਸੋ ਐਤਕੀ ਪਾਰਟੀ ਪਹਿਲੀ ਪਾਰਟੀ ਹੈ ਜਿਹੜੀ ਸੀਐਮ ਫੇਸ ਤੇ ਇਲੈਕਸ਼ਨ ਲੜੂਗੀ। ਦੂਜੀਆਂ ਪਾਰਟੀਆਂ ਅੱਜ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਤੇ ਅੱਜ ਉਹਨਾਂ ਨੂੰ ਲੋਕ ਸਵਾਲ ਕਰਨਗੇ। ਸੋ ਜਿਹੜਾ ਅੱਗੇ ਲੱਡੂ ਵੰਡੇ ਜਾ ਰਹੇ ਨੇ ਭਗਵਾਨ ਮਾਨ ਜੀ ਖੁਸ਼ੀ ਬਿਲਕੁਲ ਵੰਡੇ ਜਾਣਗੇ ਜੀ। ਸਾਡੇ ਸੰਗਰੂਰ ਤੋਂ ਨੇ, ਇੱਥੋਂ ਦੇ ਜੰਮਪਲ ਨੇ ਤੇ ਸਾਡੇ ਸੰਗਰੂਰ ਦੇ ਲਈ ਅੱਜ ਮਾਣ ਵਾਲੀ ਗੱਲ ਆ ਕਿ ਸੰਗਰੂਰ ਜ਼ਿਲ੍ਹੇ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਪਾਰਟੀ ਨੇ ਦਿੱਤਾ। ਅੱਜ ਪੰਜਾਬੀਆਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਉਹ ਜਿਹੜੀ ਲੋਕ ਰਾਏ ਲੈ ਕੇ ਜਿਹੜਾ ਅੱਜ ਉਹ ਫੈਸਲਾ ਲਿਆ। ਸੋ ਪੰਜਾਬ ਦੀ ਸ਼ਾਨ ਬਾਈ ਭਗਵੰਤ ਮਾਨ ਨੂੰ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਬਣਾਇਆ। ਸੋ ਐਤਕੀ ਪਾਰਟੀ ਪਹਿਲੀ ਪਾਰਟੀ ਹੈ ਜਿਹੜੀ ਸੀਐਮ ਫੇਸ ਤੇ ਇਲੈਕਸ਼ਨ ਲੜੂਗੀ। ਦੂਜੀਆਂ ਪਾਰਟੀਆਂ ਅੱਜ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਤੇ ਅੱਜ ਉਹਨਾਂ ਨੂੰ ਲੋਕ ਸਵਾਲ ਕਰਨਗੇ। ਸੋ ਜਿਹੜਾ ਅੱਗੇ ਲੱਡੂ ਵੰਡੇ ਜਾ ਰਹੇ ਨੇ ਭਗਵਾਨ ਮਾਨ ਜੀ ਖੁਸ਼ੀ ਬਿਲਕੁਲ ਵੰਡੇ ਜਾਣਗੇ ਜੀ। ਸਾਡੇ ਸੰਗਰੂਰ ਤੋਂ ਨੇ, ਇੱਥੋਂ ਦੇ ਜੰਮਪਲ ਨੇ ਤੇ ਸਾਡੇ ਸੰਗਰੂਰ ਦੇ ਲਈ ਅੱਜ ਮਾਣ ਵਾਲੀ ਗੱਲ ਆ ਕਿ ਸੰਗਰੂਰ ਜ਼ਿਲ੍ਹੇ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਪਾਰਟੀ ਨੇ ਦਿੱਤਾ। चैनल को सब्सक्राइब करना ना भूलें। चैनल को सब्सक्राइब करना ना भूलें। ਸੰਗਰੂਰ 19 ਜਨਵਰੀ ਅੱਜ ਜਿਵੇਂ ਗੁਜਰਾਤ ਵਿੱਚ ਮੋਦੀ ਮਾਡਲ ਕਾਮਯਾਬ ਰਿਹਾ, ਉਵੇਂ ਹੀ ਪੰਜਾਬ ਅੰਦਰ ਵੀ ਮੋਦੀ ਮਾਡਲ ਪੰਜਾਬ ਨੂੰ ਸਿਖਰਾਂ ਤੇ ਲੈ ਕੇ ਜਾਊ।
ਇਹ ਸ਼ਬਦ ਸੰਗਰੂਰ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਨੇ ਅੱਜ ਪੱਤਰਕਾਰਾਂ ਨਾਲ ਗੱਲ ਕਰਦੇ ਕਹੇ। ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਨੀ ਬਹੁਤ ਜ਼ਰੂਰੀ ਹੈ ਅਤੇ ਪੰਜਾਬ ਦੀ ਜਨਤਾ ਵੀ ਸੂਬੇ ਵਿੱਚ ਹੁਣ ਭਾਜਪਾ ਦੀ ਸਰਕਾਰ ਵੇਖਣੀ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਗੱਠਜੋੜ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ। ਲੱਲਾ ਜੀ ਕੋਲੇ हाँ जी, मैं तो विक्की साहब ਨੂੰ ਮਿਲਣ ਆਇਆ, ਉਹਨਾਂ ਦਾ ਆਸ਼ੀਰਵਾਦ ਲੈਣ ਆਇਆ। ਮੇਰਾ ਇਹ ਸਾਡੇ ਇਲਾਕੇ ਦੇ ਥੰਮ ਹੈ, ਸਾਡੀ ਪਾਰਟੀ ਦੇ ਥੰਮ ਹੈ ਤੇ ਮੈਂ ਪਾਰਟੀ ਵੱਲੋਂ ਇਹਨਾਂ ਦਾ ਆਸ਼ੀਰਵਾਦ ਲੈਣ ਆਇਆ ਔਰ ਇਹਨਾਂ ਨੂੰ ਇਹ ਰਿਕੁਐਸਟ ਕਰਨੀ ਹੈ ਕਿ ਆਪਾਂ ਬੀਜੇਪੀ ਨੂੰ, ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ, ਕੱਲੇ ਸੰਗਰੂਰ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਕਿ ਬੀਜੇਪੀ ਹਰ ਇੱਕ ਸੀਟ ਤੇ ਆਪਣੇ ਉਮੀਦਵਾਰ ਸਾਹਮਣੇ ਕਰ ਰਹੀ ਹੈ ਤੇ ਆਪਾਂ ਸਾਰੇ ਆਪਣੇ ਜੋ ਰਿਸ਼ਤੇਦਾਰ ਹੈ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਆ ਕੇ ਉਹਨਾਂ ਨਾਲ ਗੱਲ ਕਰਕੇ ਪਾਰਟੀ ਨੂੰ ਤਕੜਾ ਕਰੀਏ। ਨਰਿੰਦਰ ਮੋਦੀ ਜੀ ਦੀ ਜੋ ਸੋਚ ਹੈ ਉਹ ਪੰਜਾਬ ਦੇ ਵਿੱਚ ਜੋ ਨਰਿੰਦਰ ਮੋਦੀ ਜੀ ਮਾਡਲ ਹੈ, ਜੋ ਆਪਾਂ ਦੇਖਿਆ ਕਿ ਗੁਜਰਾਤ ਦੇ ਵਿੱਚ ਕਾਮਯਾਬ ਰਿਹਾ, ਇੰਡੀਆ ਦੇ ਵਿੱਚ ਕਾਮਯਾਬ ਰਿਹਾ, ਉਹ ਹੁਣ ਪੰਜਾਬ ਦੇ ਵਿੱਚ ਆਪਾਂ ਲਾ ਕੇ ਇਹਨੂੰ ਪੰਜਾਬ ਨੂੰ ਜੋ ਸਿਚੁਏਸ਼ਨ ਪੰਜਾਬ ਹੈ ਅੱਜ, ਤਕਲੀਫਾਂ ਜੋ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਉਹ ਮੋਦੀ ਸਾਹਿਬ ਦਾ ਮਾਡਲ ਆਏਗਾ ਤਾਂ ਪੰਜਾਬ ਨੂੰ ਬਚਾਈਏ ਆਪਾਂ, ਆਉਣ ਵਾਲੀ ਪੀੜ੍ਹੀ ਨੂੰ ਬਚਾਈਏ ਆਪਾਂ। ਪੰਜਾਬ ਦਾ ਨਾਂ ਸੁਣ ਕੇ ਵੀ ਆ ਰਹੇ ਖੰਨਾ ਸਾਹਿਬ ਸੰਗਰੂਰ ਦੇ ਵਿੱਚ ਤਾਂ ਸਾਰੇ ਲੋਕ ਮਤਲਬ ਜਿਹੜੇ ਬੜਾ ਖੁਸ਼ ਹੋਏ। ਖੰਨਾ ਸਾਹਿਬ ਬਹੁਤ ਟਾਈਮ ਬਾਅਦ ਆ ਰਹੇ ਨੇ, ਬਹੁਤ ਖੁਸ਼ੀ ਗੱਲ ਹੈ। ਮੈਨੂੰ ਵੀ ਬਹੁਤ ਖੁਸ਼ੀ ਲੱਗੀ। ਮੈਂ ਨਾ 7 ਸਾਲ ਪਹਿਲਾਂ ਸਿਆਸਤ ਤੋਂ ਅਸਤੀਫਾ ਦੇ ਦਿੱਤਾ ਸੀ, ਲੋਕਾਂ ਤੋਂ ਨਹੀਂ ਕੀਤਾ, ਲੋਕਾਂ ਨਾਲ ਪਿਆਰ ਰੱਖਿਆ, ਲੋਕਾਂ ਨਾਲ ਮਿਲਜੁਲ ਰੱਖਿਆ ਸੀ, ਪਰ ਮੈਂ ਇੰਨਾ ਨਿਰਾਸ਼ ਹੋ ਗਿਆ ਸੀ ਕਿ 2014 ਤੇ ਮੌਜੂਦਾ MLA ਮੈਂ ਸੀ, ਮੈਂ ਅਸਤੀਫਾ ਦੇ ਕੇ ਘਰੇ ਬਹਿ ਗਿਆ। ਜਦ ਮੈਂ ਅਸਤੀਫਾ ਦਿੱਤਾ ਸੀ ਮੈਨੂੰ ਮੌਜੂਦਾ ਸਰਕਾਰ ਕਹਿੰਦੀ ਵੀ ਸੀ ਕਿ ਤੂੰ ਨਹੀਂ ਤੂੰ ਬਾਈ ਇਲੈਕਸ਼ਨ ਜਿਮਨੀ ਚੋਣ ਲੜ ਲੈ, ਮੰਤਰੀ ਬਣ ਜਾ। ਮੈਨੂੰ ਕੋਈ ਲਾਲਚ ਨਹੀਂ ਸੀ, ਮੈਂ ਤੇ ਬਹੁਤ ਨਿਰਾਸ਼ ਹੋ ਕੇ ਮੈਂ ਘਰੇ ਬਹਿ ਗਿਆ ਸੀ। ਕੈਪਟਨ ਸਾਹਿਬ ਦੀ ਸਰਕਾਰ ਆਈ, ਤੁਸੀਂ ਜਾਣਦੇ ਹੋ ਮੇਰੀ ਨੇੜਤਾ ਕਿੰਨੀ ਹੈ ਕੈਪਟਨ ਸਾਹਿਬ ਨਾਲ, ਮੈਂ ਫਿਰ ਵੀ ਉੱਥੇ ਨਹੀਂ ਗਿਆ, ਨਾ ਮੈਂ ਕੋਈ ਉਹਨਾਂ ਤੋਂ ਕੋਈ ਅਹੁਦਾ ਮੰਗਿਆ, ਨਾ ਕੋਈ ਚੇਅਰਮੈਨੀ ਮੰਗੀ, ਮੈਂ ਤਾਂ ਸਿਆਸਤ ਤੋਂ ਦੂਰ ਰਹਿ ਗਿਆ ਸੀ। ਪਰ ਪਿਛਲੇ 7 ਸਾਲ ਹਿੰਦੁਸਤਾਨ ਵਿੱਚ ਕੰਮ ਕਰ ਰਿਹਾ ਮੈਂ, ਮੇਰੇ ਆਪਣੇ ਕਾਰੋਬਾਰ ਹੈਗੇ, ਮੈਂ ਆਪਣੇ ਬੇਟੇ ਦੇ ਮੈਂ ਆਪਣੇ ਬੇਟੇ ਦੀ ਮਦਦ ਕਰ ਰਿਹਾ। ਮੈਂ ਤਾਂ ਹੁਣ ਦਾਦਾ ਬਿਜ਼ਨਸ ਸਾਰਾ ਉਹਨਾਂ ਨੂੰ ਛੱਡਤਾ ਹੈ, ਸਾਰੀ ਆਪਣੀ ਪ੍ਰਾਪਰਟੀਜ਼ ਉਹਨਾਂ ਨੂੰ ਛੱਡਤੀ ਹੈ, ਮੈਂ ਬਹੁਤ ਸਮਾਂ ਆਪਣੇ ਸ਼ੌਕਾਂ ਦੇ ਵਿੱਚ ਲਗਾ ਰਿਹਾ। ਪਰ ਇੱਕ ਸ਼ੌਕ ਹੈਗਾ ਕਿ ਮੈਂ ਸਰਕਾਰ ਦੀ ਨੀਤੀਆਂ ਪੜ੍ਹਦਾ ਰਹਿੰਦਾ, ਸਰਕਾਰ ਦੇ ਬਾਰੇ ਜਾਣਕਾਰੀ ਲੈਂਦਾ ਰਹਿੰਦਾ, ਔਰ ਜੋ ਪਿਛਲੇ 7 ਸਾਲ ਨਰਿੰਦਰ ਮੋਦੀ ਜੀ ਨੇ ਕੀਤਾ ਹੈ ਇੰਡੀਆ ਦੇ ਵਿੱਚ, ਉਸ ਤੋਂ ਮੈਂ ਬਹੁਤ ਪ੍ਰਸੰਨ ਹਾਂ। ਸੰਗਰੂਰ ਤੋਂ ਸੰਜੂ ਰਾਵਤ ਦੀ ਰਿਪੋर्ट, ब्यूरो न्यूज अखंड पंजाब। चैनल को सब्सक्राइब करना ना भूलें। ਭਾਰਤੀ ਜਨਤਾ ਪਾਰਟੀ ਵੱਲੋਂ ਵਿਕਰਮਜੀਤ ਸਿੰਘ ਚੀਮਾ ਨੂੰ ਸੰਗਰੂਰ ਲੋਕ ਸਭਾ ਦੇ ਇੰਚਾਰਜ ਬਣਾਏ ਜਾਣ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ। ਡਾਕਟਰ ਮੱਖਣ ਦਾ ਕਹਿਣਾ ਹੈ ਕਿ ਅਸੀਂ 2022 ਦੀਆਂ ਚੋਣਾਂ ਜ਼ਰੂਰ ਜਿੱਤਾਂਗੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਪੰਜਾਬ ਦੇ 13 ਜ਼ਿਲ੍ਹਿਆਂ ਦੇ 2022 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਭਾਜਪਾ ਵੱਲੋਂ ਹਰ ਲੋਕ ਸਭਾ ਦੇ 13 ਲੋਕ ਸਭਾ ਦੇ ਪ੍ਰਭਾਰੀ ਲਾਏ ਗਏ ਨੇਗੇ ਤੇ ਸਾਡੇ ਵਿਕਰਮਜੀਤ ਸਿੰਘ ਜੀ ਚੀਮਾ ਉਹ ਸੰਗਰੂਰ ਲੋਕ ਸਭਾ ਦੇ ਪ੍ਰਭਾਰੀ ਲਾਏ ਗਏ ਨੇਗੇ ਤੇ ਬੜੇ ਕੱਦਾਵਰ ਨੇਤਾ ਨੇ, ਉਹ ਜਨਰਲ ਸੈਕਟਰੀ ਬੜੇ ਅੱਛੇ ਇਨਸਾਨ ਨੇ ਤੇ ਜਨਰਲ ਸੈਕਟਰੀ ਨੇ ਪੰਜਾਬ ਦੇ। ਤੇ ਇਸ ਕਰਕੇ ਜਿਹੜਾ ਇਹ ਵਰਕਰਾਂ 'ਚ ਅਥਾਹ ਖੁਸ਼ੀ ਹੈਗੀ, ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵਰਕਰ ਹੈ ਉਹਨਾਂ 'ਚ ਅਥਾਹ ਖੁਸ਼ੀ ਹੈ। ਅੱਜ ਅਸੀਂ ਉਹਨਾਂ ਦੀ ਉਸ ਖੁਸ਼ੀ ਦੇ ਵਿੱਚ ਇਕੱਠੇ ਹੋਏ ਸੀਗੇ, ਪਹਿਲਾਂ ਜਖੇਪੁਰਾ ਹਾਊਸ 'ਚ, ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਨਾਨਕੀਆਣਾ ਚੌਕ ਦੇ ਵਿੱਚ ਲੋਕਾਂ ਨੂੰ ਵਿਕਰਮਜੀਤ ਸਿੰਘ ਜਿਹੜੇ ਚੀਮਾ ਉਹਨਾਂ ਦੇ ਲੋਕ ਸਭਾ ਸੰਗਰੂਰ ਦਾ ਪ੍ਰਭਾਰੀ ਲੱਗਣ ਦੀ ਖੁਸ਼ੀ 'ਚ ਲੱਡੂ ਵੰਡੇ
ਤੇ ਫਿਰ ਸਾਰੇ ਸਾਥੀ ਜਿਹੜੇ ਹੈਗੇ ਆ ਮਨਿੰਦਰ ਸਿੰਘ ਕਪਿਆਲ ਜੀ ਤੇ ਹੋਰ ਜਿਹਨੇ ਵੀ ਸਾਥੀ ਸਾਰੇ ਇਹ ਮੇਰੇ ਘਰ ਚਾਹ ਦੇ ਕੱਪ ਲਈ ਆਏ ਨੇਗੇ ਤੇ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਦਿਨਾਂ 'ਚ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਹੋਰ ਜਿਹੜੀ ਹੈਗੀ ਆ ਤਰੱਕੀ ਦੀਆਂ ਬੁਲੰਦੀਆਂ ਵੱਲ ਜਾਏਗੀ ਤੇ ਜਿਸ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਆ ਤੇ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਹੈਗੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣਨ ਤੋਂ ਰੋਕ ਸਕੇ। ਸੰਗਰੂਰ ਤੋਂ ਸੰਜੂ ਰਾਵਤ ਦੀ ਰਿਪੋਰਟ, ਬਿਊਰੋ ਨਿਊਜ਼, ਅਖੰਡ ਪੰਜਾਬ। ਤੁਹਾਡੀ ਨਵੀਂ ਦੋਸਤੀ ਪਈ ਹੈ ਭਾਜਪਾ ਨਾਲ ਤੇ ਆਉਣ ਵਾਲੇ 20 ਸਾਰਿਆਂ ਨੂੰ ਕਿੱਦਾਂ ਦੇਖੋਗੇ? ਦੇਖੋ ਜਿਸ ਤਰੀਕੇ ਦੇ ਨਾਲ ਲੋਕ ਜੁੜ ਰਹੇ ਨੇ ਮੈਂ ਸਮਝਦਾ ਬੜਾ ਵਧੀਆ ਰਿਜ਼ਲਟ ਰਹਿਣਗੇ। ਤੇ ਦੂਜੀ ਗੱਲ ਅਸੀਂ ਪੰਜਾਬ ਦੇ ਲੰਬੇ ਭਵਿੱਖ ਨੂੰ ਪੰਜਾਬ ਦੀਆਂ ਜੋ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਤੇ ਪੰਜਾਬ ਦੀ ਤਰੱਕੀ ਲਈ ਇਕੱਠੇ ਹੋਏ ਹਾਂ ਤੇ ਸਾਡਾ ਪਹਿਲਾ ਨਿਸ਼ਾਨਾ ਹੀ ਹੋਏਗਾ ਵੀ ਪੰਜਾਬ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਸਲੇ ਪੰਜਾਬ ਦੀਆਂ ਜੋ ਅੱਜ ਲੋੜਾਂ ਨੇ ਉਹ ਪੂਰੀਆਂ ਹੋਣ ਤੇ ਫਿਰ ਆਪਣੇ ਆਪ ਹੀ ਜਿਹੜਾ ਹੈ ਸਾਡਾ ਜੋ ਇਹ ਅਲਾਇੰਸ ਹੈ ਹੋਰ ਮਜ਼ਬੂਤ ਹੋਏਗਾ। ਸੋ ਅਸੀਂ ਕੋਈ ਨਿੱਜੀ ਮਫਾਦ ਨਹੀਂ, ਮੈਂ ਸਮਝਦਾ ਸਾਡਾ ਪਹਿਲਾ ਮਨੋਰਥ ਇਹੀ ਹੈ ਵੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਹੋਵੇ, ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਕੱਠੇ ਟੈਕਨੋਲੋਜੀ ਪ੍ਰਧਾਨ ਮੰਤਰੀ ਮੋਦੀ ਆ ਰਿਹਾ ਤੁਹਾਨੂੰ ਉਹਨਾਂ ਤੋਂ ਕੀ ਆਸ ਲੱਗਦੀ ਹੈ? ਅਸੀਂ ਆਸ ਕਰਦੇ ਹਾਂ, ਅਸੀਂ ਆਪਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ 12 ਨੁਕਤੀ ਜਿਹੜਾ ਹੈ ਮੰਗ ਪੱਤਰ ਦਿੱਤਾ ਹੈ ਜਿਸ 'ਚ ਪੁਰਾਣੇ ਜਿਹੜੇ ਮਸਲੇ ਲੰਬੇ ਚੱਲੇ ਆ ਰਹੇ ਨੇ ਪੰਜਾਬ ਦੇ ਉਹ ਵੀ, ਮੌਜੂਦਾ ਜਿਹੜੀਆਂ ਮਸਲੇ ਨੇ ਤੇ ਸਿੱਖਾਂ ਦੇ ਜਿਹੜੇ ਮਸਲੇ ਨੇ, ਇਹ 3-4 ਚੀਜ਼ਾਂ ਜਿਹੜੀਆਂ ਨੇ ਅਸੀਂ ਉਹਦੇ 'ਚ ਟੇਕ ਅਪ ਕੀਤੀਆਂ ਨੇ ਤੇ ਸਾਨੂੰ ਉਮੀਦ ਹੈ ਵੀ ਉਹਨਾਂ 'ਚੋਂ ਮੈਂ ਸਾਰੇ ਤਾਂ ਨਹੀਂ ਕਹਾਂਗਾ ਪਰ ਕਾਫੀ ਹੱਦ ਤੱਕ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਉਹ ਤੇ ਕੁਛ ਨਾ ਕੁਛ ਪੰਜਾਬ ਨੂੰ ਦੇ ਕੇ ਜਾਣਗੇ। ਸੰਯੁਕਤ ਅਕਾਲੀ ਦਲ ਕਿੰਨੀਆਂ ਸੀਟਾਂ 'ਤੇ ਚੋਣ ਲੜ ਰਹੀ? ਦੇਖੋ ਹਜੇ ਕੋਈ ਇਹ ਫੈਸਲਾ ਨਹੀਂ ਹੋਇਆ, ਸਾਡਾ ਇੱਕੋ ਹੀ ਜਿਹੜਾ ਹੈ ਟੀਚਾ ਰੱਖਿਆ ਵੀ ਜਿਹੜੀਆਂ ਵੀ ਕੋਈ ਪਾਰਟੀ ਦਾ ਜਿਹਦੇ ਕੋਲ ਵਧੀਆ ਉਮੀਦਵਾਰ ਹੈ ਜਿੱਥੋਂ ਜਿਹੜੀ ਜਿੱਤਣ ਦੀ ਸਥਿਤੀ 'ਚ ਹੈ ਉਹਨਾਂ ਨੂੰ ਸੀਟ ਤੋਂ ਉੱਥੋਂ ਉਮੀਦਵਾਰ ਬਣਾਇਆ ਜਾਏ। ਕਿਸੇ ਨੂੰ ਲੱਗਦਾ ਨਹੀਂ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਇਸ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਜਿਵੇਂ ਪਿੰਡਾਂ 'ਚ ਅੱਜ ਵੀ? ਦੇਖੋ ਅਸੀਂ ਗੱਲ ਮੋਦੀ ਪੱਖੀ ਲੋਕ ਹੈਗੇ ਆ। ਦੇਖੋ ਗੱਲ ਇਹ ਹੈ, ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਸੀ ਕਾਲੇ ਕਾਨੂੰਨ, ਅਸੀਂ ਉਹਦੇ ਵਿਰੋਧ ਸੀਗੇ, ਉਹਦੇ ਕਰਕੇ ਢੀਂਡਸਾ ਸਾਹਿਬ ਨੇ ਆਪਣਾ ਪਦਮ ਭੂਸ਼ਣ ਵੀ ਵਾਪਸ ਕੀਤਾ। ਪਰ ਹੁਣ ਜਿਵੇਂ ਕਿਸਾਨ ਯੂਨੀਅਨ ਦੇ ਆਗੂ ਰਾਜੇਵਾਲ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਮੇਨ ਮੁੱਦਾ ਜਿਹੜਾ ਹੈ ਕਿਸਾਨਾਂ ਦਾ ਉਹ ਹੱਲ ਹੋਇਆ, ਇਸ ਲਈ ਕਿਸੇ ਵੀ ਪਾਰਟੀ ਦਾ ਵਿਰੋਧ ਕਰਨ ਦਾ ਅਸੀਂ ਨਹੀਂ ਕਹਾਂਗੇ। ਉਹਦੇ ਵਿੱਚ ਬੀਜੇਪੀ ਵੀ ਹੈ ਤੇ ਅਸੀਂ ਦੇਖੋ ਪਿਛਲਾ ਸਮਾਂ ਜ਼ਰੂਰ ਅਸੀਂ ਸਮਝਦੇ ਹਾਂ ਵੀ ਕੋਈ ਬਾਹਲਾ ਵਧੀਆ ਨਹੀਂ ਰਿਹਾ, ਪਰ ਸਾਨੂੰ ਅੱਗੇ ਪੋਜ਼ਿਟਿਵ ਹੋ ਕੇ ਚੱਲਣਾ ਪੈਣਾ। ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਪੰਜਾਬ ਦੀਆਂ ਕੋਈ ਮੰਗਾਂ ਅਸੀਂ ਬਣਾਈਏ, ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਾ ਹੈ, ਤਾਂ ਸਾਨੂੰ ਕੇਂਦਰ ਦੀ ਜਿਹੜੀ ਪਾਰਟੀ ਹੈ ਉਹਨਾਂ ਨਾਲ ਭਾਗੀਦਾਰ ਹੋ ਕੇ ਹੀ ਅਸੀਂ ਕੁਛ ਨਾ ਕੁਛ ਪੰਜਾਬ ਵਾਸਤੇ ਲੈ ਸਕਦੇ ਹਾਂ। ਹਾਂ, ਵਿਰੋਧ ਲਈ ਤਾਂ ਵਿਰੋਧ ਅਸੀਂ ਜਿੰਨਾ ਮਰਜ਼ੀ ਕਰੀਏ ਉਹਦੇ ਨਾਲ ਫਾਇਦਾ ਤਾਂ ਕੋਈ ਨਹੀਂ ਹੋਣਾ। ਧਰਮਪੁਰੇ ਵਰਗੇ ਅੱਗੇ ਇਲਾਕੇ ਜੀ ਉਹ ਪੜ ਛੱਡ ਕੇ ਕਿਉਂ ਭੱਜ ਰਹੇ ਨੇ? ਉਹ ਲੰਬੇ ਸਮੇਂ ਤੋਂ ਦੇਖੋ ਉਹਨਾਂ ਦੀ ਗੱਲ ਚੱਲ ਰਹੀ ਸੀ। ਸੰਗਰੂਰ ਤੋਂ ਸੰਜੂ ਰਾਵਤ ਦੀ ਰਿਪੋਰਟ, ਬਿਊਰੋ ਨਿਊਜ਼, ਅਖੰਡ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਰਵੀ ਗਰੇਵਾਲ ਤੇ ਅਸੀਂ ਆਪਣੇ ਸਟੂਡੀਓ 'ਚ ਰਣਦੀਪ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਬਹੁਤ ਵਧੀਆ ਕਾਉਂਸਲਿੰਗ ਕਰਦੇ ਨੇ ਤੇ ਆਪਾਂ ਅੱਜ
ਕਾਉਂਸਲਿੰਗ ਦੇ ਉੱਤੇ ਗੱਲਬਾਤ ਕਰਾਂਗੇ ਰਣਦੀਪ ਜੀ ਨਾਲ। ਸਤਿ ਸ਼੍ਰੀ ਅਕਾਲ ਰਣਦੀਪ ਜੀ। ਸਤਿ ਸ਼੍ਰੀ ਅਕਾਲ ਰਵੀ ਜੀ, ਕੀ ਹਾਲ ਹੈ? ਤੇ ਕਾਉਂਸਲਿੰਗ ਕਿਸ ਤਰ੍ਹਾਂ ਦੀ ਤੁਸੀਂ ਕਰਦੇ ਹੋ? ਦੇਖੋ ਰਵੀ ਜੀ, ਕਾਉਂਸਲਿੰਗ ਅੱਜ ਦੀ ਡੇਟ ਦੇ ਵਿੱਚ ਇੱਕ ਬਹੁਤ ਹੀ ਨੈਸੈਸਰੀ ਟੂਲ ਮੈਂ ਗਿਣਦਾ ਇਹਨੂੰ, ਆਪਣੀ ਲਾਈਫ ਨੂੰ ਬਹੁਤ ਵਧੀਆ ਤੇ ਈਜ਼ੀ ਰੱਖਣ ਲਈ। ਕਾਉਂਸਲਿੰਗ ਦਾ ਮਤਲਬ ਹੈ ਗਿਆਨ ਹੋਣਾ। ਬੱਚੇ ਹੈ, ਚਾਈਲਡ ਕਾਉਂਸਲਿੰਗ ਹੁੰਦੀ ਹੈ, ਜਾਂ ਪ੍ਰੀ ਮੈਰਿਜਲ ਕਾਉਂਸਲਿੰਗ ਹੈ, ਫਿਰ ਪੋਸਟ ਮੈਰਿਜ ਕਾਉਂਸਲਿੰਗ ਹੈ। ਰੀਜ਼ਨ ਕੀ ਹੈ? ਵਿਆਹ ਤੋਂ ਬਾਅਦ ਦੀ ਪ੍ਰੋਬਲਮਸ ਨੂੰ ਕਿਵੇਂ ਹੈਂਡਲ ਕਰਨਾ ਹੈ, ਵਿਆਹ ਤੋਂ ਪਹਿਲਾਂ ਉਹ ਚੀਜ਼ ਲਈ ਤਿਆਰ ਕਰਨਾ ਵੀ ਬਾਅਦ ਦੀ ਲਾਈਫ ਕਿਵੇਂ ਦੀ ਹੈ। ਬਿਲਕੁਲ ਬਿਲਕੁਲ। ਮਤਲਬ ਕਾਉਂਸਲਿੰਗ ਹਰ ਸਟੇਜ ਦੇ ਉੱਤੇ ਸਾਡੀ ਹੈਲਪ ਕਰਦੀ ਹੈ। ਬਿਲਕੁਲ। ਕੋਈ ਜਿਵੇਂ ਆਪਾਂ ਕਹਿੰਦੇ ਆ ਜੀ, ਆਪਣੇ ਚੀਫ ਮਿਨਿਸਟਰ ਹੈ ਪੰਜਾਬ ਦੇ, ਉਹਨਾਂ ਨੇ ਐਡਵਾਈਜ਼ਰੀ ਕਮੇਟੀ ਰੱਖੀ ਹੋਈ ਹੈ ਆਪਣੇ ਨਾਲ, ਉਹਨਾਂ ਨੂੰ ਹੈਲਪ ਕਰਦੀ ਹੈ ਡਿਸੀਜਨ ਲੈਣ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਇਹੀ ਕੰਮ ਕਾਉਂਸਲਰ ਦਾ ਹੈ। ਕਾਉਂਸਲਰ ਤੁਹਾਨੂੰ ਹੈਲਪ ਕਰਦਾ ਹੈ, ਤੁਹਾਨੂੰ ਰਾਈਟ ਡਿਸੀਜਨ ਲਈ, ਤੁਹਾਨੂੰ ਮੋਟੀਵੇਟ ਕਰਨ ਲਈ, ਜਾਂ ਤੁਹਾਨੂੰ ਫਰਕ ਦੱਸਦਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਵੀ ਰਹੀ ਹੈ ਤੇ ਐਕਸਪਰਟਸ ਬੈਠੇ ਨੇ ਉਹ ਲਾਈਨ ਦੇ ਵਿੱਚ, ਤੇ ਤੁਸੀਂ ਉੱਥੋਂ ਜਾ ਕੇ ਆਪਣੀ ਡਿਸੀਜਨਸ ਲਈ ਆਪਣੇ ਰਾਈਟ ਆਨਸਰਸ ਲੈ ਸਕਦੇ ਹੋ। ਠੀਕ ਹੈ ਠੀਕ ਹੈ। ਤੇ ਦੇਖੋ ਲਾਈਫ ਹੈ ਸਾਰਿਆਂ ਦੀ, ਕਿਸੇ ਦੀ ਈਜ਼ੀ ਚੱਲ ਰਹੀ ਹੈ, ਕਿਸੇ ਦੀ ਬਹੁਤ ਡਿਫਿਕਲਟ ਹੈ, ਕਿਸੇ ਦਾ ਡਾਈਵੋਰਸ ਹੋ ਗਿਆ, ਕਿਸੇ ਦਾ ਵਿਆਹ ਨਹੀਂ ਹੋ ਰਿਹਾ, ਤੇ ਸਾਰਾ ਦਾਰੋ ਮਦਾਰ ਕਿੱਥੇ ਜਾਂਦਾ ਹੈ? ਸਟ੍ਰੈਸ, ਡਿਪਰੈਸ਼ਨ ਹੋ ਜਾਂਦਾ। ਫਿਰ ਬਾਅਦ 'ਚ ਫਿਰ ਜਿਹੜਾ ਡਿਪਰੈਸ਼ਨ ਹੈ ਇਹਦੀਆਂ ਕਈ ਸਟੇजेस ਨੇ। ਕੋਈ ਸਟੇਜ ਤੇ ਜਾ ਕੇ ਬੰਦੇ ਫਿਰ ਸੁਸਾਈਡ ਕਰਨ ਲੱਗ ਜਾਂਦੇ ਨੇ। ਹੁਣ ਅੱਜ ਕੱਲ੍ਹ ਬੱਚੇ ਆਪਾਂ ਦੇਖਦੇ ਹਾਂ, ਚਲੋ ਹੁਣ ਤਾਂ ਕੋਵਿਡ ਕਰਕੇ ਐਗਜ਼ਾਮਸ ਨਹੀਂ ਹੋ ਰਹੇ ਹੈਗੇ ਜਾਂ ਸਭ ਕੁਝ ਬੰਦ ਹੈ ਪੜ੍ਹਾਈਆਂ। ਇਹ ਤੋਂ ਪਹਿਲਾਂ ਆਪਾਂ ਕਿੰਨਾ ਨਿਊਜ਼ 'ਚ ਪੜ੍ਹਦੇ ਹੁੰਦੇ ਸੀ, ਕੋਈ ਬੱਚਾ ਕਿਤੇ ਸੁਸਾਈਡ ਕਰ ਰਿਹਾ, ਕੋਈ 10th ਕਲਾਸ ਦਾ, ਕੋਈ +2 ਦਾ। ਰੀਜ਼ਨ ਕੀ ਹੈ? ਜਾਂ ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ, ਨੰਬਰ ਘੱਟ ਆ ਰਹੇ ਨੇ, ਜਾਂ ਉਹ ਸਟਰੀਮ ਦੇ ਵਿੱਚ ਉਹ ਵਧੀਆ ਆਊਟਪੁੱਟ ਨਹੀਂ ਦੇ ਪਾ ਰਿਹਾ। ਹਾਂਜੀ ਹਾਂਜੀ। ਤੇ ਇਹਦੇ ਵਿੱਚ ਕੀ ਹੋ ਰਿਹਾ ਹੈ ਵੀ ਪੇਰੈਂਟਸ ਦੀ ਤੇ ਬੱਚਿਆਂ ਦੀ ਤਾਲਮੇਲ ਆਪਸ 'ਚ ਵਧੀਆ ਨਹੀਂ ਬਣਦਾ ਪਿਆ। ਨਹੀਂ ਬਣ ਰਿਹਾ। ਹੁਣ ਮੈਂ ਕਿੰਨੇ ਕੰਟੀਨਿਊਸਲੀ ਫਰਮ ਦਾ ਲਾਸਟ 1 ਵੀਕ ਮੈਂ ਚਾਈਲਡ ਕਾਉਂਸਲਿੰਗ ਹੀ ਕਰਦਾ ਪਿਆ, ਕਿਉਂਕਿ ਮੇਰਾ ਜ਼ਿਆਦਾ ਕੰਮ ਫੀਲਡ ਦਾ ਹੁੰਦਾ ਹੈ। ਮੈਂ ਟਰੈਵਲ ਕਰਦਾ ਰਹਿੰਦਾ ਸ਼ਹਿਰ ਟੂ ਸ਼ਹਿਰ। ਜਦੋਂ ਆਪਾਂ ਘਰਾਂ ਦੇ ਵਿੱਚ ਜਾਂਦੇ ਆ ਨਾ, ਫਿਰ ਉੱਥੇ ਨੋਟਿਸ ਕਰੀਦੀ ਹੈ ਵੀ ਬੱਚੇ ਦੀ ਪ੍ਰੋਬਲਮ ਕੀ ਹੈ, ਐਕਚੁਅਲ ਕੀ ਪ੍ਰੋਬਲਮ ਹੈ, ਰੂਟ ਕਾਜ਼ ਕੀ ਹੈ ਜਿਹਦੇ ਕਰਕੇ ਉਹਨੂੰ ਇੰਨਾ ਸਟ੍ਰੈਸ ਹੋ ਰਿਹਾ ਹੈ। ਉਹ ਕਿਉਂ ਹਰ ਚੀਜ਼ ਨੂੰ, ਕਿਉਂਕਿ ਅੱਜ ਕੱਲ੍ਹ ਪੇਰੈਂਟਸ ਨੂੰ ਕੀ ਪ੍ਰੋਬਲਮ ਆ ਰਹੀ ਹੈ? ਬੱਚੇ ਬਹੁਤ ਰੂਡ ਬਿਹੇਵ ਕਰਦੇ ਆ। ਰੂਡ ਬਿਹੇਵ ਕਰਨ ਦੇ ਨਾਲ ਨਾਲ ਕਹਿਣਾ ਵੀ ਨਹੀਂ ਮੰਨਦੇ ਹੈਗੇ। ਫਿਰ ਪੁੱਛੀਦਾ ਪੂਰੀ ਹਿਸਟਰੀ ਵਿੱਚ ਜਾਈਦਾ, ਉਹਦੀ ਬਰਥ ਤੋਂ ਲੈ ਕੇ ਉਹਦੀ ਅੱਜ ਤੱਕ ਦੀ ਵੀ ਕਿੱਥੇ ਕਿੱਥੇ ਕੀ ਹੋਇਆ ਸੀ, ਕਿਹੜੇ ਕਿਹੜੇ ਸਾਲ ਦੇ ਵਿੱਚ, ਜਾਂ ਤੁਹਾਡੀ ਪੇਰੈਂਟਸ ਦੀ ਟਿਊਨਿੰਗ ਕਿੱਦਾਂ ਦੀ ਹੈ। ਡਿਊਰਿੰਗ ਕੋਵਿਡ ਵੀ ਲੋਕਾਂ 'ਚ ਬਹੁਤ ਜ਼ਿਆਦਾ ਸਟ੍ਰੈਸ ਵਧਿਆ, ਬਹੁਤ ਜ਼ਿਆਦਾ ਫੈਮਲੀਆਂ ਦੇ ਵਿੱਚ। ਕੋਵਿਡ ਕਰਕੇ ਜ਼ਿਆਦਾ ਇਹ ਹੋ ਗਿਆ ਵੀ ਸਾਰੇ ਨਾ ਆਈਸੋਲੇਟ ਹੋ ਗਏ, ਘਰਾਂ 'ਚ ਪੈਕਡ ਹੋ ਗਏ, ਜਿਹਨੂੰ ਆਪਾਂ ਕਹਿ ਦਈਏ ਹਾਊਸ ਅਰੈਸਟ ਹੋ ਗਏ। ਬਾਹਰ ਨਹੀਂ ਆਉਣਾ, ਨਾ ਜਾਣਾ, ਨਾ ਕਿਸੇ ਨੇ ਆਉਣਾ, ਨਾ ਤੁਸੀਂ ਕਿਸੇ ਦੇ ਜਾਣਾ। ਬਿਲਕੁਲ ਜੀ। ਫਿਰ ਬੱਚੇ ਸਿਰਫ ਕਿਤੇ ਤੇ ਰਹਿ ਗਏ, ਟੈਕਨੋਲੋਜੀ ਤੇ ਰਹਿ ਗਏ, ਫੋਨਸ, ਲੈਪਟਾਪਸ ਨੇ। ਇੱਕ ਤਾਂ ਦੇਖੋ ਉਹਨਾਂ ਦੀ ਰੇਡੀਏਸ਼ਨਸ ਇੰਨੀਆਂ ਹਾਰਮਫੁਲ ਨੇ, ਉਹ ਅਸੀਂ ਇਨਹੇਲ ਕਰਦੇ ਪਏ ਨੇ। ਉੱਪਰ ਤੋਂ ਇੱਕੋ ਹੀ ਚੀਜ਼ ਰੈਪੀਟੇਸ਼ਨ ਅਸੀਂ ਦੇਖੀ ਜਾਂਦੇ ਆ। ਜੇ ਕੋਈ ਮੂਵੀਜ਼ ਦੇਖ ਰਹੇ ਤਾਂ ਲਗਾਤਾਰ ਮੂਵੀਜ਼ ਹੀ ਦੇਖੀ ਜਾਂਦੇ ਬੱਚੇ, ਜਾਂ ਕੋਈ ਜੋਕਸ ਸੁਣਦੇ ਤਾਂ ਉਹੀ ਸੁਣੀ ਜਾਂਦੇ ਆ। ਜਿਹੜਾ ਦਿਮਾਗ ਆਪਣਾ ਉਹ ਨੇਚਰ ਨਾਲੋਂ ਟੁੱਟ ਗਿਆ। ਬਿਲਕੁਲ। ਜਿਹੜਾ ਕੁਦਰਤ ਸੀ ਉਹ ਟੁੱਟਦਾ ਟੈਕਨੋਲੋਜੀਆਂ ਦੇ ਨਾਲ ਜੁੜ ਗਿਆ, ਤੇ ਉਹਦੇ ਸਾਈਡ ਇਫੈਕਟਸ ਦਿਖਣੇ ਹੀ ਦਿਖਣੇ ਨੇ। ਤੇ ਜਿਵੇਂ ਦੀਆਂ ਵਾਈਬ੍ਰੇਸ਼ਨਸ ਨੇ, ਫਿਰ ਉਦਾਂ ਦਾ ਹੀ ਬੱਚੇ ਬਿਹੇਵ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਤਾਂ ਗਰੋਥ ਦੀ ਏਜ ਹੈ। ਉਹ ਜੋ ਚੀਜ਼ਾਂ ਇਨਹੇਲ ਕਰਨਗੇ ਉਦਾਂ ਦੇ ਹੀ ਉਹ ਬਣਦੇ ਜਾਣਗੇ। ਇੱਕ ਹੋਰ ਵੀ ਰਣਦੀਪ ਜੀ ਦੇਖਣ ਚ ਆਇਆ ਕਿ ਵੀ ਨਿਊਲੀ ਮੈਰਿਡ ਕਪਲ ਜਿਹੜੇ ਨੇ ਉਹਨਾਂ ਦੇ ਡਿਵੋਰਸਿਸ ਦੇ ਕੇਸਿਸ ਬਹੁਤ ਜ਼ਿਆਦਾ ਵਧੇ ਹੋਏ ਨੇ ਅੱਜ ਕੱਲ੍ਹ। ਦੇਖੋ ਇਹ ਜਿਹੜਾ ਇਹ ਨਾ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇੱਕ ਟ੍ਰੈਂਡ ਸਮਝਦੀ ਹੈ ਵੀ ਚੱਲ ਜੇ ਹੋ ਗਿਆ ਕੀ ਫਰਕ ਪੈਂਦਾ ਹੈ। ਰੀਜ਼ਨ ਕੀ ਹੈ? ਨਾ ਤਾਂ ਵਾਈਫ ਝੁਕਣ ਦੇ ਤਦਾਰ 'ਚ ਬੈਠੀ ਹੈ, ਨਾ ਹਸਬੈਂਡ। ਉਹ ਦੋਨਾਂ ਦੀਆਂ ਜੋ ਕਹਿੰਦੇ ਆਪਾਂ ਨਾ ਹੈਬਿਟਸ ਨੇ, ਉਹਨਾਂ ਨੂੰ ਮੋਨੀਟਰ ਕਰਨ ਲੱਗ ਜਾਂਦੇ ਨੇ ਵੀ ਤੇ ਚੰਗੀ ਹੈ ਮਾੜੀ ਹੈ। ਫਿਰ ਜਿਹੜੀ ਮਾੜੀ ਹੈ ਉਹਨੂੰ ਹਾਈਲਾਈਟ ਕਰਨ ਲੱਗ ਜਾਂਦੇ ਨੇ। ਦੇਖੋ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਚਾਹੇ ਮੇਰੀ ਵਾਈਫ ਹੈ, ਜੇ ਮੇਰੀ ਕੋਈ ਆਦਤ, ਜੇ ਮੇਰੀ ਆਦਤ ਨਹੀਂ ਕੋਈ ਚੰਗੀ ਤੇ ਮੈਨੂੰ ਬੋਲੀ ਜਾਵੇ, ਲੜੀ ਜਾਵੇ, ਤੇ ਉਹ ਚੰਗਾ ਨਹੀਂ ਲੱਗਦਾ। ਮੈਨੂੰ ਵੀ ਨਹੀਂ ਚੰਗਾ ਲੱਗੂ, ਕਿਸੇ ਨੂੰ ਵੀ ਨਹੀਂ ਘਰ 'ਚ ਚੰਗਾ ਲੱਗੂ। ਉਹਦੇ ਨਾਲ ਕੀ ਹੁੰਦਾ? ਫਿਰ ਜੇ ਉਹ ਮੇਰੀ ਚੀਜ਼ਾਂ 'ਚ ਨੁਕਸ ਕੱਢੂ ਤੇ ਮੈਂ ਉਹਦੀਆਂ 'ਚ ਕੱਢਣਾ ਸ਼ੁਰੂ ਕਰ ਦੂੰਗਾ। ਦੇਖੋ ਸਿੱਧੀ ਜੀ ਇੱਕ ਲੌਜਿਕ ਜੀ ਗੱਲ ਹੈ। ਪਰ ਚਾਹੀਦਾ ਕੀ ਸੀ ਉਰੇ? ਜਦੋਂ ਸਾਡਾ ਵਿਆਹ ਹੋ ਹੀ ਗਿਆ, ਇੱਕ ਦੂਸਰੇ ਨੂੰ ਅਸੀਂ ਮਿਲ ਰਹੇ ਹਾਂ। ਇਹ ਦੇਖੋ ਦੋ ਯੂਨੀਵਰਸਿਸ ਨੇ ਇਹ ਆਪਣੇ ਆਪ ਦੇ ਵਿੱਚ, ਇੱਕ ਵੂਮਨ ਇੱਕ ਮੈਨ ਹੈ। ਦੋਨਾਂ ਦੀ ਆਪਣੀ ਸੋਚ ਹੈ। ਅਸੀਂ ਕਿਸੇ ਦੀ ਸੋਚ ਨੂੰ ਦਬਾਉਣਾ ਨਹੀਂ ਹੈਗਾ, ਸਪਰੈਸ ਨਹੀਂ ਕਰਨਾ, ਕੁਚਲਣਾ ਨਹੀਂ ਹੈਗਾ। ਜਿਵੇਂ ਦਾ ਕੋਈ ਸੋਚ ਰਿਹਾ ਸੀ, ਅਸੀਂ ਸੋਚੀਏ ਵੀ ਜਿਹਨੂੰ ਇਹ ਚੀਜ਼ਾਂ ਮੇਰੀਆਂ ਨਹੀਂ ਚੰਗੀਆਂ ਲੱਗਦੀਆਂ ਤਾਂ ਬੈਟਰ ਥੋੜੀ ਜਿਹੀ ਮੈਂ ਚੇਂਜ ਲਿਆਵਾਂ ਆਪਣੇ ਆਪ 'ਚ। ਜਸਟ ਆਪਣੇ ਆਪ ਨੂੰ ਹੀ ਚੇਂਜ ਕਰਨਾ ਹੈ, ਦੂਸਰੇ ਨੂੰ ਤਾਂ ਅਸੀਂ ਕਰਨਾ ਹੀ ਨਹੀਂ।
ਤੇ ਸਾਡਾ ਕਨਸੈਪਟ ਕੀ ਚੱਲਦਾ ਪਿਆ ਲਾਈਫ 'ਚ ਅੱਜ ਵੀ ਤੂੰ ਚੇਂਜ ਹੋ, ਮੈਂ ਨਹੀਂ ਹੋਣਾ, ਤੂੰ ਚੇਂਜ ਹੋ। ਇਹ ਤੂੰ ਦੇ ਚੱਕਰ ਦੇ ਵਿੱਚ ਸਾਡਾ ਮੀਡੀਆ ਮਲੇਟ ਹੋ ਚੁੱਕਿਆ। ਕੋਰਟਸ ਜਾਓ ਤੁਸੀਂ, ਇੰਨੇ ਡਾਈਵੋਰਸ ਕੇਸਿਸ ਚੱਲਦੇ ਪਏ ਨੇ ਵੀ ਜਿਹੜੇ ਇਲੌਜੀਕਲ ਨੇ। ਛੋਟੀ ਜੀ ਗੱਲ ਤੋਂ ਐਡਾ ਵੱਡਾ ਰਾਈ ਦਾ ਪਹਾੜ ਬਣ ਜਾਂਦਾ ਹੈ। ਤੇ ਦੱਸੋ ਉਹ ਕਿੱਡੀ ਕੁ ਵਧੀਆ ਗੱਲ ਹੈ ਵੀ ਆਪਾਂ ਦੇਖੋ ਲਾਈਫ ਕਿੰਨੀ ਐਕਸਪੈਕਟੈਂਸੀ ਕਿੰਨੀ ਆ ਆਪਣੀ। 50 ਸਾਲ ਤੋਂ ਬਾਅਦ ਕੋਈ ਗਰੰਟੀ ਨਹੀਂ ਦੇ ਸਕਦਾ ਵੀ ਇਹਨੇ 70 ਸਾਲ ਜੀਣਾ ਜਾਂ ਇਹਨੇ 60 ਸਾਲ ਜੀਣਾ। ਵਿਆਹ ਹੋ ਗਿਆ, ਆਪਾਂ ਐਗਜ਼ਾਮਪਲ ਦਿੰਦੇ ਹਾਂ, ਪ੍ਰੈਕਟੀਕਲੀ ਲੌਜੀਕਲੀ ਸੋਚਦੇ ਹਾਂ। 30 ਸਾਲ ਦੀ ਉਮਰ 'ਚ ਵਿਆਹ ਹੋ ਗਿਆ, 35 ਸਾਲ ਤੋਂ ਬਾਅਦ ਉਹਦਾ ਰੌਲਾ ਰੱਪਾ ਸ਼ੁਰੂ ਹੋ ਗਿਆ ਤੇ ਉਹ 45 ਸਾਲ ਦੀ ਏਜ ਤੱਕ ਉਹ ਕੋਰਟ ਕੇਸ ਚੱਲਦੇ ਰਹਿੰਦੇ ਨੇ। ਜਵਾਨੀ ਕਿੱਥੇ ਗਈ? ਬੁਢਾਪੇ ਦੇ ਵਿੱਚ ਤੁਸੀਂ ਐਂਟਰ ਕਰ ਗਏ ਤੇ ਲਾਈਫ ਜੀ ਕਿੱਥੇ ਹੈ ਤੁਸੀਂ? 60 ਸਾਲ ਦੇ ਵਿੱਚ ਤੁਸੀਂ ਐਕਸਪਾਇਰ ਹੋ ਜਾਂਦੇ ਹੋ, ਮਰ ਜਾਂਦੇ ਹੋ। ਫਿਰ ਤੁਸੀਂ ਪ੍ਰਾਪਤੀ ਕੀ ਹੈ ਤੁਹਾਡੀ ਲਾਈਫ ਦੇ ਵਿੱਚ? ਜਸਟ ਕੀ ਸੀ ਵੀ ਆਪਣੀ ਈਗੋ ਨਹੀਂ ਛੱਡ ਪਾਏ, ਅਸੀਂ ਜ਼ਿੰਦਗੀ ਛੱਡਣ ਨੂੰ ਤਿਆਰ ਹਾਂ। ਜੇ ਮੈਂ ਸਾਰੇ ਯੰਗਸਟਰਸ ਨੂੰ ਇਹੀ ਮੈਂ ਸੁਨੇਹਾ ਦੇਣਾ ਚਾਹੁੰਦਾ, ਪਲੀਜ਼ ਆਪਣੇ ਆਪ ਤੇ ਫੋਕਸ ਕਰਨਾ ਸ਼ੁਰੂ ਕਰੋ, ਨਾ ਕਿ ਦੂਸਰੇ ਤੇ ਬਲੇਮ ਗੇਮ ਆਪਾਂ ਸ਼ੁਰੂ ਕਰੀਏ ਵੀ ਤੂੰ ਐਦਾਂ ਸੀ ਤਾਂ ਮੈਂ ਐਦਾਂ ਨਹੀਂ ਕਰਨਾ। ਅਸੀਂ ਇੱਕ ਦੂਸਰੇ ਨੂੰ ਸਪੋਰਟ ਕਰਨਾ ਹੈ, ਚਾਹੇ ਮੁੰਡਾ ਹੈ ਚਾਹੇ ਉਹ ਕੁੜੀ ਹੈ। ਜਦੋਂ ਵਿਆਹ ਹੋ ਹੀ ਗਿਆ ਤੇ ਫਿਰ ਉਹ ਆਪਣਾ ਹੀ ਹੈ, ਚਾਹੇ ਉਹ ਚੰਗਾ ਚਾਹੇ ਉਹ ਮਾੜਾ ਹੈ। ਹੁਣ ਐਕਸੈਪਟ ਕਰੀਏ ਤੇ ਉਹਨੂੰ ਥੋੜਾ ਜਿਹਾ ਕੇਅਰ ਕਰਨ ਦੀ ਕੋਸ਼ਿਸ਼ ਕਰੀਏ। ਬਾਕੀ ਦੇਖੋ ਜੀ, ਆਪਾਂ ਬੈਠੇ ਹਾਂ, ਰਣਦੀਪ ਸਿੰਘ ਮੇਰਾ ਨਾਮ ਹੈ, ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰੋ। ਕਾਉਂਸਲਿੰਗ ਜੇ ਤੁਸੀਂ, ਕਈ ਲੋਕੀ ਇਹ ਸਮਝਦੇ ਵੀ ਕਾਉਂਸਲਿੰਗ ਦਾ ਜਿਹੜਾ ਕਨਸੈਪਟ ਆ ਨਾ ਇਹ ਪਾਗਲ ਲੋਕਾਂ ਦਾ ਹੈ, ਵੀ ਜਿਹੜੇ ਪਾਗਲ ਹੋ ਚੁੱਕੇ ਉਹਨਾਂ ਦੀ ਕਾਉਂਸਲਿੰਗ ਹੋਣੀ ਚਾਹੀਦੀ। ਸਾਡੀ ਕਿਉਂ ਕਰੀਏ? ਜਦੋਂ ਘਰ ਦੇ ਵਿੱਚ ਛੋਟੀ ਗੱਲਾਂ ਤੋਂ ਕਲੇਸ਼ ਸ਼ੁਰੂ ਹੋ ਗਿਆ, ਸਮਝ ਲਓ ਤੁਹਾਡੇ ਘਰ ਦੇ ਵਿੱਚ ਇੱਕ ਸਪੈਸ਼ਲ ਐਕਸਪਰਟਿਜ਼ ਦੀ ਲੋੜ ਹੈ ਵੀ ਜਿਹੜਾ ਉਹਨਾਂ ਨੂੰ ਹੱਲ ਕਰੇ ਜਲਦੀ, ਟਾਈਮ ਰਹਿੰਦੇ ਹੋਏ। ਇਹ ਤੋਂ ਵੱਧ ਕੇ ਕਿ ਗੱਲਾਂ ਇੰਨੀਆਂ ਜ਼ਿਆਦਾ ਵੱਧ ਜਾਣ ਵੀ ਉਹਦੇ ਵੀ ਬਸ ਤੋਂ ਬਾਹਰ ਹੋ ਜਾਵੇ, ਬਜਾਏ ਨੈਗੇਟਿਵ ਥਾਟਸ ਨੂੰ ਲੈ ਜ਼ਿਆਦਾ ਜਨਰੇਟ ਅਸੀਂ ਕਰੀਏ ਤਾਂ ਪਹਿਲਾਂ ਅਸੀਂ ਉੱਥੇ ਹੀ ਰੋਕ ਦਈਏ ਉਹਨੂੰ। ਇਹ 'ਚ ਕੋਈ ਮਾੜੀ ਗੱਲ ਨਹੀਂ ਜੀ, ਤੁਸੀਂ ਕਾਉਂਸਲਿੰਗ ਕਰਾਉਣਾ। ਚੰਡੀਗੜ੍ਹ 'ਚ ਬਹੁਤ ਐਕਸਪਰਟਸ ਬੈਠੇ ਆ, ਇੰਡੀਆ ਦੇ ਵਿੱਚ ਜਗ੍ਹਾ ਬੈਠੇ ਨੇ। ਤੇ ਆਪਾਂ ਇਹ ਸ਼ੋਅ ਸ਼ੁਰੂ ਕਰਨ ਦਾ ਜਾਂ ਲਾਈਵ ਹੋਣ ਦਾ ਮਤਲਬ ਹੀ ਇਹੀ ਸੀ ਵੀ ਤੁਹਾਨੂੰ ਅਹਿਸਾਸ ਦਿਲਾਇਆ ਜਾਵੇ ਤੁਹਾਡਾ ਜਨਮ ਡਿਪਰੈਸ਼ਨ ਲਈ ਨਹੀਂ ਹੋਇਆ। ਡਿਪਰੈਸ਼ਨ, ਦੇਖੋ ਡਿਪਰੈਸ਼ਨ ਇੱਕ ਚੀਜ਼ ਹੈ, ਤੁਸੀਂ ਇੱਕ ਕੰਮ ਸ਼ੁਰੂ ਕਰਿਆ, ਫੇਲ ਹੋ ਗਏ, ਤੁਸੀਂ ਉਸੇ ਚੀਜ਼ ਦੇ ਮਗਰ ਬਾਰ-ਬਾਰ ਪਏ ਕੀ ਪਤਾ ਕੁਦਰਤ ਤੁਹਾਡੇ ਕੋਲੋਂ ਕੁਝ ਹੋਰ ਚਾਹੁੰਦੀ ਹੈ। ਕਿਉਂ ਆਪਾਂ ਉਹੀ ਰਸਤੇ ਤੇ ਜਾਣ ਦੀ ਕੋਸ਼ਿਸ਼ ਕਰੀਏ ਜਿਹੜਾ ਰਸਤਾ ਸਾਨੂੰ ਰੋਕਦਾ ਪਿਆ ਵੀ ਇੱਧਰ ਨਾ ਆ। ਉਹ ਚੀਜ਼, ਉਹ ਸਾਡੀ ਜਿੱਦ ਸੀ, ਜਿੱਦ ਕਰਕੇ ਸਾਨੂੰ ਡਿਪਰੈਸ਼ਨ ਹੋ ਗਿਆ ਵੀ ਮੈਂ ਤਾਂ ਨਹੀਂ ਕਾਮਯਾਬ ਹੋ ਰਿਹਾ, ਮੈਂ ਸੁਸਾਈਡ ਕਰਨ ਲੱਗਿਆ। ਬਹੁਤ ਯੰਗਸਟਰਸ ਦੀ ਇਹ ਪ੍ਰੋਬਲਮ ਅੱਜ ਦੀ ਡੇਟ ਦੇ ਵਿੱਚ, ਨਹੀਂ ਸਕਸੈਸ ਨਹੀਂ ਮਿਲੀ ਮੈਨੂੰ, ਮੈਂ ਸੁਸਾਈਡ ਕਰਨ ਲੱਗਿਆ। ਤੇ ਉਹਦੇ ਨਾਲ ਕੀ ਪ੍ਰਾਪਤੀ ਕੀ ਹੋਈ? ਫਿਰ ਬੈਟਰ ਆਪਾਂ ਅਸੀਂ ਚੇਂਜ ਕਰ ਲਈਏ। ਜਦੋਂ ਤੱਕ ਅਸੀਂ ਜਿਉਂਦੇ ਆ ਨਾ, ਜਦੋਂ ਤੱਕ ਜਿਉਂਦਾ, ਇੱਕ ਦਿਨ ਸਾਡਾ ਪ੍ਰਾਈਸਲੈਸ ਹੈ, ਇਹਦੀ ਕੋਈ ਦੇਣ ਨਹੀਂ ਦੇ ਸਕਦਾ ਹੈਗਾ। ਜਦੋਂ ਖਤਮ ਹੀ ਹੋ ਗਈ ਲਾਈਫ, ਉਹ ਤੋਂ ਬਾਅਦ ਕਾਹਦੀ ਕਾਉਂਸਲਿੰਗਾਂ ਨੇ, ਕਾਹਦੇ ਡਾਕਟਰਸ ਨੇ, ਕਾਹਦਾ ਕੀ ਕਰੋਗੇ ਤੁਸੀਂ ਆਪਣੀ ਪ੍ਰੋਬਲਮਸ ਦਾ। ਸੋ ਬੈਟਰ ਹੈ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਤੇ ਫੋਕਸ ਕਰੋ। ਦੇਖੋ ਮੇਨ ਤਾਂ ਮੈਂ ਤੁਹਾਨੂੰ ਇਹੀ ਮੋਟੀ ਜੀ ਸਲਾਹ ਦਿੰਦਾ, ਦੂਸਰਿਆਂ ਨੂੰ ਅਸੀਂ ਜਿੰਨਾ ਵਾਚ ਕਰਾਂਗੇ, ਜਿੰਨਾ ਤੁਸੀਂ ਬੈਠੇ ਹੋ ਮੈਂ ਤੁਹਾਡੀਆਂ ਬੈਡ ਹੈਬਿਟਸ ਨੂੰ ਵਾਚ ਕਰੀ ਜਾਵਾਂ, ਉਹਦੇ ਨਾਲ ਕੀ ਹੋਣਾ, ਕਿਹੜਾ ਕੁਦਰਤ ਦਾ ਇੱਕ ਨਿਯਮ ਹੈ, ਜਿਹੜੀ ਚੀਜ਼ ਨੂੰ ਅਸੀਂ ਜ਼ਿਆਦਾ ਦੇਖਾਂਗੇ ਉਹ ਅਸੀਂ ਗ੍ਰਹਿਣ ਕਰਾਂਗੇ। ਉਹ ਸੈੱਟ ਹੋ ਜਾਂਦਾ। ਤੁਸੀਂ ਭਾਵੇਂ ਚੇਂਜ ਵੀ ਹੋ ਜਾਓ, ਤੁਸੀਂ ਚੇਂਜ ਵੀ ਹੋ ਜਾਓ, ਹੈਬਿਟ ਉਹ ਛੱਡ ਵੀ ਦਿਓ, ਪਰ ਮੇਰੇ ਤੋਂ ਨਹੀਂ ਉਹ ਛੱਡ ਹੋਣੀਆਂ ਹੈਗੀਆਂ, ਉਹ ਅਡਾਪਟ ਕਰ ਲਈਆਂ। ਰੀਜ਼ਨ ਹੈ ਆਪਣੇ ਆਪ ਤੇ ਫੋਕਸ ਕਰੋ ਵੀ ਮੈਂ ਕੀ ਕਰ ਰਿਹਾ। ਇੱਕ ਬੁੱਕ ਚੱਕੋ, ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆਪਣੀ ਸਾਰੀ ਰੂਟੀਨ ਲਿਖ ਦਿਓ ਵੀ ਮੈਂ ਕਿੰਨੀ ਵਾਰੀ ਕਿਹਦੇ ਪ੍ਰਤੀ ਕੀ ਸੋਚਿਆ, ਨੈਗੇਟਿਵ ਕਿੰਨਾ ਸੋਚਿਆ, ਪੋਜ਼ਿਟਿਵ ਮੈਂ ਕਿੰਨਾ ਸੋਚ ਰਿਹਾ, ਆਪਣੀ ਵਾਈਫ ਨੂੰ ਕਿਵੇਂ ਬੋਲਦਾ, ਆਪਣੇ ਬੱਚਿਆਂ ਨਾਲ ਕਿਵੇਂ ਕਰ ਰਿਹਾ ਮੈਂ। ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਵੀ ਤੁਹਾਡੇ ਵਿੱਚ ਕਿੰਨੀਆਂ ਕਮੀਆਂ ਨੇ ਤੇ ਕੀ ਕੁਝ ਤੁਸੀਂ ਚੇਂਜ ਲੈ ਕੇ ਆਉਣੀ ਹੈ। ਚੇਂਜ ਜਿੱਦਣ ਲੈ ਆਉਂਗੇ ਨਾ, ਸਭ ਕੁਝ ਹੀ ਚੇਂਜ ਹੋ ਜਾਊਗਾ ਤੁਹਾਡੀ ਲਾਈਫ ਦੇ ਵਿੱਚ। ਬਿਲਕੁਲ, ਤੁਹਾਨੂੰ ਕਿਸੇ ਤੋਂ ਜ਼ਿਆਦਾ ਉਮੀਦਾਂ ਰੱਖਣ ਦੀ ਫਿਰ ਲੋੜ ਨਹੀਂ ਪੈਣੀ ਹੈਗੀ, ਕਿਉਂਕਿ ਜਿਹੜਾ ਕੁਦਰਤ ਹੈ ਨਾ, ਦੇਖੋ ਪਰਮਾਤਮਾ ਨੂੰ ਮੈਂ ਇੱਕ એનર્ਜੀ ਮੰਨਦਾ, ਇੱਕ ਕਾਸਮਿਕ એનર્ਜੀ ਹੈ। ਜਦੋਂ ਸਾਡਾ ਸਬਕੌਂਸ਼ੀਅਸ ਮਾਈਂਡ ਕੁਝ ਸੋਚਦਾ ਹੈ, ਉਹ ਉਦਾਂ ਦੀ ਕ੍ਰੀਏਸ਼ਨ ਬਣਾਉਣੀ ਸ਼ੁਰੂ ਕਰ ਦਿੰਦਾ ਪਰਮਾਤਮਾ। ਬਿਲਕੁਲ ਸਹੀ ਗੱਲ। ਜਿੰਨਾ ਪੋਜ਼ਿਟਿਵ ਤੁਸੀਂ ਆਪਣੀ ਅਪਰੋਚ ਰੱਖੋਗੇ, ਉਨੇ ਪੋਜ਼ਿਟਿਵ ਚੀਜ਼ਾਂ ਤੁਹਾਡੇ ਲਾਈਫ 'ਚ ਹੁੰਦੀਆਂ ਜਾਣਗੀਆਂ। ਫਿਰ ਡਿਪਰੈਸ਼ਨ ਕਿਵੇਂ ਰਹਿ ਜਾਊਗਾ। ਪਿਛਲੇ 14 ਸਾਲ ਤੋਂ ਮੈਂ ਪ੍ਰੋਫੈਸ਼ਨ ਦੇ ਵਿੱਚ ਹਾਂ, ਮੈਂ ਲੋਕਾਂ ਦੀ ਹੈਲਪ ਕਰ ਰਿਹਾ। 113 ਪੇਸ਼ੈਂਟਸ ਨੇ ਜਿਹੜੇ ਕਿ ਇਹ ਕਹਿੰਦੇ ਸੀ ਵੀ ਸ਼ਾਇਦ ਅਸੀਂ ਆਪਣੀ ਲਾਈਫ ਖਤਮ ਕਰ ਚਾਹੀਏ ਜਾਂ ਕਰਨ ਲੱਗੇ ਸੀਗੇ, ਪਰ ਉਹ ਅੱਜ ਬਹੁਤ ਵਧੀਆ ਲਾਈਫ ਜੀ ਰਹੇ ਹੈ। ਇਹ ਤੁਹਾਡੇ ਕਿਸੇ ਰਿਲੀਜਨ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਤੁਹਾਡੀ ਸੈਕਸ ਨਾਲ ਕੋਈ ਮੇਰਾ ਲੈਣਾ ਦੇਣਾ ਨਹੀਂ। ਤੁਸੀਂ ਗੇ ਹੋ, ਲੈਸਬੀਅਨ ਹੋ, ਸਟ੍ਰੇਟ ਹੋ, ਬॉय ਹੋ, ਗਰਲ ਹੋ, ਕੁਝ ਵੀ ਹੋ, ਤੁਸੀਂ ਮੇਰੇ ਲਈ ਸਿਰਫ ਇਹ ਹੈ ਵੀ ਤੁਸੀਂ ਇੱਕ ਇਨਸਾਨ ਹੋ। ਬਿਲਕੁਲ। ਕਿਉਂਕਿ ਜਦੋਂ ਡਿਪਰੈਸ਼ਨ ਹੁੰਦਾ ਨਾ, ਪੁੱਛ ਕੇ ਨਹੀਂ ਹੋਣਾ ਵੀ ਤੂੰ ਸਿੱਖ ਹੈ, ਤੂੰ ਹਿੰਦੂ ਹੈ ਜਾਂ ਤੂੰ ਮੁਸਲਮਾਨ ਹੈ।
ਡਿਪਰੈਸ਼ਨ ਨੇ ਤਾਂ ਹੋ ਹੀ ਜਾਣਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਸੀਂ ਡਿਪਰੈਸ਼ਨ ਦੇ ਵਿੱਚੋਂ। ਬਿਲਕੁਲ ਬਿਲਕੁਲ ਬਿਲਕੁਲ। ਜੇ ਕੋਈ ਨੀਂਦ ਦੀਆਂ ਗੋਲੀਆਂ ਖਾਂਦਾ ਆਣਾ 2 ਦਿਨ, ਸਿਰਫ 2 ਦਿਨ ਦਾ ਟਾਈਮ ਹੈ, 2 ਦਿਨ ਕਾਉਂਸਲਿੰਗ ਕਰਾਓ ਆਪਣੀ, ਤੀਸਰੇ ਦਿਨ ਤੁਹਾਡੀਆਂ ਗੋਲੀਆਂ ਬੰਦ, ਤੁਹਾਨੂੰ ਨੀਂਦ ਆਰਾਮ ਨਾਲ 8 ਵਜੇ ਤੋਂ ਪਹਿਲਾਂ ਨਾ ਆ ਗਈ ਮੇਰਾ ਨਾਂ ਵਟਾ ਦਿਓ, ਇੱਥੇ ਹੀ ਬੈਠੇ ਆਪਾਂ। ਇਹ ਚੀਜ਼ਾਂ ਮੈਂ ਕੌਨਫੀਡੈਂਟਲੀ ਪਤਾ ਕਿਉਂ ਕਹਿ ਰਿਹਾ, ਕਿਉਂਕਿ ਰੋਜ਼ ਐਸੀ ਲਾਈਨ ਦੇ ਵਿੱਚ ਮੈਂ ਰਹਿਣਾ, ਐਸੇ ਪੇਸ਼ੈਂਟਸ ਨਾਲ ਮੈਂ ਡੀਲ ਕਰਦਾ ਤੇ ਮੈਨੂੰ ਪਤਾ ਹੈ ਵੀ ਕਿੱਥੋਂ ਸ਼ੁਰੂ ਕਰਨਾ ਹੈ, ਕਿਵੇਂ ਇਹਨਾਂ ਨੇ ਠੀਕ ਹੋਣਾ ਹੈ। ਜਿੰਨੀ ਜਲਦੀ ਤੁਹਾਡੀ ਦਵਾਈਆਂ ਛੁੱਟ ਜਾਣਗੀਆਂ ਨਾ, ਉਨੀ ਜਲਦੀ ਤੁਸੀਂ ਹੈਲਦੀ ਹੋ ਜਾਣਾ। ਜਿੰਨੀ ਜਲਦੀ ਤੁਸੀਂ ਹੈਲਦੀ ਹੋਗੇ, ਹੈਲਥ ਇਜ਼ ਵੈਲਥ, ਜੇ ਸਰੀਰ ਠੀਕ ਹੈ ਤੇ ਆਟੋਮੈਟਿਕਲੀ ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਕੀ ਨਹੀਂ ਪ੍ਰਾਪਤ ਕਰ ਸਕਦੇ? ਪੈਸਾ ਕਮਾਉਣਾ ਵੱਡੀ ਗੱਲ ਨਹੀਂ ਹੈਗੀ, ਸਿਹਤ ਤੇ ਦਿਮਾਗ ਨੂੰ ਸਹੀ ਰੱਖਣਾ ਸਭ ਤੋਂ ਵੱਡੀ ਚੀਜ਼ ਹੈ, ਜਿਹਦੇ ਤੇ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਬਿਲਕੁਲ। ਇੱਕ ਰਣਦੀਪ ਜੀ, ਆਪਾਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਸਰਕਾਰ ਡਿਊਰਿੰਗ ਕੋਵਿਡ ਲੋਕਾਂ ਦਾ ਜੋ ਹਾਲ ਹੈ ਅੱਜ ਦੀ ਡੇਟ 'ਚ, ਭੁੱਖਮਰੀ ਚੱਲ ਰਹੀ ਹੈ ਇੱਕ ਤਰ੍ਹਾਂ ਦੀ, ਕਹ ਲਓ ਕਿ ਰੋਜ਼ਗਾਰ ਨਹੀਂ ਹੈਗੇ ਲੋਕਾਂ ਕੋਲੇ, ਬਿਲਕੁਲ, ਤੇ ਉਹਦੇ ਲਈ ਆਪਾਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਸਰਕਾਰ ਦਾ ਕੰਮ ਕੀ ਹੁੰਦਾ? ਗਵਰਨਮੈਂਟ ਹੈ, ਰਾਜ ਹੈ, ਆਪਾਂ ਕਹਿੰਦੇ ਪੰਜਾਬ ਦੇ ਰਾਜਾ ਹੈ। ਰਾਜੇ ਦਾ ਕੰਮ ਕੀ? ਆਪਣੀ ਪ੍ਰਜਾ ਦੀ ਲੁੱਕ ਆਫਟਰ ਕਰਨੀ। ਜੇ ਰਾਜਾ ਆਪਣੀ ਪ੍ਰਜਾ ਨੂੰ ਇਗਨੋਰ ਕਰਕੇ ਸਿਰਫ ਆਪਣੇ ਇਰਦ ਗਿਰਦ ਜੋ ਉਹਦੇ ਕਲੋਜ਼ ਨੇ ਉਹਨਾਂ ਦੀ ਲੁੱਕ ਆਫਟਰ ਜੇ ਉਹ ਕਰ ਰਿਹਾ ਹੈ, ਤਾਂ ਇਹਦਾ ਮਤਲਬ ਉਹ ਬਿਲਕੁਲ ਹੀ ਰੋਂਗ ਪੋਜੀਸ਼ਨ ਤੇ ਬੈਠਾ ਹੈ। ਆਪਾਂ ਅਜ਼ੰਪਸ਼ਨ ਲੈ ਲਈਏ, ਹੁਣ ਰੀਸੈਂਟਲੀ ਕੀ ਹੋ ਕੇ ਹਟਿਆ, ਇੰਨਾ ਜ਼ਬਰਦਸਤ ਮੈਡੀਕਲ ਫੇਲੀਅਰ ਹੋਇਆ ਪੂਰੇ ਇੰਡੀਆ ਦੇ ਵਿੱਚ ਵੀ ਆਕਸੀਜਨ ਦੀ ਇੰਨੀ ਕਮੀ ਆ ਗਈ ਸੀ, ਇੰਨਾ ਕੋਵਿਡ ਇੱਕਦਮ ਰਾਈਜ਼ ਅਪ ਹੋ ਗਿਆ ਵੀ ਸਮਝ ਨਹੀਂ ਆ ਰਿਹਾ ਸੀ ਸਰਕਾਰਾਂ ਨੂੰ ਹੋ ਕੀ ਗਿਆ। ਪਿਛਲੇ 1 ਸਾਲ ਤੋਂ, ਪਿਛਲੇ 1.5 ਸਾਲ ਤੋਂ ਇਸ ਚੀਜ਼ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਹਰ ਕੰਟਰੀ ਨੇ ਇਹ ਤੋਂ ਸਿੱਖਿਆ, ਕੁਛ ਨਾ ਕੁਛ ਸਿੱਖਿਆ ਵੀ ਇਹਨੂੰ ਅਸੀਂ ਕੰਟਰੋਲ ਤੇ ਇਹਨੂੰ ਅਸੀਂ ਹੈਂਡਲ ਕਿਵੇਂ ਕਰਨਾ। ਜਦੋਂ ਇੰਡੀਆ ਦੀ ਆ ਗਈ ਟਰਨ, ਇੰਡੀਆ ਦੀ ਆਈ, ਸੈਕਿੰਡ ਵੇਵ ਸ਼ੁਰੂ ਹੋਈ, ਕੋਈ ਵੀ ਸੀਰੀਅਸ ਨਹੀਂ ਸੀਗਾ। ਸਭ ਤੋਂ ਪਹਿਲਾਂ ਸੈਂਟਰ ਗਵਰਨਮੈਂਟ ਦਾ ਮੈਡੀਕਲ ਸਿਸਟਮ ਫੇਲ ਹੋ ਗਿਆ। ਜੇ ਮੈਂ ਕਹਿੰਦਾ ਜਿਵੇਂ ਮੈਡੀਕਲ ਸਿਸਟਮ ਫੇਲ ਹੋਇਆ ਨਾ, ਜੇ ਇਹ ਸਿਸਟਮ ਕਿਸੇ ਹੋਰ ਕੰਟਰੀ 'ਚ ਫੇਲ ਹੁੰਦਾ, ਉਸ ਕੰਟਰੀ ਦੇ ਹੈਲਥ ਮਿਨਿਸਟਰ ਨੇ ਇਮੀਡੀਏਟ ਰੈਜ਼ਿਗਨੇਸ਼ਨ ਦੇਣਾ ਸੀ ਵੀ ਮੇਰੀ ਫੇਲੀਅਰ ਕਰਕੇ ਇੰਨੇ ਲੋਕੀ ਮਰ ਰਹੇ ਨੇ। ਦੇਖੋ ਇਹ ਤਾਂ ਸਿੱਧੀ ਜਿਹੀ ਗੱਲ ਹੈ ਵੀ ਮੈਨੂੰ ਕੋਈ ਜ਼ਿੰਮੇਵਾਰੀ ਦਿੱਤੀ ਤੇ ਮੈਂ ਉਹ ਫੇਲ ਹੋ ਗਿਆ, ਮੈਂ ਇੱਕ ਐਗਜ਼ਾਮ ਦਿੱਤਾ, ਮੈਂ ਫੇਲ ਹੋ ਗਿਆ ਤੇ ਮੈਨੂੰ ਬੈਠਣ ਦਾ ਮਤਲਬ ਹੀ ਨਹੀਂ ਬਣਦਾ ਉੱਥੇ। ਸਭ ਤੋਂ ਪਹਿਲੀ ਇੱਕ ਚੀਜ਼। ਦੂਜੀ ਇੱਕ ਚੀਜ਼ ਆਪਾਂ ਪਿਛਲੇ 1 ਸਾਲ ਤੋਂ ਦੇਖ ਰਹੇ ਹਾਂ, ਆਪਣੇ ਇੰਡੀਆ ਦੀ ਪਾਪੂਲੇਸ਼ਨ ਇੰਨੀ ਹੈ, ਦੁਨੀਆ ਦੇ ਹਰ ਮਿਨਿਸਟਰ ਜਾਂ ਹਰ ਬੰਦੇ ਨੂੰ ਪਤਾ, WHO ਨੂੰ ਵੀ ਪਤਾ, UNO ਨੂੰ ਵੀ ਪਤਾ ਇਹ ਚੀਜ਼ ਦਾ ਵੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋਣ ਤੇ ਜੇ ਮਹਾਮਾਰੀ ਫੈਲਦੀ ਹੈ ਤਾਂ ਉਹਨੂੰ ਕੰਟਰੋਲ ਕਰਨਾ ਈਜ਼ੀ ਨਹੀਂ ਹੈਗਾ। ਤੇ ਸਾਨੂੰ ਫੋਕਸ ਪਹਿਲੇ ਦਿਨ ਤੋਂ ਹੀ, ਪਹਿਲੇ ਜਿਸ ਦਿਨ ਲਾਸਟ ਈਅਰ ਸ਼ੁਰੂ ਹੋਈ ਹੈ ਇਹ ਚੀਜ਼, ਉਸ ਦਿਨ ਤੋਂ ਹੀ ਫੋਕਸ ਮੈਡੀਕਲ ਸਿਸਟਮ ਤੇ ਕਰਨਾ ਚਾਹੀਦਾ ਸੀਗਾ। ਪਰ ਜਦੋਂ ਵੀ ਇਹਦੇ ਉੱਤੇ ਵਿਪਤਾ ਪਈ ਹੈ, ਇਹ ਫਟਾਫਟ ਭਾਜਣਾ ਕਿਹਦੇ ਉੱਤੇ ਪੈ ਗਈਆਂ? ਸਭ ਤੋਂ ਵੱਧ ਪ੍ਰੈਸ਼ਰ ਪਤਾ ਇਸ 'ਚ ਕੌਣ ਆਉਂਦਾ ਰਵੀ ਜੀ? ਆਮ ਇਨਸਾਨ। ਮੈਡੀਕਲ ਸਿਸਟਮ ਸੈਂਟਰ ਦਾ ਫੇਲ ਹੋਇਆ ਜਾਂ ਸਟੇਟ ਗਵਰਨਮੈਂਟ ਦਾ ਫੇਲ ਹੋਇਆ, ਉੱਥੇ ਗਵਰਨਮੈਂਟ ਫੇਲੀਅਰ ਕਹਿੰਦਾ ਮੈਂ ਇਹ, ਤੇ ਉਹਦਾ ਖਾਮਿਆਜਾ ਕਿਹਨੂੰ ਭੁਗਤਣਾ ਪੈ ਰਿਹਾ? ਆਮ ਇਨਸਾਨ ਨੂੰ। ਉਹ ਕਿਵੇਂ? ਲਾਕਡਾਊਨ ਲਾ ਕੇ। ਦੇਖੋ ਆਮ ਇਨਸਾਨ ਤਾਂ ਕਰੋਨਾ ਨਹੀਂ ਲੈ ਕੇ ਆਇਆ, ਬਿਮਾਰੀ ਨਹੀਂ ਲੈ ਕੇ ਆਇਆ, ਬਾਹਰੋਂ ਨਾਲੇ ਕਹਿੰਦੇ ਆਈਆਂ ਨੇ ਇਹ। ਫਿਰ ਆਮ ਇਨਸਾਨ ਨੇ ਤਾਂ ਨਹੀਂ ਕਿਹਾ ਸੀਗਾ ਵੀ ਤੁਸੀਂ ਮੈਡੀਕਲ ਸਿਸਟਮ ਅਪਡੇਟ ਨਾ ਕਰੋ। ਉਹ ਤਾਂ ਕਹਿੰਦਾ ਪਹਿਲੇ ਦਿਨ ਤੋਂ ਸਾਡੀਆਂ ਜਿਹੜੀ ਬੇਸਿਕ ਨੀਡਸ ਕੀ ਨੇ, ਐਜੂਕੇਸ਼ਨ ਐਂਡ ਹੈਲਥ ਤੇ ਇਨਫਰਾਸਟ੍ਰਕਚਰ, ਜਿਹਨੂੰ ਅਸੀਂ ਰੋਡਸ ਜਾਂ ਕਹਿੰਦੇ ਆਪਾਂ ਬ੍ਰਿਜਸ ਕਹਿੰਦੇ ਆ, ਜੇ ਹਲੇ ਵੀ ਅਸੀਂ ਸੜਕਾਂ ਬਣਾਉਣ ਦੇ ਓਥ ਕਸਮਾਂ ਖਾ ਕੇ ਜੇ ਅਸੀਂ ਵੋਟਾਂ ਲੈਣੀਆਂ ਤੇ ਇੰਨੇ ਸਾਲਾਂ ਦੇ ਵਿੱਚ ਜੇ 70 ਸਾਲ ਹੋ ਗਏ, 70 ਇਅਰਸ ਹੋ ਗਏ ਸਾਡਾ ਦੇਸ਼ ਆਜ਼ਾਦ ਹੋਏ ਨੂੰ, ਅੱਜ ਵੀ ਅਸੀਂ ਕਹਿ ਦਈਏ ਯਾਰ ਤੁਹਾਡੇ ਸੜਕਾਂ ਸ਼ਹਿਰ ਦੀਆਂ ਪੱਕੀਆਂ ਕਰਾਂਗੇ, ਸਾਨੂੰ ਵੋਟ ਪਾਓ, ਤੇ ਬੰਦਾ ਕਹੇ ਵੀ ਲੱਖ ਵਰਗੀ ਲਾਹਨਤ ਹੈ ਵੀ 70 ਸਾਲਾਂ 'ਚ ਅੱਜ ਵੀ ਤੁਸੀਂ ਇਸੇ ਟੌਪਿਕ ਦੇ ਉੱਤੇ ਤੁਸੀਂ ਵੋਟ ਮੰਗ ਰਹੇ ਹੋ। ਬਿਲਕੁਲ। ਇੱਕ ਨਾ ਪਾਪੂਲੇਸ਼ਨ ਹੈ, ਇੱਕ ਛੋਟੇ ਜਿਹੇ ਸ਼ਹਿਰ ਦੀ ਆਪਾਂ ਲੈ ਲਈ, ਕਿਸੇ ਦੇ ਵੀ ਲੈ ਲਈਏ, ਮਤਲਬ ਕਿ ਐਜੂਕੇਸ਼ਨ ਦੇ, ਹੈਲਥ ਦੇ, ਵੈਲਥ ਦੇ ਬਾਰੇ 'ਚ, ਨੌਕਰੀਆਂ ਦੇਣ ਬਾਰੇ 'ਚ ਸੋਚਣ ਦੇ, ਕੋਈ ਨਹੀਂ ਹੈ ਨਾ। ਉਹ 'ਚ ਵੀ ਕਹਿ ਲਓ ਕਿ ਗਵਰਨਮੈਂਟ ਫੇਲ ਹੈ, ਘਰ ਘਰ ਨੌਕਰੀ ਦਾ ਨਾਰਾ ਲੱਗਿਆ ਸੀ ਪਿੱਛੇ ਜੇ, ਉਹ ਵੀ ਫੇਲ ਹੈ ਜੀ। ਹੁਣ ਨੌਕਰੀਆਂ ਦੀ ਦੇਖੋ ਰਵੀ ਜੀ, ਆਪਾਂ ਗੱਲ ਕਰਦੇ ਹਾਂ ਹੁਣ, ਜੇ ਨੌਕਰੀਆਂ ਜਨਰੇਟ ਤਾਂ ਹੀ ਹੋਣਗੀਆਂ ਜੇ ਕੰਪਨੀਜ਼ ਹੋਣਗੀਆਂ।
ਹੁਣ ਜਿਹੜਾ ਮਿਡਲ ਕਲਾਸ ਬੰਦਾ ਹੈ ਉਹ ਤਾਂ ਇੱਕ ਫੈਕਟਰੀ ਚਲਾਉਂਦਾ ਹੈ, ਆਪ ਵੀ ਕੰਮ ਕਰਦਾ, 3 ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਹੈ। ਪਰ ਸਰਕਾਰ ਜੇ ਕੋਈ ਵੱਡੀ ਇੰਡਸਟਰੀ ਸਰਕਾਰ ਨੇ ਲਾਉਣੀ, ਮਿਡਲ ਕਲਾਸ ਬੰਦੇ ਨੇ ਤਾਂ ਨਹੀਂ ਲਾਉਣੀ ਹੈਗੀ। ਕੋਈ ਸਰਵਿਸ ਸੈਕਟਰ ਦੇ ਵਿੱਚੋਂ ਕੋਈ ਕੰਪਨੀ ਲੈ ਕੇ ਉਹਦੇ ਸਰਕਾਰ ਨੇ, ਗਵਰਨਮੈਂਟ ਨੇ ਲੈ ਕੇ ਆਉਣਾ। ਮੈਂ ਤਾਂ ਹੀ ਕਹਿ ਰਿਹਾ ਗਵਰਨਮੈਂਟ ਹਰ ਫਰੰਟ ਦੇ ਉੱਤੇ ਫੇਲ ਹੈ। ਜੇ ਨਹੀਂ ਹੈਗਾ ਤੁਸੀਂ ਚੈੱਕ ਕਰਕੇ ਦੇਖ ਲਓ, ਮੇਰੇ ਤੇ ਨਹੀਂ ਯਕੀਨ ਆਉਂਦਾ, ਤੁਸੀਂ ਆਪ ਦੇਖੋ ਗਰਾਊਂਡ ਰਿਐਲਿਟੀ ਕੀ ਹੈ। ਜੇ ਨਹੀਂ ਹੈਗੀ ਇਹ ਚੀਜ਼ਾਂ ਤਾਂ ਤੁਸੀਂ ਮੈਨੂੰ ਆਪ ਦੱਸ ਦਿਓ ਸੋਚ ਕੇ। ਇਹ ਚੈਨਲ ਹੈ ਅਖੰਡ ਪੰਜਾਬ, ਆਪਾਂ ਬੈਠੇ ਹੋ ਰਹੇ, ਆਪਾਂ ਗੱਲ ਕਰ ਰਹੇ ਹਾਂ ਹਰ ਚੀਜ਼ ਦੀ। ਇਹਦਾ ਮਕਸਦ ਕੀ ਹੈ? ਰਿਐਲਿਟੀ ਬਾਰੇ ਜਾਣੂ ਕਰਾਉਣਾ, ਸਮਾਜ ਦੇ ਵਿੱਚ ਕੀ ਹੋ ਰਿਹਾ ਤੇ ਕੀ ਸਾਨੂੰ ਚਾਹੀਦਾ ਸੀਗਾ, ਕੀ ਚਾਹੀਦਾ ਸੀ। ਬਿਲਕੁਲ। ਪਰ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਉਹ ਸਾਨੂੰ ਥੋਪੀਆਂ ਜਾ ਰਹੀਆਂ। ਕਿਹੜੀਆਂ ਚੀਜ਼ਾਂ ਥੋਪੀਆਂ ਜਾ ਰਹੀਆਂ? ਮਹਿੰਗਾਈ ਸਾਡੇ ਉੱਤੇ ਜ਼ਬਰਦਸਤੀ ਥੋਪੀ ਜਾ ਰਹੀ ਹੈ। ਇੱਕ ਬੰਦ ਕੀਤੇ, ਆਮ ਜੀ ਗੱਲ ਹੈ ਯਾਰ, ਖਾਣ ਪੀਣ ਵਾਲੀਆਂ ਚੀਜ਼ਾਂ ਨੇ, ਸਰੋਂ ਦਾ ਤੇਲ 70 ਰੁਪਏ ਤੋਂ 170 ਰੁਪਏ ਹੋ ਗਿਆ, ਉਹਦੇ ਬਾਰੇ ਕੋਈ ਬੋਲ ਹੀ ਨਹੀਂ ਰਿਹਾ, ਕੋਈ ਵੀ ਗੱਲ ਨਹੀਂ ਕਰ ਰਿਹਾ। ਪੈਟਰੋਲ ਜਦੋਂ ਲੋਕਡਾਊਨ ਸ਼ੁਰੂ ਹੋਇਆ, ਫਸਟ ਵਾਲਾ ਲੋਕਡਾਊਨ 1, ਉਦੋਂ 68 ਜਾਂ 72 ਸਮਥਿੰਗ ਸੀਗਾ ਤੇ ਅੱਜ 96 ਹੈ। ਮੈਂ ਇਹ ਦੇਖ ਰਿਹਾ ਵੀ ਇਹ ਕੰਟਰੀ ਜਿਵੇਂ ਨਾ ਪ੍ਰੈਜ਼ੀਡੈਂਸ਼ੀਅਲ ਰੂਲ ਚੱਲਦਾ ਹੁੰਦਾ, ਔਰ ਵੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੈਗੀ, ਬਸ ਇੱਕ ਬੰਦਾ ਰੂਲ ਕਰ ਰਿਹਾ ਤੇ ਚੱਲਦੀ ਪਈ ਹੈ ਸਾਰੇ ਕੰਟਰੀ, ਸਾਰਾ ਚੱਲ ਰਿਹਾ। ਠੀਕ ਹੈ, ਜਿਹੜੀ ਰੂਲਿੰਗ ਗਵਰਨਮੈਂਟ ਹੈ ਜੋ ਮਰਜ਼ੀ ਕਰੇ, ਉਹ ਕਿਉਂ ਰੂਲ ਕਰ ਰਹੀ ਹੈ, ਉਹਦੇ ਕੋਲ ਪਾਵਰ ਹੈਗੀ ਹੈ, ਪਰ ਆਪੋਜੀਸ਼ਨ ਕਿੱਥੇ ਗਈ? ਆਪੋਜੀਸ਼ਨ ਵੀ ਚੁੱਪ ਬੈਠੀ ਹੈ। ਮੈਂ ਉਹੀ ਕਹਿ ਰਿਹਾ, ਆਪੋਜੀਸ਼ਨ ਕਿੱਥੇ ਗਈ? ਆਪਣਾ ਪਾਵਰ ਨਹੀਂ ਤੁਸੀਂ ਦਿਖਾ ਰਹੇ, ਕੋਈ ਪ੍ਰੋਟੈਸਟ ਨਹੀਂ ਹੋ ਰਿਹਾ, ਕੁਝ ਨਹੀਂ ਹੋ ਰਿਹਾ, ਕੋਈ ਤੁਸੀਂ ਡਿਬੇਟ ਨਹੀਂ ਕਰ ਰਹੇ, ਕੋਈ ਮੀਡੀਆ ਦੇ ਵਿੱਚ ਜਾ ਕੇ ਤੁਸੀਂ ਕੋਈ ਕਾਨਫਰੰਸਿਸ ਨਹੀਂ ਕਰ ਰਹੇ ਵੀ ਆਹ ਕੀ ਹੋ ਰਿਹਾ, ਕਿੱਥੇ ਇਹਨੂੰ ਰੋਕ ਲਾਈਏ। ਜਿਹਦੇ ਹੱਥ ਡੋਰ ਹੈ ਉਹ ਅਗਲਾ ਖਿੱਚੀ ਜਾ ਰਿਹਾ ਉਹ। ਤੇ ਹੁਣ ਇੱਥੇ ਕੀ ਕਰੇ? ਪਿਸ ਕੌਣ ਰਿਹਾ? ਆਮ ਇਨਸਾਨ। ਦੇਖੋ ਮਿਨਿਸਟਰਸ ਨੇ, ਕੋਈ ਫਰਕ ਪੈਣਾ ਉਹਨਾਂ ਨੂੰ? ਭਾਵੇਂ ਪੈਟਰੋਲ 200 ਰੁਪਏ ਲੀਟਰ ਹੋ ਜਾਵੇ, ਕਿਹਦੇ ਖਰਚੇ ਤੇ ਚੱਲਣਾ? ਉਹਨੇ ਆਮ ਇਨਸਾਨ ਦੇ ਟੈਕਸ ਤੇ ਹੀ ਚੱਲਣਾ ਹੈ। ਜਾਂ ਤਾਂ ਮਿਨਿਸਟਰ ਦੱਸੋ ਆਪਣੀ ਕੋਈ ਇੰਡਸਟਰੀ ਦੇ ਵਿੱਚੋਂ ਉਹ ਟੈਕਸ ਪੇ ਕਰ ਰਿਹਾ ਹੈ ਬਹੁਤ ਜ਼ਿਆਦਾ ਤੇ ਉਹਦੇ ਨਾਲ ਸਾਡਾ ਦੇਸ਼ ਚੱਲ ਰਿਹਾ, ਨਹੀਂ ਚੱਲ ਰਿਹਾ। ਮਿਡਲ ਕਲਾਸ ਫੈਮਿਲੀ ਸਭ ਤੋਂ ਵੱਧ ਇਸ ਦੇਸ਼ ਨੂੰ ਯੋਗਦਾਨ ਦੇ ਰਹੀ ਹੈ, ਸਭ ਤੋਂ ਵੱਧ ਮਿਡਲ ਕਲਾਸ। ਫਿਰ ਕਾਰਪੋਰੇਟ ਘਰਾਣੇ ਆ ਜਾਂਦੇ ਆ, ਬੈਨੀਫਿਟਸ ਉਹ ਲੈ ਰਹੇ ਨੇ, ਫਿਰ ਪਿਸ ਕੌਣ ਰਿਹਾ? ਆਮ ਆਦਮੀ, ਮਿਡਲ ਕਲਾਸ ਫੀਸ ਰਿਹਾ। ਸਰਕਾਰ ਨੂੰ ਇਹਦੇ ਚ ਚਾਹੀਦਾ ਕਿ ਵੀ ਕਾਉਂਸਲਿੰਗ ਵਰਗੇ ਪ੍ਰੋਗਰਾਮ ਜਿਹੜੇ ਨੇ ਉਹ ਚਲਾਣੇ ਚਾਹੀਦੇ। ਮੈਂ ਨਾ ਹਮੇਸ਼ਾ ਆਪਣੇ ਲੈਕਚਰਸ ਦੇ ਵਿੱਚ ਨਾ, ਜਦੋਂ ਮੈਂ ਲੈਕਚਰਸ ਦੇਣ ਜਾਣਾ, ਮੈਂ ਇੱਕ ਗੱਲ ਕਹਿਣਾ ਹੁੰਦਾ, ਮੈਂ ਕਿਹਾ ਜਿੰਨੇ ਵੀ ਮਿਨਿਸਟਰਸ ਨੇ, ਜਿੰਨੇ ਵੀ ਕੈਬਨਿਟ ਹੈ, ਚਾਹੇ ਤੁਹਾਡੇ ਯੂਨੀਅਨ ਮਿਨਿਸਟਰਸ ਨੇ, ਕੁਝ ਵੀ ਨੇ, ਉਹਨਾਂ ਨੂੰ ਇੱਕ ਕਾਉਂਸਲਰ ਨਾਲ ਰੱਖਣਾ ਚਾਹੀਦਾ ਹੈ। ਬਿਲਕੁਲ, ਐਗਜ਼ੈਕਟਲੀ ਜ਼ਰੂਰੀ ਹੈ ਇਹ। ਕਿਉਂ ਜ਼ਰੂਰੀ ਹੈ? ਉਹ ਤੁਹਾਨੂੰ ਟਾਈਮ ਟੂ ਟਾਈਮ ਕਾਉਂਸਲ ਕਰੇ, ਸਰ ਜੀ ਕਿਹੜੇ ਡਿਸੀਜਨਸ ਲਈ ਜਾਂਦੇ ਹੋ, ਕੀ ਕਰ ਰਹੇ ਹੋ ਤੁਸੀਂ। ਐਕਚੁਅਲੀ ਚਾਹੀਦਾ ਇਹ ਸੀਗਾ ਵੀ ਤੁਸੀਂ ਫਿਕਰ ਨਾ ਕਰੋ, ਡੈਜ਼ਿਗਨੇਸ਼ਨ ਦੇ ਅਕੋਰਡਿੰਗ ਤੁਸੀਂ ਕੀ ਕਰਨਾ ਚਾਹੀਦਾ ਸੀਗਾ। ਫਿਰ ਦੇਖੋ ਕਾਉਂਸਲਿੰਗ ਕਰਨ ਦੇ ਬਹੁਤ ਅਲੱਗ-ਅਲੱਗ ਤਰੀਕੇ ਨੇ ਸਰ। ਹਰ ਕਿਸੇ ਦੀ ਜਿਹਦੀ ਸੋਚ ਗਹਿਰੀ ਹੈ ਨਾ, ਉਸ ਲੈਵਲ ਦੀ ਉਹ ਕਾਉਂਸਲਿੰਗ ਕਰਦਾ ਹੈ। ਕੋਈ ਸਿਰਫ ਕਿਤਾਬਾਂ ਪੜ੍ਹਦੇ ਨੇ, ਬੁੱਕਸ ਪੜ੍ਹੀਆਂ ਨੇ, ਕਿਸੇ ਨੇ MS ਦੀ ਸਾਈਕੋਲੋਜੀ ਦੀ ਕਰੀ ਹੈ, ਫਿਰ PhD ਕਰ ਰਿਹਾ, ਠੀਕ ਹੈ। ਫਿਰ ਕਈ ਇਨਸਾਨ ਨੇ ਜਿਨ੍ਹਾਂ ਨੇ ਨਾ ਧਾਰਮਿਕ ਗ੍ਰੰਥ ਪੜ੍ਹੇ ਨੇ, ਡਿਟੇਲ ਦੇ ਵਿੱਚ ਪੜ੍ਹੇ ਨੇ ਉਹ। ਫਿਰ ਜਦੋਂ ਪੜ੍ਹਨ ਤੋਂ ਬਾਅਦ ਐਨਾਲਾਈਜ਼ ਕਰੀ ਦੀ ਨਾ ਲਾਈਫ ਨੂੰ, ਵੀ ਯਾਰ ਦੇਖੋ ਇੱਕ ਇਨਸਾਨ ਹੈ, ਉਹ ਡਿਸੀਜਨਸ ਲੈ ਰਿਹਾ। ਹੁਣ ਮੈਂ ਡਿਸੀਜਨ ਦੀ ਦੱਸ ਦਿੰਦਾ ਸਰ ਤੁਹਾਨੂੰ। ਹੁਣ ਆਪਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਣੀ ਸਾਹਿਬ ਦੀ, ਹੁਣ ਉਹ ਕਾਉਂਸਲਿੰਗ ਕਿਵੇਂ ਕਰਦੇ? ਕਹਿੰਦੇ ਗੁਰੂ ਨਾਨਕ ਐਕਚੁਅਲੀ ਇੱਕ ਕਾਉਂਸਲਰ ਸੀ ਜੋ ਦੁਨੀਆ ਤੇ ਆਏ ਸੀ, ਸਾਨੂੰ ਕਾਉਂਸਲਿੰਗ ਦੀ ਇੱਕ ਗ੍ਰੰਥ ਦੇ ਗਏ ਵੀ ਇਹਨੂੰ ਪੜ੍ਹੋ ਤੇ ਆਪਣੀ ਲਾਈਫ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ। ਉਹਦੇ ਚ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਉਰੇ ਕੀ ਕਾਉਂਸਲ ਹੋ ਰਿਹਾ? ਜੇ ਇੱਕ ਮਿਨਿਸਟਰ ਹੈ, ਮੈਨੂੰ ਉਹਨੇ ਕਾਉਂਸਲਰ ਰੱਖਿਆ ਤੇ ਮੈਂ ਮਿਨਿਸਟਰ ਨੂੰ ਕੀ ਕਵਾਂਗਾ? ਮੈਂ ਕਹੂੰਗਾ ਸਰ ਦੇਖੋ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਨਾ ਬਿਲਕੁਲ ਗਲਤ ਹੈ। ਕਿਉਂ ਗਲਤ ਹੈ? ਦੇਖੋ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ, ਉਹ ਕਹਿੰਦੇ ਜੇ ਰਾਜ ਤੈਨੂੰ ਮਿਲਿਆ, ਪਦਵੀ ਜਿਹੜੇ ਤੈਨੂੰ ਕੰਮ ਲਈ ਮਿਲੀ ਹੈ, ਤੂੰ ਉਹਦਾ ਦੁਰਉਪਯੋਗ ਕਰ ਰਿਹਾ, ਅਭਿਮਾਨ ਆ ਗਿਆ, ਤੂੰ ਬਰੂਟੈਲਿਟੀ ਕਰ ਰਿਹਾ, ਤੂੰ ਇਨਸਾਨਾਂ ਨੂੰ ਜਾਨਵਰਾਂ ਵਾਂਗ ਟਰੀਟ ਕਰ ਰਿਹਾ, ਵੀ ਤੈਨੂੰ ਨਰਕਾਂ ਦੇ ਵਿੱਚ ਇੱਕ ਗੰਦ ਖਾਣ ਵਾਲੇ ਸੂਅਰ ਦੇ ਬਰਾਬਰ ਤੈਨੂੰ ਦਰਜਾ ਮਿਲਣਾ ਹੈ। ਤਪੋ ਰਾਜ ਰਾਜੋ ਨਰਕ। ਦੇਖੋ ਗੁਰਬਾਣੀ ਤਾਂ ਕਾਉਂਸਲਿੰਗ ਬਾਰ-ਬਾਰ ਕਰਦੀ ਹੈ। ਫਿਰ ਜੇ ਮੇਰਾ ਮਿਨਿਸਟਰ ਮੈਨੂੰ ਕਵੇ ਵੀ ਮੈਂ ਤਾਂ ਬੜਾ ਵਧੀਆ ਮਿਨਿਸਟਰ ਹੈ, ਮੈਂ ਤਾਂ ਰਾਜ ਕਰ ਰਿਹਾ, ਮੈਂ ਫਿਰ ਉਹਨੂੰ ਇੱਕ ਗੱਲ ਕਵਾਂਗਾ ਵੀ ਤੂੰ ਤਪ ਕਰਿਆ ਸੀ ਤਾਂ ਤੂੰ ਰਾਜ ਕਰਨ ਜੋਗਾ ਹੋਇਆ। ਹੁਣ ਤੂੰ ਰਾਜ ਦੇ ਵਿੱਚ ਗਲਤੀਆਂ ਇੰਨੀਆਂ ਕਰ ਰਿਹਾ ਹੈ, ਕਿਸੇ ਤੇ ਗਲਤ ਪਰਚਾ ਕਰਾਤਾ, ਕਿਸੇ ਨੂੰ ਕੁਛ ਕਰਤਾ, ਕਿਸੇ ਨੂੰ ਕੁਛ ਕਰਤਾ, ਠੀਕ ਹੈ, ਕਿਉਂਕਿ ਤੇਰਾ ਚੱਲਦਾ ਹੁਕਮ, ਸਿੱਕਾ ਚੱਲਦਾ। ਤਪੋ ਰਾਜ ਰਾਜੋ ਨਰਕ। ਫਿਰ ਹੁਣ ਨਰਕਾਂ ਨੂੰ ਜਾਣ ਦੀ ਸਰ ਤੁਸੀਂ ਤਿਆਰੀ ਕਰਨੀ ਹੈ। ਮੈਂ ਤਾਂ ਤੁਹਾਨੂੰ ਸਮਝਾ ਰਿਹਾ, ਮੈਂ ਤਾਂ ਸਮਝਾ ਹੀ ਸਕਦਾ ਵੀ ਮੈਂ ਤੁਹਾਡੇ ਨਾਲ ਨਰਕਾਂ ਨਹੀਂ ਜਾ ਸਕਦਾ, ਕਿਉਂਕਿ ਤੁਸੀਂ ਆਪ ਇਸ ਕੁਰਸੀ ਤੇ ਬੈਠੇ ਹੋ, ਮੈਂ ਤਾਂ ਇੱਧਰ ਬੈਠਾ।
ਇਸ ਡੈਜ਼ਿਗਨੇਸ਼ਨ ਵਾਲੇ ਨੂੰ ਲੈ ਕੇ ਜਾਣਾ ਉਹਨੇ। ਕਰਮ ਤੁਹਾਡੇ ਨੇ, ਕਰਮ ਤੁਹਾਡੇ ਨੇ। ਸੋ ਬੈਟਰ ਹੈ ਇਹ ਨਾ ਵੈਸੇ ਮੈਂ ਇੱਕ ਮੋਦੀ ਸਾਹਿਬ ਨੂੰ, ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਮੈਂ, ਸਰ ਜਿੱਥੇ ਤੁਸੀਂ ਇੰਨੇ ਬੋਲਡ ਡਿਸੀਜਨਸ ਲੈਂਦੇ ਹੋ ਵੀ ਤੁਹਾਨੂੰ ਲੱਗਦਾ ਮੈਂ ਬਹੁਤ ਸਹੀ ਹਾਂ ਹਰ ਜਗ੍ਹਾ, ਇੱਕ ਡਿਸੀਜਨ ਹੋਰ ਲੈ ਲਓ। ਉਹ ਕਿਹੜਾ ਹੈ ਵੀ ਹਰ ਮਿਨਿਸਟਰ ਦੇ ਨਾਲ ਇੱਕ ਕਾਉਂਸਲਰ ਲਾਓ। ਸਭ ਤੋਂ ਜ਼ਰੂਰੀ ਹੈ ਜਿਹੜਾ ਤੁਸੀਂ ਇੱਕ ਕੰਟਰੀ ਦੇ ਤੁਸੀਂ ਡ੍ਰੀਮ ਸੋਚਿਆ ਨਾ ਵੀ ਇੰਡੀਆ ਨੂੰ ਇੱਕ ਸੁਪਰ ਪਾਵਰ ਮੈਂ ਬਣਾਉਣਾ ਹੈ, ਵੀ ਇੰਡੀਆ ਦਾ ਇੱਕ ਇਨਸਾਨ ਵੈਲ ਸੈਟਲਡ ਹੋਵੇ, ਵਧੀਆ ਖਾਵੇ ਪੀਵੇ, ਇੰਜੋਏ ਕਰੇ, ਉਹ ਕਿੱਥੋਂ ਠੀਕ ਹੋਣਾ ਹੈ? ਉਹ ਮਿਨਿਸਟਰੀ ਲੈਵਲ ਤੋਂ ਠੀਕ ਹੋਣਾ ਹੈ। ਜਦੋਂ ਰਾਜ ਕਰਨ ਵਾਲੇ ਠੀਕ ਹੋਣਗੇ ਨਾ, ਆਟੋਮੈਟਿਕਲੀ ਸਾਰੀ ਜਿਹੜਾ ਸਿਸਟਮ ਹੈ ਇੰਡੀਆ 'ਚ ਰਹਿਣ ਵਾਲਿਆਂ ਦਾ ਸਾਰਾ ਵਧੀਆ ਹੋ ਜਾਊਗਾ। ਕਾਉਂਸਲਰਸ ਬਹੁਤ ਇੰਪੋਰਟੈਂਟ ਹੈ, ਜ਼ਰੂਰੀ ਨੇ। ਕੱਟੜਵਾਦ ਨੂੰ ਮੈਂ ਕਦੇ ਵੀ ਬੜਾਵਾ ਨਹੀਂ ਦਿੰਦਾ। ਕੱਟੜਵਾਦ ਤਾਂ ਚਾਹੀਦਾ ਹੀ ਨਹੀਂ ਹੈਗਾ, ਚਾਹੇ ਉਹ ਕੋਈ ਸਿੱਖਾਂ ਦੇ ਵਿੱਚ ਹੈ, ਹਿੰਦੂਆਂ ਦੇ ਵਿੱਚ ਹੈ, ਕਿਸੇ ਵੀ ਧਰਮ ਦੇ ਵਿੱਚ ਹੈ। ਜੇ ਤੁਹਾਨੂੰ ਕੋਈ ਸਹੀ ਗਾਈਡ ਕਰਦਾ, ਬੈਟਰ ਉਹਨੂੰ ਅਪੁਆਇੰਟ ਕਰੋ ਆਪਣੇ ਲਈ। ਤੁਹਾਨੂੰ ਲਾਈਫ ਦੇ ਵਿੱਚ ਐਕਚੁਅਲੀ ਪਤਾ ਲੱਗੇ ਵੀ ਮੈਂ ਸਹੀ ਹਾਂ ਜਾਂ ਗਲਤ ਹੈ। ਬਿਲਕੁਲ, ਬਹੁਤ ਚੰਗਾ ਲੱਗਿਆ ਰਣਦੀਪ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। नेता से आप कहेंगे कि आप आई कार्ड दिखाइए, तो आई कार्ड जेब में रखते हैं क्या? आप क्यों नहीं रखते? सुनिए, कमाल की बात है। आप एक काम कीजिए, आपके जो प्रदेश अध्यक्ष हैं ना, सुनिए मेरी बात सुनिए, आपके प्रदेश अध्यक्ष हैं यहाँ कुछ तो बेकारी है यार। हाँ सुनिए, ये सरकारी भाई साहब क्या नाम है आपका? आपने नाम से क्या लेना? ये सरकारी है, ये यहाँ पर आई कार्ड दोगे तभी ठहरने देंगे ना। ये सुनिए मेरा, आपका कोई आधार कार्ड होगा, कोई बिजली कार्ड होगा, बिल्कुल है, हम दिखाओगे। नहीं दिखाओ फिर। आपका एसडी साहब को दे रखे मैंने, एसडी साहब को नहीं दिखाओ आप क्या। मैं फोन में हम आपका नंबर भेज देता हूँ। आपके साथ जी जी बोलिए। ऐसा है आप अपना कार्ड दीजिए। सुनिए मेरी बात सुनो, ऐसे नहीं चलेगा। मेरी बात सुनो, मेरी आइडेंटी कार्ड लेना है तो आप एसडी साहब से बात कर लीजिए। क्यों फिर एक हम आप बात करवा दोगे। कोई एसडीओ से बात कराओ, एसडीओ से बात करवा दो। हाँ वो बात स्पीकर ऑन पे बात कर लीजिए। हेलो भाई साहब नमस्कार, कैसे हैं भाई साहब? बंधु यहाँ आए हैं, पत्रकार बंधु, और कुछ भाई साहब भी यहाँ भाजपा के स्थानीय नेता है, मेघान में वर्कर है। बोले एसडीओ साहब से बात कराइए। मैंने बिल्कुल नोटिस में है, आप बात कर लीजिए। किससे बात करवा? स्पीकर ऑन करो। एसडीओ साहब है यहाँ। एसडीओ साहब, हाँ एक कौन ने जी जेडे रह रहे हैं? है जी किदे कहते रह रहे हैं जी? ये डीसी दफ्तर चो एंट्री, कोई एंट्री दिखा दो इन्हों की। नहीं कोई आप इन्हों का आई कार्ड कोई होर कुछ तो लैने आने जी आप। कोई ये सरकारी है, कोई प्राइवेट किसी की पर्सनल जंगीर तो है नहीं ये। नहीं हुण इत्थे मीडिया सारा इकट्ठा होया है, हुण तुसीं जवाब दे हो, तुसीं इत्थे आओ, सारा मीडिया खड़ा है। नहीं ऐदा नहीं ना जी, ऐदा चलदा काम भी, ऐदा करके भी वो हुंदा है। इलीगल बंदे यानी कि खड़े नाल लेडीज की भी परमिशन है। मैडम मैं पुलिस बुला रहे हैं। आप आईडी चेक कर हस्बैंड का नाम खुल गए।
ਕਰਾਂਗੇ ਉਹਨਾਂ ਕੋਲ ਕੁਝ ਵੀ। ਰਣਦੀਪ ਦਿਓਲ ਜੀ ਕੀ ਮਸਲਾ ਹੈਗਾ, ਕਿਵੇਂ ਆਏ ਸੀ ਤੁਸੀਂ? ਸਾਨੂੰ ਪਤਾ ਲੱਗਿਆ ਸੀਗਾ ਸੋਰਸਿਸ ਤੋਂ ਵੀ ਅੱਜ ਚੋਣ ਜਾਬਤਾ ਲੱਗ ਚੁੱਕਿਆ ਹੈ, ਪਰ ਕਈ ਅਨਅਧਿਕਾਰਤ ਲੋਕ ਇੱਥੇ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਆ। ਰੈਸਟ ਹਾਊਸ ਸੰਗਰੂਰ PWD ਰੈਸਟ ਹਾਊਸ ਹੈ। ਸਾਡੇ ਜਿਹੜੇ ਵਿਧਾਇਕ ਨੇ ਇੱਥੋਂ ਦੇ, ਉਹ ਮੰਤਰੀ ਨੇ PWD ਦੇ, ਤੇ ਬਹੁਤ ਲੰਬੇ ਸਮੇਂ ਤੋਂ ਇੱਥੇ ਸਾਰੇ ਦਾ ਸਾਰਾ ਰੈਸਟ ਹਾਊਸ ਉਹਨਾਂ ਵੱਲੋਂ ਵਰਤਿਆ ਜਾ ਰਿਹਾ ਸੀ। ਕੋਈ ਰੈਂਟ ਨਹੀਂ ਦਿੱਤਾ ਜਾ ਰਿਹਾ। ਅਸੀਂ ਹਿਮਾਚਲ ਦੇ ਵਿੱਚ, ਹਰਿਆਣੇ ਦੇ ਵਿੱਚ ਕਈ ਵਾਰ ਰੈਸਟ ਹਾਊਸ ਦੇ ਵਿੱਚ ਜਾਂਦੇ ਆ ਤਾਂ ਸਾਡੇ ਜਿਹੜੇ ਮੁੱਖ ਮੰਤਰੀ ਤੱਕ ਨੇ ਉਹ ਰੈਂਟ ਦੇ ਕੇ ਰਹਿੰਦੇ ਆ। ਰਾਤ ਨੂੰ ਉਹਨਾਂ ਦੇ ਰਜਿਸਟਰਾਂ ਦੇ ਵਿੱਚ ਨਾਮ ਹੁੰਦੇ ਆ। ਅੱਜ ਇੱਥੇ ਚੈੱਕ ਕੀਤਾ, ਇੱਥੋਂ ਦੇ SDO ਨੇ PWD ਅਜੇ ਗਰਗ ਜੀ, ਉਹ ਕੋਈ ਜਵਾਬ ਨਹੀਂ ਦੇ ਰਹੇ, ਫ਼ੋਨ ਨਹੀਂ ਚੱਕ ਰਹੇ, ਕੋਈ ਰਜਿਸਟਰ ਨਹੀਂ ਹੈਗਾ ਇੱਥੇ, ਕੋਈ ਐਂਟਰੀ ਨਹੀਂ ਹੈਗੀ। ਸਾਨੂੰ ਬਹੁਤ ਵੱਡਾ ਖਦਸ਼ਾ ਹੈ ਵੀ ਬਹੁਤ ਵੱਡੀ ਪਲੈਨਿੰਗ, ਇੱਥੋਂ ਤੱਕ ਕਿ ਕੋਈ ਅੱਤਵਾਦੀ ਪਲੈਨਿੰਗ ਵੀ ਇੱਥੇ ਹੋ ਸਕਦੀ ਹੈ। ਜਿਸ ਵੇਲੇ ਪੁਲਿਸ ਨੇ ਬਾਹਰ ਕੱਢੇ ਆ ਬੰਦੇ ਜਿਹੜੇ ਰੂਮ ਦੇ ਵਿੱਚ ਅਨਅਧਿਕਾਰਤ ਰਹਿ ਰਹੇ ਸੀ, ਤੁਸੀਂ ਵੀਡੀਓਜ਼ ਵੀ ਬਣਾਈਆਂ ਨੇ, ਤਾਂ ਉਹ ਲੋਕਾਂ ਨੇ ਮੂੰਹ ਬੰਨੇ ਹੋਏ ਸੀ ਜਿਵੇਂ ਬਹੁਤ ਵੱਡੀ ਚੋਰੀ ਕਰਕੇ ਗਏ ਹੁੰਦੇ ਆ। ਗੱਡੀ ਦੇ ਵਿੱਚ ਲੋਕੇ ਭੱਜਣ ਲੱਗੇ, ਅਸੀਂ ਰੋਕਿਆ, ਉਹਨਾਂ ਤੋਂ ਪੁੱਛਿਆ, ਆਈ ਕਾਰਡ ਵਗੈਰਾ ਦੇਖੇ। ਪੁਲਿਸ ਦੇ ਵੱਲੋਂ ਬੜਾ ਲੰਬੀ ਚੌੜੀ ਸਾਡੀ ਦੇਖੋ, ਹੁਣ ਰਾਤ ਦੇ ਤਕਰੀਬਨ 12 ਵੱਜ ਚੁੱਕੇ ਆ। ਅਸੀਂ 4 ਘੰਟੇ ਦੇ ਜਦੋਜਹਿਦ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ, ਪਰ ਉਹ ਬੰਦੇ ਫੇਰ ਦੁਬਾਰਾ ਤੋਂ ਇੱਕ ਤਰੀਕੇ ਨਾਲ ਭਜਾ ਦਿੱਤੇ ਗਏ ਆ। ਇੱਥੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਖਿਲਾਫ। ਹਾਲੇ ਵੀ ਇੱਕ ਕਮਰੇ ਦੇ ਵਿੱਚ ਇੱਕ ਲੇਡੀਜ਼ ਤੇ ਬੰਦਾ ਸਾਨੂੰ ਕੀ ਪਤਾ ਜੀ ਕਿਹਦੇ ਨਾਲ ਮਿਲੀ ਭੁਗਤਾ, ਕੀ ਮੰਤਰੀ ਜੀ ਦਾ ਫੋਨ ਆਇਆ, ਕੀ ਹੋਇਆ, ਕੀ ਪੁਲਿਸ ਉਹਨਾਂ ਦੇ ਨਾਲ ਰਲੀ ਹੋਈ ਹੈ, ਕੀ ਰਲੀ ਹੋਈ ਹੈ। ਪਰ ਉਹ ਬੰਦੇ ਇੱਥੋਂ ਚਲੇ ਗਏ, ਉਹਨਾਂ ਨੂੰ ਰੋਕ ਕੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਗਈ। ਪੁਲਿਸ ਵੱਲੋਂ ਉਹਨਾਂ ਨੂੰ ਇੱਥੋਂ ਭੇਜਿਆ ਗਿਆ ਤੇ ਹਾਲੇ ਵੀ ਇੱਕ ਬੰਦੇ ਦੀ ਵੈਰੀਫਿਕੇਸ਼ਨ ਬਾਕੀ ਹੈ। ਉੱਥੇ ਕੋਈ ਬੰਦਾ ਰਹਿ ਰਿਹਾ, ਕੋਈ ਪੋਲੀਟੀਕਲ ਬੰਦਾ ਆਪਣੇ ਆਪ ਨੂੰ ਦੱਸ ਰਿਹਾ। ਸਾਨੂੰ ਇਹ ਵੈਰੀਫਾਈ ਕਰਨਗੇ ਵੀ ਉਹ ਪੋਲੀਟੀਕਲ ਬੰਦਾ ਹੈ। ਚੋਣ ਜਾਬਤਾ ਲੱਗਿਆ ਹੋਇਆ। ਇਹ ਸਰਾਸਰ ਧੱਕੇਸ਼ਾਹੀ ਸਾਰੀ ਦੀ ਸਾਰੀ ਜੋ ਸਾਡੇ ਇੱਥੋਂ ਦੇ ਵਿਧਾਇਕ ਨੇ, ਮੰਤਰੀ ਨੇ, ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਇੱਥੇ ਮੈਨੂੰ ਇੱਥੋਂ ਤੱਕ ਸੋਰਸਿਸ ਤੋਂ ਪਤਾ ਲੱਗਿਆ ਕਿ ਜਦੋਂ ਕਰੋਨਾ ਸੀ, ਲੋਕ ਮਰ ਰਹੇ ਸੀ, ਤਾਂ ਇਹਨਾਂ ਨੇ 10-10 ਬੰਦੇ ਆਪਣੇ ਇੱਕ ਕਮਰੇ ਦੇ ਵਿੱਚ 10-10 ਬੰਦੇ ਠਹਿਰਾਏ ਹੋਏ ਸੀ। ਓਕੇ ਕਾਲਾਣਾ ਸਾਹਿਬ ਕੀ ਮਸਲੇ ਜਾ ਰਹੇ ਨੇ, ਇੰਨੇ ਟਾਈਮ ਦੇ ਖੜੇ ਤੁਸੀਂ? ਸਾਨੂੰ ਤਕਰੀਬਨ 2 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਸੰਗਰੂਰ ਰੈਸਟ ਹਾਊਸ ਦੇ ਵਿੱਚ PW ਰੈਸਟ ਹਾਊਸ ਹੈ, ਸਰਕਾਰੀ ਬਿਲਡਿੰਗ ਹੈ। ਇਸ ਜਗ੍ਹਾ ਦੇ ਉੱਤੇ ਕੁਝ ਅਣਪਛਾਤੇ ਲੋਕ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਹੈ, ਇਹ ਕੋਈ ਐਂਟੀ ਸੋਸ਼ਲ ਐਲੀਮੈਂਟ ਵੀ ਹੋ ਸਕਦੇ ਨੇ, ਕੋਈ ਇਹ ਪੋਲੀਟੀਕਲ ਪਾਰਟੀ ਦੇ ਲੀਡਰ ਵਰਕਰ ਵੀ ਹੋ ਸਕਦੇ ਨੇ, ਜਿਹੜੇ ਇੱਥੇ ਚੋਣ ਜਾਬਤਾ ਲੱਗਣ ਤੋਂ ਬਾਅਦ ਇਲੈਕਸ਼ਨ ਐਕਟੀਵਿਟੀ ਕਰ ਰਹੇ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਚੋਣ ਜਾਬਤਾ ਲੱਗਣ ਸੰਬੰਧਿਤ ਪੋਲੀਟੀਕਲ ਐਕਟੀਵਿਟੀ ਸਰਕਾਰੀ ਬਿਲਡਿੰਗ ਦੇ ਵਿੱਚ ਬੈਨ ਹੈ। ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਥੇ ਆ ਕੇ ਅਸੀਂ ਕੰਪਲੇਂਟ ਵੀ ਪਾਈ ਸੀਗੀ, ਜਿਸ ਦੇ ਵਿੱਚ ਜਿਹੜਾ ਈ-ਵਿਜਿਲ ਆਇਆ ਪਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ, ਉਹਦੇ ਤੇ ਕੰਪਲੇਂਟ ਲੌਜ ਕੀਤੀ ਹੈ। ਇਸ ਕੰਪਲੇਂਟ ਨੂੰ ਲੌਜ ਕਰਨ ਉਪਰੰਤ SHO ਵੱਲੋਂ ਇਹ ਗੇਟ ਖੁਲਵਾਇਆ ਗਿਆ। ਉਹਨਾਂ ਬੰਦਿਆਂ ਤੋਂ ਆਇਡੈਂਟੀਟੀ ਲੈ ਕੇ ਸਾਨੂੰ ਤਾਂ ਲੱਗਿਆ ਵੀ ਸ਼ਾਇਦ ਉਹ ਇਹਨਾਂ ਨੂੰ ਇੱਥੋਂ ਕੱਢ ਰਹੇ ਨੇ, ਉਹ ਜਦ ਕਿ ਉਹਨਾਂ ਨੂੰ ਇੱਥੋਂ ਵੈਰੀਫਾਈ ਕਰਕੇ ਉਹਨਾਂ ਤੇ ਕਾਰਵਾਈ ਕਰਨੀ ਬਣਦੀ ਸੀਗੀ। ਤਾਂ ਅਸੀਂ ਜਿਹੜੀ ਪੁਲਿਸ ਵਾਲਿਆਂ ਨੇ ਇੱਥੋਂ ਭੇਜ ਦਿੱਤੇ ਨੇ ਇਹ, ਤੇ ਅਸੀਂ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਵੈਰੀਫਾਈ ਕਰੋ, ਇਸੇ ਟਾਈਮ ਵੈਰੀਫਾਈ ਕਰਕੇ ਇਹਨਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਕੀਤੀ ਜਾਵੇ, ਲੇਕਿਨ ਪੁਲਿਸ ਵਾਲਿਆਂ ਨੇ ਇੱਥੋਂ ਭੇਜ ਦਿੱਤੇ ਨੇ ਬੰਦੇ। ਕਿੰਨੇ ਵੱਜ ਚੁੱਕੇ ਨੇ ਜੀ? ਇਹ ਤੁਸੀਂ ਦੇਖੋ ਜੀ, ਮੈਨੂੰ ਤਾਂ ਘੜੀ ਦੇਖਣ ਦਾ ਟਾਈਮ ਨਹੀਂ ਲੱਗਿਆ। 12 ਸਰ ਕਿੰਨੇ ਟਾਈਮ ਦੇ ਖੜੇ ਆ, ਕਿੱਥੇ ਖੜੇ ਆ ਸਰ, ਕੀ ਇਸ਼ੂ ਸੀਗਾ? ਐਕਚੁਅਲੀ ਮੈਨੂੰ ਤਾਂ ਪਤਾ ਨਹੀਂ, ਤੁਹਾਡੀ ਇੱਥੇ ਪਬਲਿਕ ਸੀ, ਉਹ ਕਹਿੰਦੇ ਸੀ ਵੀ ਇਦਾਂ ਕਰਕੇ ਅਨਆਥੋਰਾਈਜ਼ਡ ਬੰਦੇ ਰਹਿੰਦੇ ਨੇ ਜੀ। ਅਸੀਂ ਇਹਨਾਂ ਦੇ ਕਹਿਣ ਤੇ ਕੋਈ ਬਾਰ-ਬਾਰ ਜੋ ਰੋਲਾ ਪਾ ਰਹੇ ਸੀ, ਪੁੱਛ ਲਿਆ ਵੀ ਕੋਈ ਅਨਆਥੋਰਾਈਜ਼ਡ ਬੰਦੇ ਤਾਂ ਨਹੀਂ। ਅਸੀਂ ਪੁੱਛ ਕੇ ਉਹ ਬੰਦੇ ਕਹਿੰਦੇ ਅਸੀਂ ਜਾਣਾ ਚਾਹੁੰਦੇ ਵੀ ਜਾਓ, ਉਹਨਾਂ ਦੇ ਆਈ ਕਾਰਡ ਅਸੀਂ ਚੈੱਕ ਕਰ ਲਏ। ਨਹੀਂ, ਉਹ ਰੈਸਟ ਹਾਊਸ 'ਚ ਰਹਿ ਰਹੇ, ਕਿਹੜੇ ਡਿਪਾਰਟਮੈਂਟ ਦੇ ਸੀ ਸਰ? ਨਹੀਂ, ਇਹ ਨਹੀਂ ਮੈਨੂੰ ਪਤਾ ਕਿਹੜੇ ਡਿਪਾਰਟਮੈਂਟ ਦੇ ਸੀ। ਉਹਨਾਂ ਦੇ ਆਈ ਕਾਰਡ ਚੈੱਕ ਕਰ ਲਏ। ਸਵੇਰੇ ਉਹ ਜਿਹੜੇ ਤੁਹਾਡੇ ਇਹਦੇ ਕੰਸਰਨਡ ਅਫਸਰ ਨੇ ਉਹ ਆਪੇ ਦੱਸਣਗੇ ਵੀ ਬੰਦੇ ਕਿਹੜੇ ਰਹਿ ਰਹੇ ਸੀ। ਸਾਰਾ ਤੁਹਾਨੂੰ ਐਡਰੈਸ ਦੇ ਦੇਣੇ ਸੀ, ਉਹ ਵੀ ਦੱਸ ਦਿਓ ਸਰ। ਆਪਣਾ ਕਰਨ, ਉਹਨਾਂ ਦੇ ਆਧਾਰ ਕਾਰਡ ਲੈ ਕੇ ਆਓ, ਦੋਨਾਂ ਦੇ ਆਧਾਰ ਕਾਰਡ ਉਹ ਵੀ ਲੈ ਲੈ, ਆ ਲਿਓ, ਆਪਾਂ ਦੱਸ ਦਿੰਦੇ ਆ। ਲੀਡ ਲਾ, ਸੰਜੀਵ ਨੰਦਾ ਜੀ, ਉਹਦਾ ਨਾਮ ਲੀਡ ਲਾ ਕਿੱਥੇ ਦੇ ਸਾਹਿਬ ਨਾਲ ਬਸ ਸੀ ਨਾ, ਦੋਨੇ ਲੇਡੀਜ਼ ਨੇ ਜਾਂ ਅਜੇ ਕੋਈ ਜੈਂਟਸ? ਫਿਰ ਉਹਨਾਂ ਦੇ ਪ੍ਰੂਫ ਲਾ ਲਓ ਨਾ, ਮੈਚ ਕਰ ਲਓ। ਇਹ ਜਿਹੜੇ ਸੰਜੀਵ ਨੰਦਾ ਨੇ ਹੁਸ਼ਿਆਰਪੁਰ ਦੇ ਨੇ, ਹੁਸ਼ਿਆਰਪੁਰ ਦੇ ਨੇ। ਦੂਜੀ ਹੈਗੀ ਲੇਡੀ ਕਿੱਥੋਂ ਦੀ ਹੈ ਜੀ? ਉਹਦੀ ਵਾਈਫ ਹੈ ਨਾਲ, ਹੈ ਵਾਈਫ ਦੇ ਨਾਲ। ਹਾਂ, ਜਿਹਦੇ ਬਾਰੇ ਉਹਦਾ ਆਧਾਰ ਕਾਰਡ ਚੈੱਕ ਕਰਿਓ। ਅਸ਼ੂ ਰਾਣੀ ਪਤਨੀ ਸੰਜੀਵ ਨੰਦਾ। ਸਰ ਕੌਣ ਨੇ, ਕਿਹੜੀ ਪਾਰਟੀ ਤੋਂ, ਕਿਵੇਂ? ਇਹ ਨਹੀਂ ਬ੍ਰਦਰ, ਸਾਨੂੰ ਪਤਾ। ਦੇਖੋ, ਇਹ ਕੰਸਰਨਡ ਜਿਹੜਾ ਡਿਪਾਰਟਮੈਂਟ ਆ ਉਹ ਦੱਸੇਗਾ। ਅਸੀਂ ਤੁਹਾਡੇ ਕਹਿਣ ਤੇ ਉਹਨਾਂ ਦੇ ਆਈਡੀ ਕਾਰਡ ਚੈੱਕ ਕਰ ਲਏ, ਸਾਰਾ ਕੁਝ ਚੈੱਕ ਕਰ ਲਿਆ, ਉਰੇ ਰਹਿ ਰਹੇ ਨੇ। ਉਹਨਾਂ ਆਧਾਰ ਕਾਰਡ ਵੀ ਹੈਗਾ ਜੀ ਇਹਦਾ। ਸੰਗਰੂਰ ਤੋਂ ਸੰਜੂ ਰਾਵਤ ਦੀ ਰਿਪੋਰਟ, ਬਿਊਰੋ ਨਿਊਜ਼, ਅਖੰਡ ਪੰਜਾਬ। चैनल को सब्सक्राइब करना ना भूलें। आपत्तिजनक
ਸਥਿਤੀ ਵਿੱਚ ਮਿਲੀ ਲਾਸ਼। ਅੱਜ ਇੱਕ ਸਥਾਨਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ। ਘਰ ਦੇ ਵਿੱਚ ਹੀ ਉਸ ਨੂੰ ਮਾਰ ਕੇ ਬੰਦ ਕੀਤਾ ਗਿਆ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਾਡਾ ਕੁਝ ਟਾਈਮ ਤੋਂ ਪ੍ਰਾਪਰਟੀ ਦਾ ਡਿਸਪਿਊਟ ਚੱਲ ਰਿਹਾ ਸੀ, ਜਿਸ ਦੇ ਵਿੱਚ ਸਾਡੇ ਇੱਕ ਤੇ ਸਾਨੂੰ ਸ਼ੱਕ ਹੈ ਕਿ ਸਾਡੇ ਭੂਆ ਦੇ ਮੁੰਡੇ ਨੇ ਹੀ ਇਹ ਕਤਲ ਕੀਤਾ ਹੈ, ਜੋ ਕਿ ਪਿਛਲੇ ਕੁਝ ਟਾਈਮਾਂ ਤੋਂ ਇਹੋ ਜਿਹੀਆਂ ਹਰਕਤਾਂ ਗੁੰਡਾਗਰਦੀ ਕਰਦਾ ਆਉਂਦਾ ਸੀ ਤੇ ਉਸਨੇ ਧੱਕੇ ਨਾਲ ਹੀ ਸਾਡੇ ਬਜ਼ੁਰਗਾਂ ਤੋਂ ਘਰ ਆਪਣੇ ਨਾਂ ਕਰਵਾ ਲਿਆ ਸੀ ਤੇ ਹੋਰ ਵੀ ਜਾਇਦਾਦ ਦਾ ਮਸਲਾ ਸੀ, ਬਜ਼ੁਰਗ ਦੀ ਮੌਤ ਦਾ ਕਾਰਨ ਬਣਿਆ। ਕੀ ਨਾਮ ਹੈ ਜੀ ਆਪਣਾ? ਨਾਮ ਸੰਦੀਪ। ਕੀ ਘਟਨਾ ਹੋਈ ਹੈ? ਸੋ ਐਕਚੁਅਲੀ ਮਤਲਬ ਨਾ ਮੇਰੇ ਪਾਪਾ ਸੀ ਜਿਹੜੇ, ਉਹ ਪਹਿਲਾਂ ਮਤਲਬ ਵੀ ਸਾਨੂੰ ਵੀ ਪਤਾ ਸੀ, ਥੋੜਾ ਅੱਗੇ ਪਿੱਛੋਂ ਪਤਾ ਲੱਗਦਾ ਸੀ, ਕਹਿੰਦੇ ਕਦੇ ਬਾਂਹ ਉਹਨਾਂ ਦੀ ਤੋੜਤੀ, ਕਦੇ ਕਿਵੇਂ ਕਰਤਾ, ਜੋ ਮੇਰੇ ਭੂਆ ਜੀ ਦਾ ਬੇਟਾ ਸੀਗਾ। ਤੇ ਪਹਿਲਾਂ ਮੇਰੇ 1 ਤਰੀਕ ਨੂੰ ਮੇਰੇ ਦਾਦਾ ਜੀ ਦੀ ਵੀ ਡੈਥ ਹੋਈ ਆ ਤੇ ਉਹ ਵੀ ਇਹਨਾਂ ਕੋਲ ਹੀ ਧੱਕੇ ਨਾਲ ਲੈ ਗਏ ਸੀ ਉਹਨਾਂ ਨੂੰ ਆਪਣੇ ਕੋਲ ਰੱਖਣ ਲਈ, ਕਹਿੰਦਾ ਮੈਂ ਵੀ ਦੇਖਭਾਲ ਕਰੂੰਗਾ। ਤੇ ਅਸੀਂ ਇਹਨਾਂ ਨਾਲ ਇੱਕ ਵਾਰ ਸਾਡੀ ਵੀ ਗੱਲ ਹੋਈ ਆ, ਅਸੀਂ ਇਹਨੂੰ ਕਿਹਾ ਵੀ ਆ ਵੀ ਤੂੰ ਸਾਨੂੰ ਦਾਦੇ ਨੂੰ ਵੀ ਸਾਡੇ ਕੋਲ ਭੇਜ ਦੇ, ਵੀ ਅਸੀਂ ਆਪੀ ਜਿਹੇ ਅਸੀਂ ਰੋਟੀ ਖਾਣੇ ਹੋਏ ਜੀ ਦੇ ਦਾਂਗੇ, ਹੈ ਨਾ। ਤੇ ਬਟ ਇਹ ਕਹਿੰਦਾ ਨਹੀਂ ਜੀ ਮੈਂ ਹੀ ਦੇਖੂੰਗਾ। ਤੇ ਇਹ ਚਲੋ ਲੈ ਗਿਆ। ਉਸ ਤੋਂ ਬਾਅਦ ਦਾਦੂ ਦੀ ਉੱਥੋਂ 2 ਮਹੀਨਾ ਕੀ ਰਹੇ ਨੇ ਦਾਦੂ। ਉਸ ਤੋਂ ਬਾਅਦ ਨਾਲ ਦੀ ਨਾਲ ਡੈਥ ਹੋ ਗਈ ਉੱਥੇ। ਇਹਨੇ ਕਿਸੇ ਨੂੰ ਨਹੀਂ ਦੱਸਿਆ, ਚੁੱਪਚਾਪ ਇੱਥੇ ਆ ਕੇ ਕਹਿੰਦਾ ਹਾਂਜੀ ਡੈਥ ਹੋ ਗਈ, ਬੋਡੀ ਲੈ ਆਇਆ ਇੱਥੇ। ਇਸ ਤੋਂ ਬਾਅਦ ਹੁਣ ਅੱਜ ਸਾਨੂੰ ਸਵੇਰੇ ਜਦੋਂ ਕਾਲ ਆਈ, ਕਹਿੰਦੇ ਵੀ ਇੱਦਾਂ ਕਰਕੇ ਉਹ ਡੈਥ ਹੋ ਗਈ। ਪਹਿਲਾਂ ਅਸੀਂ ਵੀ ਸ਼ੌਕਡ ਸੀ ਕਿਉਂਕਿ ਮੇਰੇ ਪਾਪਾ ਨੂੰ ਕੁਝ ਨਹੀਂ ਹੋਣ ਵਾਲਾ ਸੀ, ਜਿਸ ਤੱਕ ਮੈਨੂੰ ਪਤਾ। ਮੈਂ ਇੱਕ ਵਾਰ ਐਕਚੁਅਲੀ ਇਹਨਾਂ ਨੂੰ ਚੋਰੀ ਮਿਲੀ ਵੀ ਆ ਤੇ ਇਹਨਾਂ ਨੂੰ ਕੁਝ ਵੀ ਨਹੀਂ ਸੀ, ਮਤਲਬ ਬਸ ਵੀ ਫਿਰ ਪਤਾ ਲੱਗਿਆ ਜਦੋਂ ਇੱਥੇ ਆ ਕੇ ਪਤਾ ਲੱਗਿਆ ਹਾਲ ਤੋਂ ਵੀ ਕਹਿੰਦੇ ਮਾਰ ਕੇ ਡੈਥ ਕੀਤੀ ਆ। ਮਤਲਬ ਕੋਈ ਇੰਨਾ ਬੇਰਹਿਮੀ ਨਾਲ ਕਿਵੇਂ ਮਾਰ ਸਕਦਾਗਾ ਵੀ ਆਪਾਂ ਇੱਕ ਜਾਇਦਾਦ ਪਿੱਛੇ ਬੰਦਾ ਕਿਸੇ ਦਾ ਖੂਨ ਕਰ ਦੂੰ, ਕਿਉਂ? ਕਮਾਲ ਹੋ ਯਾਰ, ਮਿਹਨਤ ਵੀ ਤਾਂ ਆਪਾਂ ਕਰ ਹੀ ਸਕਦੇ ਹਾਂ, ਸਾਰੇ ਕਰਦੇ ਨੇ। ਕਿਸੇ ਦੀ ਜਾਇਦਾਦ ਤੇ ਆਪਾਂ ਖੁਦ ਕਬਜ਼ਾ ਕਰ ਰਹੇ, ਕਿਉਂ? ਜਦੋਂ ਕਿ ਮੇਰਾ ਹੱਕ ਆ, ਮੇਰੇ ਪਾਪਾ ਦੀ ਜ਼ਮੀਨ ਸੀ ਸਾਨੂੰ, ਅਸੀਂ ਤਾਂ ਵੀ ਮੈਨੂੰ ਐਂ ਸੀ ਪਾਪਾ ਰਹਿ ਰਹੇ ਨੇ ਇਟਸ ਓਕੇ ਵੀ ਚਲੋ ਇੱਥੇ ਆਪਣਾ ਜਿਵੇਂ ਵੀ ਰਹਿ ਰਹੇ ਨੇ ਉਵੇਂ ਸਹੀ ਆ ਵੀ ਚੰਗੇ ਭਲੇ ਖੁਸ਼ ਨੇ। ਮੈਨੂੰ ਆਪਣੀ ਸਟੱਡੀ ਦਾ ਸੀ, ਮੈਂ ਕਿਹਾ ਚਲੋ ਜੋਬ ਲੱਗ ਜਾਏ ਗਵਰਨਮੈਂਟ, ਹੈ ਨਾ, ਫਿਰ ਆਪਾਂ ਜਾ ਕੇ ਦੇਖਭਾਲ ਵੀ ਕਰ ਸਕਦੇ ਹਾਂ। ਬਟ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਕੁਛ ਨਾ ਕੁਛ ਪਤਾ ਨਹੀਂ ਕੀ ਕਰਕੇ ਕਿਵੇਂ ਕਰਤਾ ਇਹਨਾਂ ਨੇ। ਜਿਹਨੇ ਕਰਿਆ ਜਿਹਦੀ ਉਮਰ ਕਿੰਨੀ ਕੁ ਸੀ ਤੇ ਉਹ ਕਿੰਨੇ ਕੁ ਸਾਲ? ਇਹ ਮੇਰੇ ਨਾਲ ਦੇ ਸੀ, ਮੇਰੀ ਏਜ ਦੇ ਸੀ, ਇਹ ਕੁਛ 25-26 ਸਾਲਾਂ ਦੇ ਸੀਗੇ। ਤੇ ਇਹਨਾਂ ਨਾਲ ਇਹਨਾਂ ਦੀ ਵਾਈਫ ਵੀ ਪ੍ਰੈਜ਼ੈਂਟ ਨੇ, ਜੋ ਆਈ ਥਿੰਕ ਇਹ ਕਹਿੰਦੇ ਮੋਹਾਲੀ ਵਗੈਰਾ ਰਹਿੰਦੇ ਸੀ। ਇਹ ਭਾਗਿਆ ਸੀ ਇੱਥੋਂ ਛੱਡ ਕੇ, ਬਟ ਉਹਦੀ ਜਿੱਦੇ ਕੱਲ੍ਹ ਹੀ ਆਏ ਨੇ, ਕੱਲ੍ਹ ਆ ਕੇ ਇਹਨਾਂ ਨੇ ਇੱਦਾਂ ਲੜਾਈ ਕੀਤੀ ਹੈ ਤੇ ਮਾਰ ਕੇ ਫਿਰ ਜਿੰਦੇ ਲਗਾ ਕੇ ਫਿਰ ਚੱਲ ਗਏ, ਤਾਂ ਕਿ ਮੇਰੇ ਪਾਪਾ ਦਾ ਕੋਈ ਇਲਾਜ ਵੀ ਨਾ ਕਰਵਾ ਸਕਦੇ ਤੇ ਨਾ ਹੀ ਸਾਨੂੰ ਕਿਸੇ ਤੱਕ ਨਿਊਜ਼ ਪਹੁੰਚਣ ਦਿੱਤੀ। ਇੱਕ ਅੰਕਲ ਜੋ ਕਿ ਦੱਸ ਰਹੇ ਸੀ, ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਆ ਵੀ ਜੇ ਤੈਨੇ ਕੁਝ ਦੱਸਿਆ ਤਾਂ ਤੈਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਜਾਊਗਾ। ਸਵੇਰੇ ਕਿਵੇਂ ਪਤਾ ਲੱਗਿਆ ਤੁਸੀਂ ਕਿਵੇਂ ਆਏ? ਸਾਨੂੰ ਮੇਰੇ ਚਾਚੂ ਨੇ, ਉਹਨਾਂ ਨੇ ਕਾਲ ਕੀਤੀ ਸੀਗੀ, ਉਹ ਕਹਿੰਦੇ ਇਦਾਂ ਕਰਕੇ ਇਦਾਂ ਹੋ ਗਿਆ। ਪਹਿਲਾਂ ਸਾਨੂੰ ਜਮੀ ਵੀ ਬਲੀਵ ਨਹੀਂ ਹੋਇਆ। ਫਿਰ ਅਸੀਂ ਮੇਰੇ ਭਾਸੋ ਤਾਇਆ ਜੀ ਰਹਿੰਦੇ ਨੇ, ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਵੀ ਕੀ ਇਹ ਗੱਲ ਸੱਚੀ ਹੈ ਵੀ ਇਦਾਂ ਹੋ ਕਿਵੇਂ ਗਿਆ। ਉਹ ਕਹਿੰਦੇ ਵੀ ਸਹੀ ਹੋਇਆ, ਵੀ ਇਦਾਂ ਹੀ ਗੱਲ ਕਹਿੰਦੇ, ਉਹ ਸੱਚੀ ਦੱਸ ਰਹੇ ਨੇ ਵੀ ਇਦਾਂ ਕਰਕੇ ਇਹ ਚੀਜ਼ ਹੋ ਗਈ। ਫਿਰ ਅਸੀਂ ਆ ਕੇ ਇੱਕ ਵਾਰ ਤੇ ਦੇਖ ਕੇ ਵੀ ਗਿਆ। ਫਿਰ ਪਿੰਡ ਵਾਲਿਆਂ ਨੇ ਕੁੰਡਾ ਲਾਇਆ ਹੋਇਆ ਸੀਗਾ ਵੀ ਕਹਿੰਦੇ ਅੰਦਰ ਐਂਟਰ ਨਹੀਂ ਕਰਨ ਦੇ ਰਹੇ। ਫਿਰ ਅਸੀਂ ਪੁਲਿਸ ਦੀ ਕਾਰਵਾਈ, ਪੁਲਿਸ ਨਾਲ ਗੱਲ ਵਗੈਰਾ ਕਰਕੇ SHO ਸਾਹਿਬ ਨਾਲ ਜੋ ਵੀ ਗੱਲਬਾਤ ਹੋਈ ਇਹਨਾਂ ਨਾਲ, ਸਾਰੇ ਇਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਤੇ ਉੱਥੋਂ ਇਹਨਾਂ ਨੂੰ ਲੈ ਕੇ ਫਿਰ ਉਹਨਾਂ ਨੇ ਆ ਕੇ ਸਾਨੂੰ ਪਾਪਾ ਦੇਖਣ ਦਿੱਤੇ ਨੇ। ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ? ਸਰ ਮੈਂ ਤਾਂ ਹੁਣ ਇਹੀ ਚਾਹੁੰਦੀ ਹਾਂ, ਉਹ ਬੰਦਾ ਨਾ ਤਾਂ ਇੱਥੇ ਆਵੇ ਤੇ ਨਾ ਇੱਥੇ ਹੋਣਾ ਚਾਹੀਦਾ ਤੇ ਉਹਨੂੰ ਪਨਿਸ਼ ਜ਼ਰੂਰ ਹੋਣਾ ਚਾਹੀਦਾ। ਉਹਨੇ ਕਤਲ ਕੀਤਾ, ਕਤਲ ਕੋਈ ਛੋਟੀ ਮੋਟੀ ਗੱਲ ਨਹੀਂ, ਸਿੱਧੀ ਜੀ ਗੱਲ ਹੈ ਜੀ। ਐਡਾ ਕਤਲ ਕਰਤਾ ਵੀ ਕਿਸੇ ਆਪਾਂ ਬੰਦੇ ਦਾ ਕਤਲ ਕਰ ਰਹੇ, ਕਿਤੋਂ ਪੁੱਛ ਕੇ ਕਰ ਰਹੇ, ਇੱਕ ਜਾਨ ਲੈ ਰਹੇ ਆਪਾਂ ਕਿਸੇ ਦੀ। ਕੋਈ ਹੱਕ ਨਹੀਂ ਹੈਗਾ ਕਿਸੇ ਨੂੰ ਵੀ ਇਹ, ਉਹ ਬੰਦੇ ਨੂੰ, ਇਸ ਲਈ ਉਹਦੀ ਵਾਈਫ ਨੂੰ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਗੱਲ ਦੀ। ਤੇ ਅਸੀਂ ਪੂਰੇ ਨਾਲ ਅਸੀਂ ਪੂਰਾ ਲੜਾਂਗੇ ਇਸ ਲਈ। ਪੁਲਿਸ ਵੀ ਜਿੱਦ ਤੱਕ ਮੈਨੂੰ ਪਤਾ ਸੱਚ ਦਾ ਹੀ ਸਾਥ ਦਿੰਦੇ ਨੇ ਸਾਰੇ ਤੇ ਸਾਡਾ ਸਾਥ ਦੇਣਗੇ। ਜੀ ਕੀ ਨਾਮ ਹੈ ਜੀ ਆਪਣਾ? ਸੁਖਵਿੰਦਰ ਕੌਰ ਹੈ। ਕੀ ਗੱਲ ਹੋਈ ਹੈ ਜੀ ਰਾਤ ਘਟਨਾ ਦੀ? ਰਾਤ ਜੀ ਅਸੀਂ ਤਾਂ ਉਰੇ ਹੈ ਨਹੀਂ ਤੇ ਲਵੇ ਸਾਰਿਆਂ ਨੂੰ ਪਤਾ, ਬਾਕੀ ਮਤਲਬ ਇਹਨੂੰ ਨਾੜ ਤੋਂ ਵੱਢ ਕੇ ਮਾਰਿਆ ਗਿਆ ਸਾਡੇ ਘਰ ਦੇ ਤੇ। ਇਹ ਕੀ ਨਾਮ ਦੀ ਜਿਹਨਾਂ ਦਾ? ਸਰਬਜੀਤ ਦੀ। ਕਿੰਨੀ ਕੁ ਉਮਰ ਸੀ ਜਿਹਨਾਂ ਦੀ? 50 ਸਾਲ ਦੀ ਸੀ। ਕੀ ਘਟਨਾ ਹੋਈ, ਕੀ ਗੱਲ, ਮਸਲਾ ਕੀ ਹੋਇਆ ਜੀ? ਮਸਲਾ ਜੀ ਇਹ ਬਚਪਨ ਤੋਂ ਗੁੰਡਾਗਰਦੀ ਕਰਦਾ ਸੀ ਦੋਤਾ ਤੇ ਸਾਡਾ ਜਿਹੜਾ ਇਹ, ਇਹਦੇ ਕਰਕੇ ਇਹਨੂੰ ਘਰ ਦੀ ਜ਼ਮੀਨ ਦੀ ਹਿੱਸਾ ਸਾਡਾ ਤੇ ਇਹ ਜਾਇਦਾਦ ਇਹ ਗੁੰਡਾਗਰਦੀ 'ਚ ਇਹਨੇ ਮੰਮੀ ਤੋਂ ਡੈਡੀ ਤੋਂ ਇਹਨੇ ਆਪ ਨਾਉ ਕਰਾਇਆ ਸਾਰਾ ਕੁਝ। ਅਸੀਂ ਡਰਦੇ ਮਤਲਬ ਕਿ ਬੋਲ ਦੇਣ ਤੇ ਵੀ ਮੇਰਾ ਜੋ ਮੁੰਡੇ ਦਾ ਜੀ ਜਿਹੜਾ ਪਿੰਡ, ਕਿਹੜੇ ਪਿੰਡ ਦਾ? ਗੁਰਮੀਤ ਆਲੀਪੁਰ ਤੋਂ ਦੋਤਾ ਸਾਡਾ। ਠੀਕ ਹੈ ਜੀ। ਇਹ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਇਸ ਘਟਨਾ ਦਾ? ਸਾਨੂੰ ਤੜਕੇ ਲੱਗਿਆ ਜੀ 8 ਵਜੇ। ਉਸੇ ਟਾਈਮ ਫਿਰ ਅਸੀਂ ਉਰੇ ਆ ਗਏ। ਉਹ ਰਾਤ ਉਰੇ ਆਇਆ ਹੋਇਆ ਸੀ ਜੀ? ਕੀ ਗੱਲ? ਹਾਂਜੀ ਰਾਤ ਉਰੇ ਤੀ, ਉਹਦੀ ਘਰ ਵਾਲੀ ਵੀ ਨਾਲ ਤੀ ਜੀ। ਠੀਕ ਹੈ ਜੀ। ਇੱਕ ਮੁੰਡਾ ਹੋਰ ਸੀ ਉਹਦੇ ਨਾਲ ਛੋਟਾ ਜਿਹਾ, 15-16 ਸਾਲ ਦਾ।
ਤੇ ਉਹ ਰਾਤ ਹੀ ਚਲੇ ਗਏ ਜਾਂ ਮੌਕੇ ਤੇ ਤੁਹਾਨੂੰ ਦੱਸ ਕੇ ਜਾਂ ਕੋਈ ਅਜੀ ਗੱਲਬਾਤ? ਉਹ ਤੜਕੇ ਗਏ ਨਹੀਂ ਭੱਜੇ ਨੇ। ਤੁਹਾਨੂੰ ਕਦੋਂ ਕੁ ਪਤਾ ਲੱਗਿਆ ਸਵੇਰੇ? ਸਾਨੂੰ 8 ਵਜੇ ਪਤਾ ਲੱਗਿਆ ਜੀ। ਤੁਸੀਂ ਉਰੇ ਕਿਵੇਂ ਦੇਖਣ ਆਏ ਜਾਂ ਕੀ ਗੱਲ ਸੀ? ਅਸੀਂ ਦੇਖਣ ਆਏ ਜੀ, ਦੇਖ ਕੇ ਅਸੀਂ ਫਿਰ ਉੱਥੇ ਥਾਣੇ 'ਚ ਰਿਪੋਰਟ ਦਿੱਤੀ ਜਾ ਕੇ, ਤੇ ਸਾਨੂੰ ਪਤਾ ਲੱਗਿਆ ਵੀ ਤਾਂ ਸੰਸਕਾਰ ਕਰਨੀ ਹੈ। ਇਹਦੇ ਕਾਕੜੇ ਕਤਲ ਦਾ ਮਾਮਲਾ ਸਾਹਮਣੇ ਆਇਆ, ਕੀ ਹੈ ਅਸਲ ਗੱਲ ਕੀ ਹੈ? ਇਹਦੇ 'ਚ ਜੀ ਇੱਕ ਸਰਬਜੀਤ ਸਿੰਘ ਨਾਮ ਦਾ ਵਿਅਕਤੀ ਸੀ, ਉਹਦੀ 50 ਸਾਲ ਉਮਰ ਸੀ। ਉਹ ਆਪਣੇ ਪਰਿਵਾਰ ਤੋਂ ਅਲੱਗ ਇੱਥੇ ਰਹਿ ਰਿਹਾ ਸੀਗਾ ਘਰ ਦੇ ਵਿੱਚ, ਉਹਦਾ ਪੁਸ਼ਤੈਨੀ ਘਰ ਸੀ ਤੇ ਉਹਦੇ ਭਾਣਜੇ ਦੇ ਨਾਲ ਡਿਸਪਿਊਟ ਚੱਲਦਾ ਸੀ ਉਸ ਪ੍ਰਾਪਰਟੀ ਨੂੰ ਲੈ ਕੇ, ਤੇ ਜਿਹਦੇ ਚੱਲਦਿਆਂ ਉਹਦੀ ਜਿਹੜੀ ਮੌਤ ਹੋ ਗਈ ਹੈ, ਉਹਦੇ ਸੰਬੰਧ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕੋਈ ਮਾਮਲਾ ਹੈ ਭਾਣਜੇ ਯਾਰ ਕੋਈ ਵਿੱਚ ਕੀ ਮਸਲਾ ਕੀ ਸੀ, ਕੋਈ ਆਪਸ ਲੜਾਈ ਝਗੜਾ ਕੀ ਸੀ ਇਹਨਾਂ ਦਾ ਕੋਈ? ਇਹ ਜੀ ਉਹਦਾ ਭਾਣਜਾ ਜਿਹੜਾ ਮੋਹਾਲੀ ਵਿਖੇ ਰਹਿੰਦਾ ਸੀ ਜੀ, ਉਹ ਕੱਲ ਕਿਉਂਕਿ ਉਹ ਜਗ੍ਹਾ ਜਿਹੜੀ ਸੀ ਉਹ ਉਹਦੇ ਨਾਨੇ ਦੀ ਸੀ, ਮਤਲਬ ਮ੍ਰਿਤਕ ਦੇ ਫਾਦਰ ਦੀ ਸੀ, ਤੇ ਭਾਣਜਾ ਜਿਹੜਾ ਸੀ ਉਹ ਵੀ ਉੱਤੇ ਹੱਕ ਜਤਾਉਂਦਾ ਸੀ, ਇਸ ਕਰਕੇ ਪ੍ਰਾਪਰਟੀ ਡਿਸਪਿਊਟ ਸੀ। ਉਹਦੇ ਚੱਲਦਿਆਂ ਜਿਹੜੀ ਇਹ ਕਾਰਵਾਈ ਜਿਹੜੀ ਉਹਦੇ ਨੂੰ ਭਾਣਜੇ ਨੂੰ ਅੰਜਾਮ ਦਿੱਤਾ ਗਿਆ। ਅਰੈਸਟ ਵਗੈਰਾ ਹੋਈ ਹੈ ਜੀ ਸਰ ਉਹਦੀ? ਹਾਂਜੀ, ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜੀ। ਸਰ ਕਤਲ ਕਿਸ ਵੈਪਨ ਨਾਲ ਕਿਤੇ ਕੋਈ ਕਿਸੇ ਕਿਸਮ ਦਾ ਹਥਿਆਰ ਬਰਾਮਦ ਹੋਇਆ ਜੀ? ਉਹ ਜੀ ਜਦੋਂ ਦੋਸ਼ੀ ਦੀ ਗ੍ਰਿਫਤਾਰੀ ਹੁੰਦੀ ਹੈ ਜੀ, ਉਹਦੇ 'ਚ ਉਹਦੀ ਪੁੱਛਗਿੱਛ ਦੇ ਵਿੱਚ ਕਲੀਅਰ ਕੀਤਾ ਜਾਵੇਗਾ। ਇਕੱਲਾ ਹੀ ਸੀ ਸਰ ਉਹ? ਅਜੇ ਤੱਕ ਤਾਂ ਜੀ ਪਹਿਲੀ ਪੁੱਛਗਿੱਛ ਦੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਲਿਖਾਇਆ ਜੋ ਵੀ ਬਿਆਨ ਤਹਿਰੀਰ ਕਰਾਇਆ ਜਾ ਰਿਹਾ, ਉਹਦੇ ਮੁਤਾਬਕ ਤਾਂ ਉਹ ਭਾਣਜੇ ਤੇ ਸ਼ੱਕ ਕਰਦੇ। ਬਾਕੀ ਜੇ ਕੋਈ ਹੋਰ ਵੀ ਸ਼ਮੂਲੀਅਤ ਕਿਸੇ ਦੀ ਹੋਈ ਤਾਂ ਉਹਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਕੋਈ ਨਸ਼ਾ ਨੁਸ਼ਾ ਵਗੈਰਾ ਤਾਂ ਨਹੀਂ ਕਰਦਾ ਸੀ ਇਹਦਾ ਭਾਣਜਾ, ਜਾਂ ਕੋਈ ਅਜੇ ਪੈਸੇ ਦਾ ਚੱਕਰ ਕੋਈ ਅਜਿਹਾ ਮਸਲਾ ਵੀ ਹੋ ਸਕਦਾ ਜੀ? ਅਜੇ ਤੱਕ ਜੀ ਉਹਦੇ ਭਾਣਜੇ ਦੀ ਤਾਂ ਅਰੈਸਟ ਤੋਂ ਕਲੀਅਰ ਹੋਊਗਾ ਜੀ, ਤੇ ਜਿਹੜਾ ਇਹ ਵਿਅਕਤੀ ਹੈ ਇਹਦੇ ਵੀ ਪੋਸਟਮਾਰਟਮ ਤੋਂ ਬਾਅਦ 'ਚ ਕਲੀਅਰ ਹੋਊਗਾ ਵੀ ਇਹਨੇ ਕੋਈ ਤਰਲ ਪਦਾਰਥ, ਕੋਈ ਨਸ਼ਾ ਜਾਂ ਕੋਈ ਹੋਰ ਇਹਨਾਂ ਦੀ ਗੱਲਬਾਤ ਕੋਈ ਸੀ ਜਾਂ ਕਿੱਦਾਂ, ਜਾਂ ਮੌਤ ਦਾ ਕੋਈ ਕਾਰਨ ਕੀ ਹੈ, ਉਹ ਵੀ ਸਾਨੂੰ ਪੋਸਟਮਾਰਟਮ ਤੋਂ ਬਾਅਦ 'ਚ ਹੀ ਹੋਊਗਾ। ਹੁਣ ਪੋਸਟਮਾਰਟਮ ਕਰਾਉਣ ਦੀ ਜਿਹੜੀ ਟੀਮ ਭੇਜ ਦਿੱਤੀ ਸਰ ਇੱਕ ਇਹ ਪਤਾ ਲੱਗਿਆ ਹੈ ਵੀ ਉਹ ਅੰਦਰੋਂ ਗੁੰਡਾਬੰਦ ਸੀਗਾ ਜੀ? ਹਾਂਜੀ, ਉਹਦੇ ਬਾਰੇ ਜੀ ਜਦੋਂ ਹੁਣ ਉਹ ਦੋਸ਼ੀ ਦੀ ਅਰੈਸਟ ਹੁੰਦੀ ਹੈ ਨਾ ਜੀ, ਉਸ ਤੋਂ ਬਾਅਦ 'ਚ ਜਿਹੜੇ ਸੰਗਰੂਰ ਤੋਂ ਸੰਜੂ ਰਾਵਤ ਦੀ ਰਿਪੋर्ट, ब्यूरो न्यूज़, अखंड पंजाब। चैनल को सब्सक्राइब करना ना भूलें।